ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਤੁਸੀਂ ਜਦੋਂ ਸ਼ੁਰੂ ਕੀਤਾ ਤਾਂ ਇੱਕ ਬੜਾ ਨੋਨ ਬ੍ਰਾਂਡ ਤੁਸੀਂ ਉਹਦੇ ਲੈਵਲ ਤੇ ਜਾ ਕੇ ਆਪਣੇ ਪ੍ਰਾਈਸ ਸੈੱਟ ਕੀਤੇ ਹੈ ਨਾ। ਕਾफ़ी ਲੋਕਾਂ ਨੇ ਮੈਨੂੰ ਇਸ ਚੀਜ਼ ਦਾ, ਮੇਰੇ ਆਪਣੇ ਖਾਸ ਦੋਸਤਾਂ ਨੇ ਕਿਹਾ ਕਿ ਬਹੁਤ ਐਕਸਪੈਂਸਿਵ ਹੈ ਔਰ ਅੱਜ ਤੱਕ ਉਹਨਾਂ ਨੇ ਆਰਡਰਸ ਵੀ ਨਹੀਂ ਪਾਏ। ਕਈ ਵਾਰੀ ਆਪਾਂ ਚਾਹੁੰਦੇ ਵੀ ਹੁੰਦੇ ਕਿ ਉਸ ਮਾਹੌਲ 'ਚੋਂ ਬਾਹਰ ਨਿਕਲ ਕੇ ਆਪਣਾ ਕੁਝ ਸ਼ੁਰੂ ਕਰੀਏ, ਬਟ ਫਿਰ ਵੀ ਆਪਾਂ ਉੱਥੇ ਕੀ ਸਟਰਗਲ ਕਰਦੇ ਰਹਿੰਦੇ ਹਾਂ ਕਿ ਕਰਾਂ ਜਾਂ ਨਾ ਕਰਾਂ, ਹੈ ਨਾ। ਮੇਰੇ ਬੈਂਕ 'ਚ ਤਕਰੀਬਨ 2000 ਰੁਪਏ ਪਏ ਸੀ, ਸ਼ਾਇਦ ਘੱਟ ਹੀ ਸੀਗੇ ਉਸ ਤੋਂ ਵੀ। ਮੈਂ ਸਭ ਤੋਂ ਪਹਿਲਾਂ ਜਾ ਕੇ ਬੜੀ ਜਿਹੀ ਕੜਾਈ ਖਰੀਦੀ। ਉਹ ਡਰ ਮੇਰੇ ਵਿੱਚੋਂ ਨਿਕਲ ਗਿਆ ਸੀ ਕਿ ਕੱਲ੍ਹ ਨੂੰ ਕੀ ਹੋਏਗਾ, ਕਿਉਂਕਿ ਐਕਚੁਅਲੀ ਕਰੋਨਾ ਤਾਂ ਡਰਾ ਇੰਨੀ ਜ਼ੋਰ ਦੀ ਰਿਹਾ ਸੀ ਕਿ ਅਸੀਂ ਜ਼ਿੰਦਾ ਵੀ ਰਵਾਂਗੇ ਕਿ ਨਹੀਂ, ਇਹ ਵੀ ਨਹੀਂ ਸੀ ਪਤਾ। ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀਗੇ ਕਿ ਤੁਹਾਨੂੰ ਕੁਕਿੰਗ ਦਾ ਸ਼ੌਂਕ ਨਹੀਂ, ਖਾਣਾ ਖਿਲਾਉਣ ਦਾ ਬਹੁਤ ਸ਼ੌਕ ਹੈ। ਜਿਵੇਂ ਹੁਣ ਕੋਈ ਗੈਸਟ ਆ ਜਾਵੇ ਤੇ ਮੈਂ ਸ਼ਾਇਦ 10 ਚੀਜ਼ਾਂ ਬਣਾ ਲੂੰਗੀ, ਉਹ ਸ਼ੌਕ ਬਹੁਤ ਚੜ੍ਹਦਾ ਮੈਨੂੰ। ਇਹ ਮੇਰੀ ਜੌਬ ਆ ਜਿਹੜੀ ਉਹ ਪਰਮਾਨੈਂਟ ਮੇਰਾ ਇਨਕਮ ਸੋਰਸ ਆ, 1 ਤਰੀਕ ਨੂੰ ਜਾਂ ਇੰਨੀ ਤਰੀਕ ਨੂੰ ਮੇਰੇ ਅਕਾਊਂਟ 'ਚ ਇੰਨੇ ਪੈਸੇ ਆ ਜਾਣੇ ਆ। ਸਾਈਨ ਸਾਨੂੰ ਮਿਲਦੇ ਨੇ, ਆਪਾਂ ਕਈ ਵਾਰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਸੋ ਉਹ ਸਾਈਨ ਮੈਨੂੰ ਜਦੋਂ ਲਾਸਟ ਮਿਲਿਆ, ਉਹਦੇ ਬਾਅਦ ਮੈਂ ਇਸ ਗੱਲ ਨੂੰ ਤਾਂ ਫੜ ਕੇ ਬੈਠ ਹੀ ਗਈ ਸੀ ਕਿ ਮੈਂ ਹੁਣ ਨੌਕਰੀ ਨਹੀਂ ਕਰਾਂਗੀ, ਜੋ ਮਰਜ਼ੀ ਹੋ ਜਾਏ। ਜਦੋਂ ਆਪਣੇ ਬਿਜ਼ਨਸ ਦੀ ਰੂਲ ਬੁੱਕ ਲਿਖੀ ਤੇ ਉਹਦੇ 'ਚ ਮੈਂ ਲਿਖਿਆ ਸੀ ਮੈਂ ਮੰਡੇ ਤੇ ਟਿਊਜ਼ਡੇ ਬਿਲਕੁਲ ਕੰਮ ਨਹੀਂ ਕਰੂੰਗੀ। ਲੋਕਡਾਊਨ ਖੁੱਲ੍ਹ ਵੀ ਗਿਆ, ਸਾਡਾ ਆਰਡਰਸ ਆਉਣੇ ਘੱਟ ਹੋ ਗਏ ਸੀਗੇ ਕਿਉਂਕਿ ਲੋਕਾਂ ਕੋਲ ਆਪਸ਼ਨਸ ਫੇਰ ਵਾਪਸ ਆ ਗਈਆਂ ਸੀ ਬਹੁਤ ਸਾਰੀਆਂ। ਜਿਵੇਂ ਮੈਂ ਨਵੰਬਰ 'ਚ ਆਉਂਦੇ ਮੈਂ ਪੰਜੀਰੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਸੀ। ਦਸੰਬਰ 'ਚ ਪਹਿਲੇ ਸਾਲ ਹੀ ਮੈਂ ਤਕਰੀਬਨ 1.5 ਲੱਖ ਦੀ ਪੰਜੀਰੀਆਂ ਬਣਾਈਆਂ। ਮੈਂ ਅੱਜ ਆਪਣੇ ਸੀਏ ਨੂੰ ਸਵੇਰੇ ਫੋਨ ਕਰਕੇ ਪੁੱਛਿਆ ਸੀ ਤੇ ਮੇਰੀ ਰਿਟਰਨ ਕਿੰਨੀ ਹੈ ਪਿਛਲੇ ਸਾਲ ਦੀ, ਤੇ ਅੱਜ ਉਹਨਾਂ ਨੇ ਦੱਸਿਆ ਕਿ ਪਹਿਲੇ ਸਾਲ 'ਚ ਤੁਸੀਂ ਤਕਰੀਬਨ ਪੌਣੇ 10 ਲੱਖ ਦਾ ਬਿਜ਼ਨਸ ਕਰ ਚੁੱਕੇ ਹੋ। ਮੈਨੂੰ ਲੱਗਦਾ ਕਿ ਇਸ ਬਿਜ਼ਨਸ ਦੇ ਨੇ ਤਾਂ ਮੈਨੂੰ ਐਕਚੁਅਲੀ ਪਰ ਦੇ ਦਿੱਤੇ ਕਿਉਂਕਿ ਨੌਕਰੀ ਨੇ ਨਹੀਂ ਸੀ ਦੇਣੇ। ਇਹ ਸਾਰਾ ਕੁਝ ਮੈਨੂੰ ਐਂ ਲੱਗਦਾ ਕਿ ਦੈਟ ਆਪਣੀ ਵਰਥ ਤੁਸੀਂ ਆਪ ਹੀ ਬਣਾਉਂਦੇ ਹੋ। ਪੈਸੇ ਕਿੰਨੇ ਲੈਣੇ, ਕੀ ਲੈਣਾ। ਇੱਕ ਨੋਰਮਲ ਸੂਟ 150 ਦਾ ਵੀ ਆਪਾਂ ਲੈ ਲੈਂਦੇ ਹਾਂ, ਉਹ 'ਚ ਵੀ ਬਹੁਤ ਸੋਹਣੇ ਲੱਗਦੇ ਆ, ਤੇ 1000 ਦਾ ਵੀ ਪਾ ਲਓ, ਉਹ 'ਚ ਵੀ ਬਹੁਤ ਸੋਹਣੇ ਲੱਗਦੇ ਆ। ਮੈਨੂੰ ਲੱਗਦਾ ਕਿ ਸਭ ਤੋਂ ਜਿਹੜਾ ਪ੍ਰੋਡਕਟ ਤੁਸੀਂ ਸਿਲੈਕਟ ਕਰੀਏ, ਸਭ ਤੋਂ ਪਹਿਲਾਂ ਤੁਸੀਂ ਇਹ ਸੋਚ ਸਕਦੇ ਹੋ ਕਿ ਤੁਹਾਡੇ ਘਰ 'ਚ ਕਿਹੜੀ ਚੀਜ਼ ਬਹੁਤ ਸਵਾਦ ਬਣਦੀ ਹੈ। ਤੁਹਾਡੇ ਮਦਰ ਨੇ ਜਾਂ ਤੁਹਾਡੀ ਨਾਨੀ ਨੇ, ਦਾਦੀ ਨੇ ਕੋਈ ਚੀਜ਼ ਬਹੁਤ ਸਵਾਦ ਬਣੀ ਹੋਏ। ਸਾਡੇ ਘਰ 'ਚ ਲੱਡੂ ਕਈ ਵਾਰ ਬਹੁਤ ਸਵਾਦ ਬਣਦੇ ਆ, ਅਤੇ ਤੁਸੀਂ ਉਹਨਾਂ ਤੋਂ ਵੀ ਸ਼ੁਰੂ ਕਰ ਸਕਦੇ ਹੋ। ਸਾਡੇ ਘਰ 'ਚ ਕਈ ਵਾਰ ਦਾਲ ਬਹੁਤ ਸਵਾਦ ਬਣਦੀ ਹੈ, ਤੁਸੀਂ ਉਸ ਪ੍ਰੋਡਕਟ ਤੋਂ ਆਪਣੀ ਸ਼ੁਰੂਆਤ ਕਰ ਸਕਦੇ ਹੋ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਤੇ ਭੈਣ ਰੁਪਿੰਦਰ ਸੰਧੂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪ੍ਰੋਗਰਾਮ ਗੱਲ ਤੇ ਗੱਲ 'ਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਹਮੇਸ਼ਾ ਅਸੀਂ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਦੇ ਹਾਂ ਅਤੇ ਕਦੇ-ਕਦਾਈ ਇੱਦਾਂ ਵੀ ਹੁੰਦਾ ਹੈ ਕਿ ਕੋਈ ਮਹਿਮਾਨ ਸਾਡੇ ਨਾਲ ਗੱਲ ਤੇ ਗੱਲ ਪ੍ਰੋਗਰਾਮ ਦੇ ਵਿੱਚ ਆ ਜੁੜਦੇ ਨੇ। ਅੱਜ ਅਸੀਂ ਜਿਨ੍ਹਾਂ ਨੂੰ ਤੁਹਾਡੀ ਰੂਬਰੂ ਕਰ ਰਹੇ ਹਾਂ, ਉਹਨਾਂ ਦੀ ਕਹਾਣੀ ਬਹੁਤ ਇੰਸਪੀਰੇਸ਼ਨਲ ਆ। ਉਹ ਇੱਕ ਜੌਬ ਕਰਦੇ ਸੀਗੇ ਜਦੋਂ ਕਰੋਨਾ ਹੋਇਆ। ਬਹੁਤ ਸਾਰੇ ਲੋਕਾਂ ਦੀਆਂ ਜੌਬਸ ਉਦੋਂ ਗਈਆਂ, ਬਹੁਤ ਸਾਰੇ ਲੋਕਾਂ ਦੇ ਬਿਜ਼ਨਸ ਉਦੋਂ ਖਤਮ ਹੋਏ ਨੇ। ਤਾਂ 2020 ਦੇ ਵਿੱਚ ਇਹਨਾਂ ਨੇ ਆਪਣੀ ਜੌਬ ਛੱਡੀ, ਜਾਂ ਕਹਿ ਲਓ ਕਿ ਇਹਨਾਂ ਦੀ ਜੌਬ ਚਲੀ ਗਈ ਜਾਂ ਇਹ ਕਰ ਨਹੀਂ ਸਕੇ ਕੰਟੀਨਿਊ। ਉਸ ਤੋਂ ਬਾਅਦ ਇਹਨਾਂ ਨੇ ਘਰ ਰਹਿ ਕੇ ਸੋਚਿਆ ਕਿ ਕਿਉਂ ਨਾ ਆਪਣਾ ਕੁਛ ਕੀਤਾ ਜਾਵੇ, ਅਤੇ ਪਿਛਲੇ 2 ਸਾਲਾਂ ਤੋਂ ਇਹ ਹੋਮ ਕਿਚਨ ਜਾਂ ਕਹਿ ਲਓ ਕਿ ਕਲਾਊਡ ਕਿਚਨ ਚਲਾਉਂਦੇ ਨੇ। ਨਿੱਕੀ ਹੋਰੀ ਅੱਜ ਸਾਡੇ ਨਾਲ ਹੋਣਗੇ। ਅੱਜ ਅਸੀਂ ਇਹਨਾਂ ਨੂੰ ਮਿਲਣ ਪਟਿਆਲੇ ਪਹੁੰਚੇ ਹਾਂ ਉਹਨਾਂ ਦੇ ਘਰ, ਅਤੇ ਉਹਨਾਂ ਦੀ ਜਰਨੀ ਕਿਵੇਂ ਸ਼ੁਰੂ ਹੋਈ। ਜਿਵੇਂ ਆਪਾਂ ਕਈ ਵਾਰ ਕਹਿ ਦਿੰਦੇ ਹੁੰਦੇ ਹਾਂ ਕਿ ਨੌਕਰੀ ਹੀ ਜ਼ਿੰਦਗੀ ਆ, ਜਾਂ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣ ਦਾ ਇੱਕੋ ਹੀ ਜਿਹੜਾ ਸੋਰਸ ਆ ਉਹ ਇਹ ਹੈ ਕਿ ਤੁਸੀਂ ਵਧੀਆ ਨੌਕਰੀ 'ਤੇ ਹੋਣੇ ਚਾਹੀਦੇ ਹੋ। ਰੀਸੈਂਟ ਇੱਕ ਆਪਾਂ ਐਪੀਸੋਡ ਵੀ ਕੀਤਾ ਸੀ, ਉਹ 'ਚ ਬਹੁਤ ਸਾਰੇ ਲੋਕਾਂ ਨੇ ਇਹ ਵੀ ਸਮਝਿਆ ਕਿ ਸ਼ਾਇਦ ਅਸੀਂ ਸਿਰਫ ਨੌਕਰੀ ਕਰਨ ਦੀ ਹੀ ਗੱਲ ਕਰਦੇ ਹਾਂ, ਪਰ ਉਸ ਐਪੀਸੋਡ ਦੇ ਵਿੱਚ ਵੀ ਅਸੀਂ ਇਹੀ ਗੱਲ ਕੀਤੀ ਸੀਗੀ ਕਿ ਤੁਸੀਂ ਵਿੱਤੀ ਤੌਰ 'ਤੇ ਸਵੈ ਨਿਰਭਰ ਹੋਣੇ ਜ਼ਰੂਰੀ ਹੋ। ਉਹ ਭਾਵੇਂ ਫਿਰ ਤੁਸੀਂ ਨੌਕਰੀ ਕਰਕੇ ਹੋਵੋ, ਫਿਰ ਭਾਵੇਂ ਤੁਸੀਂ ਕੋਈ ਆਪਣਾ ਕਿੱਤਾ ਕਰਕੇ ਹੋਵੋ। ਸੋ ਅੱਜ ਆਪਾਂ ਇਹੋ ਜਿਹੀ ਇੱਕ ਕਹਾਣੀ ਨਿੱਕੀ ਹੋਰਾਂ ਦੀ ਸੁਣਾਂਗੇ, ਕਿਵੇਂ ਉਹਨਾਂ ਨੇ ਸ਼ੁਰੂ ਕੀਤਾ ਅਤੇ ਕਿਵੇਂ ਉਹ ਕੁਕਿੰਗ ਪਹਿਲਾਂ ਕਰਦੇ ਸੀ ਜਾਂ ਨਹੀਂ ਕਰਦੇ ਸੀ, ਜਾਂ ਕੁਕਿੰਗ ਨੂੰ ਹੀ ਉਹਨਾਂ ਨੇ ਆਪਣਾ ਕਿੱਤਾ ਕਿਉਂ ਬਣਾਇਆ। ਉਹਨਾਂ ਦੀ ਸਾਰੀ ਜਰਨੀ 2 ਸਾਲਾਂ ਦੀ ਆਪਾਂ ਜਾਣਾਂਗੇ ਉਹਨਾਂ ਕੋਲ, ਅਤੇ ਇਹ ਵੀ ਆਪਾਂ ਪੁੱਛਾਂਗੇ ਵੀ ਵਾਹਵਾ ਪੈਸੇ ਕਮਾ ਲੈਂਦੇ ਨੇ ਕਿ ਨਹੀਂ ਕਮਾ ਲੈਂਦੇ, ਹੈ ਨਾ।
ਸੋ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਮੈਂ ਬਿਲਕੁਲ ਠੀਕ ਹਾਂ ਜੀ। ਜੀ ਆਇਆਂ ਨੂੰ ਵੀ ਸੋਸ਼ਲ ਤੇ। ਥੈਂਕ ਯੂ। ਸੋ ਤੁਹਾਡੀ ਪਹਿਲੀ ਇੰਟਰਵਿਊ ਹੈ? ਹਾਂਜੀ, ਇਹ ਮੇਰੀ ਜ਼ਿੰਦਗੀ ਦੀ ਮੈਨੂੰ ਲੱਗਦਾ ਪਹਿਲੀ ਇੰਟਰਵਿਊ ਹੈ ਜੀ। ਠੀਕ ਹੈ, ਤੇ ਸਾਨੂੰ ਥੋੜ੍ਹਾ ਜਿਹਾ ਪਹਿਲਾਂ ਆਪਣੇ ਬਾਰੇ ਦੱਸੋ ਕਿ ਤੁਹਾਡੀ ਬੈਕਗਰਾਉਂਡ ਕੀ ਹੈ, ਤੁਸੀਂ 2020 ਤੋਂ ਪਹਿਲਾਂ ਕੀ ਕਰਦੇ ਸੀ, 2019 ਤੋਂ ਪਹਿਲਾਂ ਕੀ ਕਰਦੇ ਸੀਗੇ? ਮੈਂ ਮੈਂ 18 ਸਾਲ ਦੀ ਉਮਰ ਤੋਂ ਵਰਕਿੰਗ ਹੀ ਰਹੀ ਹਾਂ। ਮੈਂ ਇੱਕ ਗ੍ਰੈਜੂਏਟ ਹਾਂ। ਮੈਂ ਫੈਸ਼ਨ ਡਿਜ਼ਾਈਨਿੰਗ ਕੀਤੀ ਹੈ ਅਤੇ ਫੈਸ਼ਨ ਫੋਟੋਗ੍ਰਾਫੀ ਕੀਤੀ ਹੈ। ਚੰਡੀਗੜ੍ਹ ਤੋਂ? ਚੰਡੀਗੜ੍ਹ ਤੋਂ ਕੀਤੀ ਹੈ। ਅਤੇ 23 ਸਾਲ 'ਚ ਮੇਰੀ ਵਿਆਹ ਹੋ ਗਿਆ ਸੀ ਮੇਰਾ, ਅਤੇ ਮੈਂ ਪੜ੍ਹਨਾ ਬਹੁਤ ਚਾਹੁੰਦੀ ਸੀਗੀ, ਪਰ ਕੁਛ ਨਾ ਕੁਛ ਇੱਦਾਂ ਦੀ ਹਾਲਾਤ ਰਹੇ ਕਿ ਮੈਂ ਫੋਕਸ ਜੌਬ 'ਤੇ ਹੀ ਰਿਹਾ ਮੇਰਾ ਜ਼ਿਆਦਾਤਰ। ਅਤੇ 29 ਸਾਲ 'ਚ ਮੇਰਾ ਬੇਟਾ ਹੋ ਗਿਆ ਸੀਗਾ। ਉਹਦੇ ਬਾਅਦ ਮੈਂ 2-3 ਸਾਲਾਂ ਦੀ ਬ੍ਰੇਕ ਲਿੱਤੀ। ਪਟਿਆਲਾ ਸ਼ਿਫਟ ਹੋਣ ਤੋਂ ਬਾਅਦ ਮੇਰਾ ਫਿਰ ਜੌਬ ਕਰਨ ਦਾ ਜੀਅ ਕੀਤਾ। ਕੁਛ ਫੈਮਿਲੀ ਨੂੰ ਸਪੋਰਟ ਕਰਨਾ ਚਾਹ ਰਹੀ ਸੀਗੀ, ਅਤੇ ਇਸ ਕਰਕੇ ਮੈਂ ਜੌਬ ਦੇ ਵਿੱਚ ਵਾਪਸ ਆਈ। ਐਗਜ਼ੈਕਟਲੀ 2020 ਮਾਰਚ ਨੂੰ ਮੈਂ 18 ਜਾਂ 19 ਤਰੀਕ ਦੇ ਨੇੜੇ ਥੋੜ੍ਹਾ ਬਿਮਾਰ ਹੋਈ, ਅਤੇ ਮੈਂ ਛੁੱਟੀਆਂ ਲੈ ਲਈਆਂ। ਉਸ ਤੋਂ ਪਹਿਲਾਂ ਮੈਂ ਕੁਛ 2 ਮਹੀਨੇ 'ਚ 10,000 ਟਰੈਵਲ ਕਰ ਚੁੱਕੀ ਸੀ ਬਿਕੋਜ਼ ਆਫ ਮਾਈ ਜੌਬ ਕਾਰਨ, ਕਿਉਂਕਿ ਮੇਰੀ ਜੌਬ ਦੀ ਰਿਕੁਆਇਰਮੈਂਟ ਸੀ ਟਰੈਵਲਿੰਗ ਕਰਨੀ। ਅੱਛਾ। ਅਤੇ ਮੈਂ ਬਹੁਤ ਥੱਕੀ ਵੀ ਹੋਈ ਸੀਗੀ, ਤਾਂ ਸ਼ਾਇਦ ਮੇਰੀ ਬੋਡੀ ਉਸ ਟਾਈਮ 'ਤੇ ਮੈਨੂੰ ਥੋੜ੍ਹਾ ਗਿਵ ਅਪ ਕਰ ਰਹੀ ਸੀ, ਅਤੇ 2 ਦਿਨ ਦੀ ਛੁੱਟੀ ਲਿੱਤੀ। ਅਤੇ ਉਹ 2-3 ਦਿਨਾਂ ਦੇ ਦੌਰਾਨ ਮੈਂ ਦੇਖਿਆ ਕਿ ਮੇਰੀ ਜਿਹੜੀ ਇਮੀਡੀਏਟ ਬੌਸ ਸੀਗੇ ਉਹ ਕਾਫੀ ਖਫਾ ਹੋ ਗਏ ਮੇਰੇ ਤੋਂ, ਕਿਉਂਕਿ ਉਹਨਾਂ ਨੂੰ ਪਸੰਦ ਨਹੀਂ ਸੀ ਕਿ ਆਫ ਲਿੱਤਾ ਜਾਵੇ। 21 ਜਾਂ 22 ਤਰੀਕ ਨੂੰ ਤਾਂ ਲੋਕਡਾਊਨ ਹੀ ਲੱਗ ਗਿਆ ਸੀ। ਪਹਿਲੀ ਤਰੀਕ 'ਤੇ ਖਰਚੇ ਆਏ ਖੜੇ ਸੀਗੇ, ਸਾਰਿਆਂ ਦੀ ਸੈਲਰੀ ਆ ਗਈ ਅਤੇ ਮੇਰੀ ਸੈਲਰੀ ਨਹੀਂ ਆਈ। ਅੱਛਾ। ਅਤੇ ਪੁੱਛਣ ਦੇ ਕਾਰਨ ਪੁੱਛਿਆ ਗਿਆ, ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਉੱਪਰ ਵਾਲੇ ਰੈਂਕ ਦੇ ਲੋਕ ਨੇ ਉਹਨਾਂ ਦੀ ਸੈਲਰੀ ਨੂੰ ਥੋੜ੍ਹਾ ਜਿਹਾ ਅਸੀਂ ਹੌਲੀ ਪਾਵਾਂਗੇ ਅਤੇ ਥੱਲੇ ਵਾਲਿਆਂ ਨੂੰ ਅਸੀਂ ਦੇ ਦਿੰਦੇ ਹਾਂ। ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਇੰਨੀ ਮਿਹਨਤ ਕਰਕੇ ਉੱਪਰ ਵਾਲਾ ਰੈਂਕ ਲਿੱਤਾ ਔਰ ਉਹ ਰੈਂਕ ਮੇਰੇ ਹੁਣ ਇਸ ਵੇਲੇ ਮੇਰੇ ਕਿਸੇ ਕੰਮ ਨਹੀਂ ਆ ਰਿਹਾ। ਬਾਰ-ਬਾਰ ਰਿਕੁਐਸਟ ਕਰਨ ਦੇ ਬਾਅਦ ਵੀ ਸੈਲਰੀ ਨਹੀਂ ਪਾਈ ਗਈ ਬੈਂਕ 'ਚ। ਇੱਕ ਨਫ਼ਰਤ ਜੀ ਹੋਣੀ ਸ਼ੁਰੂ ਹੋ ਗਈ ਸੀਗੀ ਕਿ ਮੈਂ ਇੰਨੀ ਮਿਹਨਤ ਕਿਉਂ ਕੀਤੀ ਕਿਸੇ ਲਈ, ਕਿਸੇ ਦੇ ਪ੍ਰੋਡਕਟ ਲਈ। ਸੋ ਮੇਰਾ ਪਿਛਲੇ 15 ਸਾਲ ਦਾ ਐਕਸਪੀਰੀਅੰਸ ਜਦੋਂ ਮੈਂ ਨਜ਼ਰ ਘੁਮਾ ਕੇ ਦੇਖਿਆ ਤਾਂ ਐਕਚੁਅਲੀ ਬਾਰ-ਬਾਰ ਇਹ ਹੋ ਰਿਹਾ ਸੀ। ਕਦੀ ਸਾਡੇ ਸੁਪੀਰੀਅਰ ਸਾਨੂੰ ਦਬਾਉਂਦੇ ਸੀਗੇ, ਕਦੀ ਸੈਲਰੀ ਨਹੀਂ ਦਿੰਦੇ ਸੀ, ਕਦੀ ਪ੍ਰਮੋਸ਼ਨ ਰੋਕ ਲੈਂਦੇ ਸੀ, ਕਦੀ ਬਹੁਤ ਕੁਝ ਹੁੰਦਾ ਸੀਗਾ। ਮੈਂਟਲ ਸਟ੍ਰੈਸ ਬਹੁਤ ਰਿਹਾ ਇਹਨਾਂ ਨੌਕਰੀਆਂ 'ਚ, ਬਿਕੋਜ਼ ਇੱਕ ਪ੍ਰੈਸ਼ਰ ਰਹਿੰਦਾ ਤੁਹਾਨੂੰ ਪਰਫਾਰਮੈਂਸ ਦਾ। ਉਸ ਪ੍ਰੈਸ਼ਰ ਤੋਂ ਵੀ ਮੈਂ ਥੋੜ੍ਹਾ ਆਪਣੇ ਆਪ ਨੂੰ ਹੁਣ ਹਟਾਉਣਾ ਚਾਹ ਰਹੀ ਸੀ। ਕੁਛ ਅਪ੍ਰੈਲ ਦੇ ਮਹੀਨੇ 'ਚ ਸਾਰੇ ਲੋਕ ਆਪਣੀ ਫੇਸਬੁੱਕ 'ਤੇ ਫੋਟੋਆਂ ਪਾ ਰਹੇ ਸੀ ਖਾਣੇ ਦੀਆਂ, ਕਿਉਂਕਿ ਫ੍ਰੀ ਬੈਠੇ ਸੀ ਸਭ। ਮੈਂ ਵੀ ਐਵੇਂ ਫੋਟੋਆਂ ਖਿੱਚ ਕੇ ਪਾਉਣੀਆਂ ਸ਼ੁਰੂ ਕੀਤੀਆਂ ਘਰੇ, ਜੋ ਵੀ ਬਣਦਾ ਸੀ। ਕਦੀ ਮੇਰੇ ਮਦਰ ਇਨ ਲਾਅ ਬਣਾਉਂਦੇ ਸੀ ਅਤੇ ਕਦੀ ਮੈਂ ਬਣਾਉਂਦੀ ਸੀ। ਮੈਨੂੰ ਫੋਟੋਗ੍ਰਾਫੀ ਦਾ ਬਹੁਤ ਹੀ ਸ਼ੌਕ ਸੀ, ਅਤੇ ਮੈਂ ਰੋਜ਼ ਸਜਾ ਕੇ ਖਾਣਾ ਦੀ ਫੋਟੋਆਂ ਪਾਉਣੀਆਂ। ਅਤੇ ਉੱਧਰੋਂ ਹੀ ਗੱਲ ਕਰਦੇ ਇੱਕ ਦਿਨ ਦਿਮਾਗ 'ਚ ਆਇਆ ਕਿ ਮੈਂ ਆਪਣਾ ਪ੍ਰੋਡਕਟ ਕਿਉਂ ਨਹੀਂ ਬਣਾਉਂਦੀ, ਮਤਲਬ ਕਦ ਤੱਕ ਨੌਕਰੀ ਦਾ ਸਿਲਸਿਲਾ ਰਹੂਗਾ, ਕੋਈ ਪ੍ਰੋਡਕਟ ਮੇਰੇ। ਇਸੇ ਗੱਲ 'ਤੇ ਮੈਂ ਰੋਜ਼ ਇਸੇ ਥੋਟ 'ਤੇ ਸੋਚਣਾ ਅਤੇ ਸੌ ਜਾਣਾ। ਇੰਟਰਨੈੱਟ 'ਤੇ ਬਹੁਤ ਲੱਭਣਾ ਕਿ ਕਿਹੜਾ ਪ੍ਰੋਡਕਟ ਬਣਾਵਾਂ। ਕਿਸੇ ਦਾ ਪ੍ਰੋਡਕਟ ਲੈਣਾ ਤਾਂ ਮਤਲਬ ਫਿਰ ਉੱਥੇ ਉਲਝ ਜਾਣਾ, ਕਿਸੇ ਲਈ ਨੌਕਰੀ ਕਰਨੀ ਮਤਲਬ ਫਿਰ ਉੱਥੇ ਪਹੁੰਚ ਜਾਣਾ। ਇਸੇ ਤਰ੍ਹਾਂ ਇੱਕ ਦਿਨ ਜਦੋਂ ਫੋਟੋਆਂ ਖਾਣੇ ਦੀ ਮੈਂ ਸ਼ੇਅਰ ਕਰ ਰਹੀ ਸੀ, ਅਤੇ ਇੱਕ ਮੇਰੇ ਬੜੇ ਅਜ਼ੀਜ਼ ਦੋਸਤ ਨੇ ਮੈਨੂੰ ਫ਼ੋਨ ਕਰਕੇ ਕਿਹਾ ਕਿ ਨਿੱਕੀ ਦੀਦੀ ਤੁਸੀਂ ਬਿਰਿਆਨੀ ਬਣਾ ਸਕਦੇ ਹੋ ਸਾਡੇ ਲਈ। ਮੈਂ ਬਿਲਕੁਲ ਕਲੀਨ ਸਲੇਟ ਵਾਂਗੂ, ਮਤਲਬ ਮੇਰੇ ਦਿਮਾਗ 'ਚ ਕੋਈ ਜ਼ਿਹਨ 'ਚ ਮੇਰੇ ਨਹੀਂ ਕਿ ਮੈਂ ਕੋਈ ਕੰਮ ਕਰਨਾ ਹੈ ਖਾਣੇ ਦਾ ਜਾਂ ਕੁਝ। ਅਤੇ ਮੈਂ ਉਹਨੂੰ ਕਿਹਾ ਕਿ ਹਾਂ ਮੈਂ ਬਣਾ ਸਕਦੀ ਹਾਂ। ਅਤੇ ਉਹਨਾਂ ਨੇ ਕਿਹਾ ਕਿ ਉਹ ਖਾਣੇ ਦਾ ਆਰਡਰ ਮੇਰੇ ਲਈ ਨਹੀਂ ਹੈ, ਮੇਰਾ ਕੋਈ ਦੋਸਤ ਹੈ ਅਤੇ ਤੁਹਾਨੂੰ ਚਾਰਜ ਕਰਨਾ ਪੈਣਾ ਉਹਦੇ। ਅੱਛਾ। ਅਤੇ ਮੈਂ ਮਨਿੰਦਰ ਨੂੰ ਕਿਹਾ ਕਿ ਮਨਿੰਦਰ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਕੋਸਟਿੰਗ ਕੀ ਹੁੰਦੀ ਹੈ, ਕਿਵੇਂ ਕਰੀਦੀ ਹੈ, ਕਿਉਂਕਿ ਖਾਣਾ ਤਾਂ ਨਾ ਤਾਂ ਮੈਨੂੰ ਸ਼ੌਕ ਹੈ ਬਣਾਉਣ ਦਾ, ਅਤੇ ਜੇ ਉਹਨੇ ਦੁਬਾਰਾ ਆਰਡਰ ਪਾਤਾ ਫਿਰ ਕੀ ਕਰਾਂਗੀ। ਉਹਨੇ ਕਿਹਾ ਬਾਅਦ 'ਚ ਦੇਖਾਂਗੇ, ਫਿਲਹਾਲ ਤੁਸੀਂ ਬਣਾ ਕੇ ਦੇ ਦਿਓ। ਮੈਨੂੰ ਕੁਝ ਨਹੀਂ ਸਮਝ ਆਇਆ। ਮੈਂ ਬਿਰਿਆਨੀ ਦਾ ਜਾ ਕੇ ਗੂਗਲ ਕੀਤਾ ਅਤੇ ਬਿਰਿਆਨੀ ਬਾਈ ਕਿਲੋ ਖੁੱਲ੍ਹ ਗਿਆ। ਅਤੇ ਗੱਲ ਸੀਗੀ ਕੋਸਟਿੰਗ ਦੀ, ਪ੍ਰਾਈਸ ਕਿੰਨੇ ਰੱਖਣੇ। ਮੈਂ ਫਿਰ ਬੜੀ ਬੇਪਰਵਾਹ ਜਿਹੇ ਹੋ ਕੇ ਉਹਨਾਂ ਦਾ ਇੱਕ ਪ੍ਰਾਈਸ ਚੱਕਿਆ ਔਰ ਮੈਂ ਉਹੀ ਕੋਟ ਕਰਤਾ ਉਹਨਾਂ ਨੂੰ। ਉਹਨਾਂ ਨੇ ਸ਼ਾਮ ਨੂੰ ਆ ਕੇ ਖਾਣਾ ਵੀ ਲੈ ਲਿਆ ਅਤੇ ਪੈਸੇ ਵੀ ਪਾਤੇ ਬੈਂਕ 'ਚ। ਅੱਛਾ। ਅਗਲੇ ਦੂਜੇ ਤੀਜੇ ਦਿਨ ਉਹਨਾਂ ਦੀ ਘਰੇ ਪਾਰਟੀ ਸੀਗੀ, ਉਹਨਾਂ ਨੇ ਫਿਰ ਆਰਡਰ ਪਾਤਾ, ਪਰ ਇਸ ਵਾਰ ਆਰਡਰ ਥੋੜ੍ਹਾ ਬੜਾ ਸੀ। ਮੇਰੇ ਬੈਂਕ 'ਚ ਤਕਰੀਬਨ 2,000 ਰੁਪਏ ਪਏ ਸੀ, ਸ਼ਾਇਦ ਘੱਟ ਹੀ ਸੀਗੇ ਉਸ ਤੋਂ ਵੀ। ਮੈਂ ਸਭ ਤੋਂ ਪਹਿਲਾਂ ਜਾ ਕੇ ਬੜੀ ਜਿਹੀ ਕੜਾਈ ਖਰੀਦੀ 1600 ਰੁਪਏ ਦੀ। ਉਹ ਹੁਣ ਤੱਕ ਮੈਨੂੰ ਭੁੱਲਦੀ ਨਹੀਂ, ਕਿਉਂਕਿ ਉਸ ਤੋਂ ਪਹਿਲਾਂ ਵਾਲੇ ਆਰਡਰਸ ਤਾਂ ਘਰ ਦੇ ਸਮਾਨ ਤੋਂ ਹੀ ਬਣ ਰਹੇ ਸੀ।
ਉਹ 1600 ਦੀ ਕੜਾਈ ਲਿੱਤੀ ਗਈ ਔਰ ਫਿਰ 5 ਕਿਲੋ ਬਿਰਿਆਨੀ ਬਣਾਈ ਗਈ। ਉਹਦੇ ਬਾਅਦ ਵਰਡ ਆਫ ਮਾਊਥ ਇੰਨਾ ਸਪਰੈਡ ਹੋਇਆ, ਥੋੜਾ ਕੌਨਫੀਡੈਂਸ ਆ ਗਿਆ। ਮੈਂ ਥੋੜੇ ਦਿਨ ਲਈ ਕੰਮ ਰੋਕਿਆ ਔਰ ਸਭ ਤੋਂ ਪਹਿਲਾਂ ਮੈਂ ਇਹ ਕੀਤਾ ਕਿ ਮੈਂ ਲੋਗੋ ਕਿਉਂ ਨਾ ਬਣਵਾਵਾਂ ਕੰਪਨੀ ਦਾ। ਮੈਂ ਰਿਕੁਐਸਟ ਕੀਤੀ ਆਪਣੀ ਜਿਹੜੀ ਟੀਮ ਸੀ, ਜਿਹੜੀ ਮੇਰੇ ਨਾਲ ਜੌਬ ਕਰਦੀ ਸੀ, ਮੇਰੇ ਰਿਸ਼ਤੇ ਸਾਰਿਆਂ ਨਾਲ ਬਹੁਤ ਸੋਹਣੇ ਰਹੇ ਡਿਊਰਿੰਗ ਮਾਈ ਜੌਬ ਟੈਨਿਓਰ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੇਰੇ ਕੋਲ ਹਲੇ ਕੋਈ ਫਾਈਨੈਂਸ ਤਾਂ ਨਹੀਂ ਹੈ ਤੁਹਾਨੂੰ ਦੇਣ ਲਈ, ਪਰ ਤੁਸੀਂ ਮੈਨੂੰ 1 ਮਹੀਨੇ ਲਈ ਫੰਡਿੰਗ ਕਰ ਦਿਓ ਕਿ ਮੇਰੇ ਲੋਗੋਸ, ਪੋਸਟਰਸ ਔਰ ਮੈਨੂੰ ਲਾਂਚ ਦੇ ਦਿਓ। ਉਹਨਾਂ ਨੇ ਬੜੀ ਸੋਹਣੀ ਤਰ੍ਹਾਂ ਬਿਨਾਂ ਕੁਝ ਕਹੇ ਉਹਨਾਂ ਨੇ ਇੰਨਾ ਸੋਹਣਾ ਮੇਰਾ ਲਾਂਚ ਕਰ ਦਿੱਤਾ। ਸ਼ਾਇਦ ਪੁਰਾਣੇ ਰਿਸ਼ਤੇ ਬਹੁਤ ਸੋਹਣੇ ਸੀਗੇ ਤੇ ਮੇਰਾ ਲੋਗੋ ਲਾਂਚ ਹੋਇਆ ਔਰ ਕੰਪਨੀ ਲਾਂਚ ਕੀਤੀ ਗਈ, ਨਾਮ ਰੱਖਿਆ ਗਿਆ, ਸਾਰਾ ਕੁਝ ਹੀ ਮਤਲਬ ਆਪਣੇ ਆਪ ਹੀ ਹੁੰਦਾ ਚਲਾ ਗਿਆ। ਕੀ ਨਾਮ ਰੱਖਿਆ ਤੁਸੀਂ? ਨਿੱਕੀਜ਼ ਪਟੇਲਾ ਪਲੈਟਰ। ਕੰਮ ਮੈਂ ਆਪਣੇ ਨਾਮ ਤੋਂ ਕਿਉਂ ਸ਼ੁਰੂ ਕੀਤਾ? ਬਿਕੋਜ਼ ਮੈਨੂੰ ਇਹ ਸੀਗਾ ਕਿ ਮੇਰਾ ਨਾਮ ਹੈ, ਮੇਰਾ ਪ੍ਰੋਡਕਟ ਹੈ, ਮੈਂ ਆਪਣੇ ਨਾਮ ਤੋਂ ਹੀ ਕੰਮ ਸ਼ੁਰੂ ਕਰਨਾ ਹੈ। ਹਾਲਾਂਕਿ ਥੋੜਾ ਫੈਮਿਲੀ ਨੂੰ ਸੀਗਾ ਕਿ ਨਾਮ ਕੁਝ ਫੈਂਸੀ ਜਿਹਾ ਰੱਖਿਆ ਜਾਵੇ, ਥੋੜਾ ਜਿਹਾ ਹੁੰਦਾ ਕਿ ਯੂ نو ਡਿਫਰੈਂਟ ਜਿਹਾ ਨੇਮ ਹੋਏ, ਪਰ ਮੈਨੂੰ ਬਸ ਇਹੀ ਪਸੰਦ ਆਇਆ ਉਸ ਵਾਰ ਔਰ ਮੈਂ ਹੀ ਨਾਮ ਰੱਖ ਲਿਆ। ਲੋਗੋ ਬਣਿਆ, ਸਭ ਕੁਝ ਬਣਿਆ ਔਰ ਮੈਂ ਆਪਣੇ ਇੰਸਟਾਗ੍ਰਾਮ ਇੱਦਾਂ ਹੀ ਅਕਾਊਂਟ ਬਣਾਉਣਾ ਸ਼ੁਰੂ ਕਰ ਲਿਆ। ਸੋ ਇਹ ਸਟਾਰਟਿੰਗ ਦੀ ਜਰਨੀ ਸੀਗੀ। ਸੋ ਤੁਸੀਂ ਕੁਝ ਪੁੱਛਣਾ ਚਾਹੋਗੇ? ਦੂਜਾ ਸਵਾਲ ਮੈਂ ਇਹ ਸੋਚ ਰਹੀ ਸੀਗੀ ਜਦੋਂ ਇਹ ਆਪਣੇ ਗੱਲ ਦੱਸ ਰਹੇ ਸੀਗੇ ਕਿ ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਕਿ ਜਦੋਂ ਕੋਈ ਆਪਣਾ ਕੰਮ ਸ਼ੁਰੂ ਕਰਨ ਲਈ ਆਪਾਂ ਸੋਚਦੇ ਹਾਂ ਨਾ, ਤਾਂ ਆਪਣੇ ਦਿਮਾਗ 'ਚ ਹੁੰਦਾ ਹੈ ਕਿ ਬਹੁਤ ਸਾਰਾ ਪੈਸਾ ਹੋਊਗਾ ਤਾਂ ਮੈਂ ਸ਼ੁਰੂ ਕਰ ਸਕਦਾ, ਹੈ ਨਾ, ਲੱਖ 2 ਰੁਪਏ ਹੋਣਗੇ ਤਾਂ ਸ਼ਾਇਦ ਮੈਂ ਇਹ ਚੀਜ਼ ਸੋਚ ਸਕਦਾ। ਪਰ ਤੁਸੀਂ ਜਿਵੇਂ ਕਿਹਾ ਕਿ 2000 ਰੁਪਏ ਸੀਗੇ ਤੁਹਾਡੇ ਕੋਲ, ਹੈ ਨਾ, ਅਤੇ ਬਹੁਤ ਛੋਟੀ ਇਨਵੈਸਟਮੈਂਟ ਸੀਗੀ, ਪਰ ਉਹ ਵੀ ਆਪਾਂ ਨਾ ਕਈ ਵਾਰੀ ਹੁੰਦਾ ਕਿ ਮੇਰੇ ਕੋਲ ਇੰਨੇ ਕਿੰਨੇ ਜੇ ਮੈਂ ਇਹ ਵੀ ਖਰਚ ਲਾਂ ਤਾਂ ਮੈਨੂੰ ਉਹਦੇ ਲਈ ਵੀ ਡਰ ਲੱਗ ਰਿਹਾ ਹੁੰਦਾ ਨਾ। ਅਤੇ ਦਿਮਾਗ 'ਚ ਜਦੋਂ ਤੁਸੀਂ ਸ਼ੁਰੂਆਤ ਕੀਤੀ ਐਵੇਂ ਤਾਂ ਨਹੀਂ ਸੀਗੇ ਕਿ ਮੈਂ ਹੁਣ ਲੋਗੋ ਵੀ ਰਜਿਸਟਰਡ ਕਰਵਾ ਲਿਆ, ਮੈਂ ਮਤਲਬ ਸਾਰਿਆਂ ਨੂੰ ਇਨਫੋਰਮ ਵੀ ਕਰਤਾ, ਹੈ ਨਾ, ਅਤੇ ਉਸ ਤੋਂ ਬਾਅਦ ਜੇ ਇਸ ਚੀਜ਼ ਨੇ ਕੰਮ ਨਾ ਕੀਤਾ, ਮਤਲਬ ਸ਼ੁਰੂ ਕਰਨ ਵੇਲੇ ਪੋਜ਼ਿਟਿਵ ਸੀਗੇ ਤੁਸੀਂ ਇਸ ਚੀਜ਼ ਨੂੰ ਲੈ ਕੇ? ਇੱਕ ਬਹੁਤ ਸੋਹਣੀ ਚੀਜ਼ ਹੋ ਰਹੀ ਸੀ ਡਿਊਰਿੰਗ ਦ ਕਰੋਨਾ ਡੇਜ਼ ਕਿ ਸਾਨੂੰ ਨਾ ਅਨਸਰਟਨਟੀ ਹੋ ਗਈ ਸੀ ਲਾਈਫ ਦੀ, ਸਭ ਕੁਝ ਅਨਸਰਟਨ ਸੀ। ਉਹ ਡਰ ਮੇਰੇ ਵਿੱਚੋਂ ਨਿਕਲ ਗਿਆ ਸੀ ਕਿ ਕੱਲ੍ਹ ਨੂੰ ਕੀ ਹੋਏਗਾ, ਕਿਉਂਕਿ ਐਕਚੁਅਲੀ ਕਰੋਨਾ ਤਾਂ ਡਰਾ ਇੰਨੀ ਜ਼ੋਰ ਦੀ ਰਿਹਾ ਸੀ ਕਿ ਅਸੀਂ ਜ਼ਿੰਦਾ ਵੀ ਰਵਾਂਗੇ ਕਿ ਨਹੀਂ, ਇਹ ਵੀ ਨਹੀਂ ਸੀ ਪਤਾ। ਸੋ ਮੈਨੂੰ ਉਸ ਟਾਈਮ ਆਦਤ ਪੈ ਗਈ ਸੀ ਹਰ ਦਿਨ ਜੀਣ ਦੀ। ਕਰੋਨਾ ਕੁਝ ਐਵੇਂ ਸਿਖਾ ਗਿਆ ਸੀ ਜ਼ਿੰਦਗੀ ਜੀਣਾ, ਸ਼ਾਇਦ ਮੈਂ ਹੁਣ ਵੀ ਇੱਦਾਂ ਹੀ ਜੀਣੀ ਹੈ। ਜੋ ਅੱਜ ਮੈਂ ਕਰ ਲਿਆ ਉਹ ਮੇਰਾ ਸਾਰਾ ਕੁਝ ਫੇਸਬੁੱਕ 'ਤੇ ਹੁੰਦਾ ਹੈ, ਮੈਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਲ੍ਹ ਸਵੇਰੇ ਕੀ ਹੋਊਗਾ। ਸੋ ਮੈਂ ਬਹੁਤ ਹੀ ਕੇਅਰਲੈਸਲੀ ਔਰ ਕੇਅਰਫ੍ਰੀ ਹੋ ਕੇ ਆਪਣਾ ਕੰਮ ਸ਼ੁਰੂ ਕੀਤਾ। ਕੋਈ ਡਰ ਨਹੀਂ ਸੀ ਮੇਰੇ ਅੰਦਰ ਕਿ ਕੱਲ੍ਹ ਨੂੰ ਕੀ ਹੋਏਗਾ ਜਾਂ ਲੋਕ ਕੀ ਕਹਿਣਗੇ। ਬਿਲਕੁਲ ਬੇਫਿਕਰ ਹੋ ਕੇ ਮੈਂ ਕੰਮ ਸ਼ੁਰੂ ਕੀਤਾ ਆਪਣਾ। ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀਗੇ ਕਿ ਤੁਹਾਨੂੰ ਕੁਕਿੰਗ ਦਾ ਸ਼ੌਂਕ ਨਹੀਂ, ਮਨਿੰਦਰ ਉਹਨਾਂ ਨੇ ਜਦੋਂ ਤੁਹਾਨੂੰ ਕਾਲ ਕੀਤੀ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਨੂੰ ਕੁਕਿੰਗ ਦਾ ਬਿਲਕੁਲ ਸ਼ੌਂਕ ਨਹੀਂ, ਪਰ ਫਿਰ ਕੁਕਿੰਗ ਹੀ ਕਿਉਂ? ਕਿਉਂਕਿ ਆਪਾਂ ਹਮੇਸ਼ਾ ਇਹੀ ਗੱਲ ਕਰਦੇ ਹੁੰਦੇ ਹਾਂ ਕਿ ਅਗਰ ਆਪਾਂ ਆਪਣੀ ਕੋਈ ਪਰਮਾਨੈਂਟ ਜੌਬ ਛੱਡ ਕੇ ਕੋਈ ਕੰਮ ਸ਼ੁਰੂ ਕਰਦੇ ਹਾਂ ਤਾਂ ਆਪਾਂ ਆਪਣੀ ਕੋਈ ਸ਼ੌਂਕ ਦੇ ਵਿੱਚੋਂ ਕੋਈ ਇੱਕ ਚੀਜ਼ ਸ਼ੁਰੂ ਕਰਦੇ ਹੁੰਦੇ ਹਾਂ, ਹੈ ਨਾ। ਸੋ ਕੁਕਿੰਗ ਹੀ ਕਿਉਂ ਫਿਰ? ਟੂ ਬੀ ਵੈਰੀ ਓਨੈਸਟ, ਇਸ ਚੀਜ਼ ਦਾ ਸ਼ਾਇਦ ਜਵਾਬ ਮੈਂ ਆਪ ਹੁਣ ਵੀ ਨਹੀਂ ਦੇ ਪਾਈ, ਕਿਉਂਕਿ ਕੁਕਿੰਗ ਮੇਰੀ ਉਸ ਵੇਲੇ ਤਾਂ ਬਿਲਕੁਲ ਵੀ ਮੇਰੇ ਦਿਮਾਗ 'ਚ ਜਾਂ ਮੇਰਾ ਕੋਈ ਪੈਸ਼ਨ ਵੀ ਨਹੀਂ ਸੀ, ਜਾਂ ਮੈਂ ਇਹ ਕਹਾਂ ਕਿ ਪਹਿਲਾਂ ਵੀ ਮੈਂ ਕੋਈ ਕੁਕਿੰਗ ਕਰਦੀ ਸੀ। ਹਾਂ, ਮੈਨੂੰ ਖਾਣਾ ਖਿਲਾਉਣ ਦਾ ਬਹੁਤ ਸ਼ੌਕ ਹੈ। ਜਿਵੇਂ ਹੁਣ ਕੋਈ ਗੈਸਟ ਆ ਜਾਵੇ ਅਤੇ ਮੈਂ ਸ਼ਾਇਦ 10 ਚੀਜ਼ਾਂ ਬਣਾ ਲੂੰਗੀ, ਉਹ ਸ਼ੌਕ ਬਹੁਤ ਚੜ੍ਹਦਾ ਮੈਨੂੰ। ਮਤਲਬ ਸਰਵ ਕਰਨਾ ਮੈਨੂੰ ਬਹੁਤ ਪਸੰਦ ਸੀ। ਸ਼ਾਇਦ ਉਸੇ ਸ਼ੌਕ ਨੇ ਜਦ ਕੋਈ ਮੈਨੂੰ ਕੋਈ ਪਿਆਰ ਨਾਲ ਕਹਿ ਦਿੰਦਾ ਕਿ ਇਹ ਬਣਾ ਦਿਓ, ਚਾਹੇ ਮੈਨੂੰ ਨਹੀਂ ਵੀ ਆਉਂਦਾ ਅਤੇ ਮੈਂ ਰੈਸਪੀਸ ਲੱਭ ਕੇ YouTube ਤੋਂ ਬਣਾ ਕੇ ਦੇ ਦਿੰਦੀ ਹਾਂ। ਸੋ ਇਹੀ ਚੀਜ਼ ਉਸ ਦਿਨ ਹੋਈ ਜਿਹੜੀ ਜਿੰਨੇ ਪਿਆਰ ਨਾਲ ਸ਼ਾਇਦ ਮੈਨੂੰ ਮਨਿੰਦਰ ਨੇ ਕਿਹਾ ਉਸ ਦਿਨ ਕਿ ਤੁਸੀਂ ਬਣਾ ਦੋਗੇ, ਮੈਨੂੰ ਲੱਗਦਾ ਕਿ ਸ਼ਾਇਦ ਉਹੀ ਚੀਜ਼ ਮੈਨੂੰ ਅੱਗੇ ਲੈ ਗਈ। ਉਹ ਕੌਨਫੀਡੈਂਸ ਥੋੜ੍ਹਾ ਜਿਹਾ, ਕਿ ਇੱਕ ਕੌਨਫੀਡੈਂਸ ਹੋਣਾ ਜ਼ਰੂਰੀ ਹੁੰਦਾ ਥੋੜ੍ਹਾ ਜਿਹਾ। ਸੋ ਆਈ ਥਿੰਕ ਉਹ ਕੌਨਫੀਡੈਂਸ ਮੈਨੂੰ ਹੋਰ ਅੱਗੇ ਲੈ ਆਇਆ। ਇੱਕ ਵਾਰ ਰਿਵਿਊ ਅੱਛਾ ਆ ਗਿਆ, ਉਹਦੇ ਬਾਅਦ ਕੌਨਫੀਡੈਂਸ ਬਿਲਟ ਹੁੰਦਾ ਹੀ ਚਲਾ ਗਿਆ। ਪਰ ਜਿਵੇਂ ਇੱਕ ਸਿਕਿਉਰ ਜੌਬ ਤੁਸੀਂ ਛੱਡੀ ਸੀਗੀ, ਤਾਂ ਹਰ ਇੱਕ ਦੀ ਲਾਈਫ ਦੇ ਵਿੱਚ ਇਹ ਮੂਮੈਂਟ ਕਈ ਵਾਰੀ ਆਉਂਦਾ, ਅਤੇ ਜਦੋਂ ਆਉਂਦਾ ਆ ਤਾਂ ਆਪਾਂ ਸਾਰੇ ਇੱਕ ਵਾਰੀ ਤਾਂ ਹੁੰਦਾ ਕਿ ਨਹੀਂ, ਮੇਰੀ ਜੌਬ ਆ ਜਿਹੜੀ ਉਹ ਪਰਮਾਨੈਂਟ ਮੇਰਾ ਇਨਕਮ ਸੋਰਸ ਆ, 1 ਤਰੀਕ ਨੂੰ ਜਾਂ ਇੰਨੀ ਤਰੀਕ ਨੂੰ ਮੇਰੇ ਅਕਾਊਂਟ 'ਚ ਇੰਨੇ ਪੈਸੇ ਆ ਜਾਣੇ ਆ। ਅਤੇ ਕਈ ਵਾਰੀ ਸਿਰਫ ਉਹ ਆਪਾਂ ਅਕਾਊਂਟ ਫਿਗਰ ਦੇਖ ਕੇ ਨਾ ਬਹੁਤ ਸਾਰਾ ਮੈਂਟਲ ਪ੍ਰੈਸ਼ਰ ਵੀ ਝੱਲਦੇ ਰਹਿੰਦੇ ਹਾਂ, ਹੈ ਨਾ। ਆਪਣੀ ਜੌਬ ਦੀ ਜੋ ਟੌਕਸਿਟੀ ਹੁੰਦੀ ਆ ਉਹਨੂੰ ਵੀ ਆਪਾਂ ਝੱਲਦੇ ਰਹਿੰਦੇ ਹਾਂ ਕਿ ਨਹੀਂ ਚਲੋ ਠੀਕ ਆ, ਕੋਈ ਗੱਲ ਨਹੀਂ। ਉਦੋਂ ਤੁਸੀਂ ਡਬਲ ਮਾਈਂਡਡ ਸੀ ਜਾਂ ਜੌਬ ਜਾਣ ਦਾ ਕੋਈ ਰਿਗਰੈਟ ਸੀਗਾ ਤੁਹਾਨੂੰ? ਮੈਂ ਜਿਵੇਂ ਦੱਸਿਆ ਕਿ ਜੋ ਮੇਰਾ ਐਕਸਪੀਰੀਅੰਸ ਸੀਗਾ ਆਫਟਰ ਕਰੋਨਾ, ਜਿਵੇਂ ਮੈਂ ਬਿਮਾਰ ਹੋਈ ਔਰ ਪਹਿਲੀ ਤਾਰੀਖ ਨੂੰ ਨਾ ਸੈਲਰੀ ਆਉਂਦਾ, ਉਸ ਤੋਂ ਪਹਿਲਾਂ ਵੀ ਕਈ ਮਹੀਨਿਆਂ ਤੋਂ ਇਹੀ ਹੋ ਰਿਹਾ ਸੀਗਾ ਕਿ ਸੈਲਰੀ ਮੰਗਣ 'ਤੇ ਵੀ ਨਹੀਂ ਸੈਲਰੀ ਮਿਲ ਰਹੀ ਸੀ। ਸੋ ਆਈ ਥਿੰਕ ਉੱਥੇ ਜਾ ਕੇ ਸ਼ਾਇਦ ਥੋੜ੍ਹਾ ਜਿਹਾ ਮੈਂ ਸਟਰੋਂਗ ਹੁੰਦੀ ਜਾ ਰਹੀ ਸੀ ਬਾਰ-ਬਾਰ, ਕਿਉਂਕਿ ਕਹਿੰਦੇ ਸਾਈਨ ਸਾਨੂੰ ਮਿਲਦੇ ਨੇ, ਆਪਾਂ ਕਈ ਵਾਰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ।
ਸੋ ਉਹ ਸਾਈਨ ਮੈਨੂੰ ਜਦੋਂ ਲਾਸਟ ਮਿਲਿਆ ਉਹਦੇ ਬਾਅਦ ਮੈਂ ਇਸ ਗੱਲ ਨੂੰ ਤਾਂ ਫੜ ਕੇ ਬੈਠ ਹੀ ਗਈ ਸੀ ਕਿ ਮੈਂ ਹੁਣ ਨੌਕਰੀ ਨਹੀਂ ਕਰਾਂਗੀ, ਜੋ ਮਰਜ਼ੀ ਹੋ ਜਾਏ। ਜਦੋਂ ਲੋਕਡਾਊਨ ਖੁੱਲਿਆ ਮੇਰੀ ਸੱਸ ਨੇ ਕਿਹਾ ਵੀ ਮੈਨੂੰ ਕਿ ਤੂੰ ਹੁਣ ਇਹ ਕੰਮ ਛੱਡ ਸਾਰੇ ਤੇ ਤੂੰ ਆਪਣੀ ਨੌਕਰੀ ਤੇ ਵਾਪਸ ਚਲੀ ਜਾ। ਮੈਂ ਸਾਫ਼-ਸਾਫ਼ ਆਪਣੀ ਫੈਮਿਲੀ ਨੂੰ ਕਹਿਤਾ ਸੀਗਾ ਕਿ ਵੀ ਅਗਰ ਕੰਮ ਕਰਾਂਗੇ ਤਾਂ ਇਹੀ ਕਰਾਂਗੇ, ਨਹੀਂ ਤਾਂ ਨਹੀਂ ਕਰਾਂਗੇ ਕੋਈ ਕੰਮ। ਸੋ ਇਹੀ ਚੱਲ ਰਿਹਾ ਔਰ ਇਸੇ ਚੀਜ਼ ਨੂੰ ਮੈਂ ਕੰਟੀਨਿਊ ਕਰਦੀ ਰਹੀ ਐਵਰੀ ਡੇ। ਮੈਨੂੰ ਐਵੇਂ ਹੀ ਵੱਧਦਾ ਚਲਾ ਗਿਆ, ਰੋਜ਼ ਕਿਸੇ ਨਾ ਕਿਸੇ ਦਾ ਕੋਈ ਨਵੀਂ ਖੁਆਇਸ਼ ਆ ਜਾਂਦੀ ਸੀਗੀ ਔਰ ਮੈਨੂੰ ਇਸੇ ਤਰ੍ਹਾਂ ਐਕਸਟੈਂਡ ਹੁੰਦਾ ਚਲਾ ਗਿਆ। ਕਈ ਵਾਰੀ ਹੁੰਦਾ ਨਾ ਜਿਵੇਂ ਪਰਿਵਾਰ 'ਚ ਤੁਸੀਂ ਕਹਿੰਦੇ ਹੋ ਕਿ ਮਤਲਬ ਆਪਾਂ ਨੂੰ ਹੁੰਦਾ ਕਿ ਥੋੜਾ ਜਿਹਾ ਫੈਮਿਲੀ ਸਟੇਟਸ ਹੈਗਾ ਹੈ ਨਾ, ਵੀ ਕੁਕਿੰਗ ਨੂੰ ਆਪਾਂ ਇਹ ਨਹੀਂ ਮੰਨਦੇ ਕਿ ਤੁਸੀਂ ਇਹ ਸਕਿੱਲ ਨੂੰ ਬਹੁਤ ਪ੍ਰੋਫੈਸ਼ਨਲੀ ਹੈ ਨਾ ਬਹੁਤ ਅੱਗੇ ਲੈ ਜਾਓਗੇ, ਜਾਂ ਘਰਦਿਆਂ ਨੂੰ ਹੁੰਦਾ ਕਿ ਜਦ ਤੱਕ ਤੂੰ ਇੱਕ ਰੈਸਟੋਰੈਂਟ ਖੋਲ ਲਾ ਜਾਂ ਕੁਛ ਇਦਾਂ ਦਾ, ਮਤਲਬ ਇੰਨੇ ਛੋਟੇ ਬਜਟ ਤੋਂ ਵੱਡਾ ਕਰੋ ਹੈ ਨਾ। ਤੇ ਇਦਾਂ ਮਤਲਬ ਇੰਨੇ ਛੋਟੇ ਲੈਵਲ ਤੋਂ ਜਦੋਂ ਤੁਸੀਂ ਸ਼ੁਰੂ ਕਰਨ ਬਾਰੇ ਸੋਚਿਆ, ਖਾਸ ਕਰਕੇ ਹੋਮ ਕੁਕਿੰਗ ਹੁੰਦੀ ਹੈ ਜਿਹੜੀ ਹੋਮ ਕਿਚਨ ਹੈ ਨਾ, ਇਦਾਂ ਦਾ ਆਪਾਂ ਕੁਝ ਜਦੋਂ ਕਰਦੇ ਹਾਂ ਤਾਂ ਫੈਮਿਲੀ ਨੂੰ ਹੁੰਦਾ ਵੀ ਤੁਸੀਂ ਕੀ ਤੋਂ ਡਿਲੀਵਰ ਕਰਾਓਗੇ, ਕੋਈ ਘਰੇ ਲੈਣ ਆਏਗਾ, ਉਹ 'ਚ ਵੀ ਪ੍ਰੋਬਲਮ ਆ ਹੈ ਨਾ। ਤੇ ਇਦਾਂ ਉਹਨਾਂ ਦਾ ਰਿਸਪਾਂਸ ਕਿਵੇਂ ਦਾ ਸੀਗਾ ਕਿ ਇੰਨੇ ਛੋਟੇ ਲੈਵਲ ਤੋਂ ਸ਼ੁਰੂ ਕਰਨ 'ਚ? ਮੈਨੂੰ ਐਂ ਲੱਗਦਾ ਕਿ ਫਿਰ ਮੈਂ ਦੁਬਾਰਾ ਕਰੋਨਾ ਦੀ ਗੱਲ ਹੀ ਕਰਾਂਗੀ। ਸ਼ਾਇਦ ਉਸ ਟਾਈਮ 'ਤੇ ਸਭ ਲੋਕ ਆਪਣਾ ਟੈਲੈਂਟ ਡਿਸਕਵਰ ਕਰ ਰਹੇ ਸੀ। ਕਈ ਵਾਰ ਐਂ ਹੁੰਦਾ ਕਿ ਫੈਮਿਲੀ ਵਾਲਿਆਂ ਨੂੰ ਮੈਨੂੰ ਲੱਗਦਾ ਕਿ ਫ੍ਰੀ ਬੈਠਣ ਤੋਂ ਕੁਛ ਤਾਂ ਸ਼ੁਰੂ ਕਰੋ, ਕੁਛ ਤਾਂ ਕਰੋ। ਸੋ ਮੈਨੂੰ ਲੱਗਦਾ ਕਿ ਖੁਦ ਇੱਕ ਸਭ ਤੋਂ ਅੱਛੀ ਗੱਲ ਸੀ ਕਿ ਮੇਰੇ ਹਸਬੈਂਡ ਨੇ ਵੀ ਆਪ ਦਾ ਸਟਾਰਟਅਪ ਕੀਤਾ ਸੀ, ਅਤੇ ਸਟਾਰਟਅਪ ਕੀ ਹੁੰਦਾ ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਨੌਲੇਜ ਸੀਗੀ, ਜਿਹਦੇ ਕਰਕੇ ਉਹਨਾਂ ਨੇ ਮੈਨੂੰ ਫ੍ਰੀ ਹੈਂਡ ਦਿੱਤਾ ਕਿ ਤੁਸੀਂ ਜੋ ਤੁਹਾਨੂੰ ਜਿਵੇਂ ਕੰਮ ਕਰਨਾ ਤੁਸੀਂ ਕਰੋ। ਮੈਨੂੰ ਫੈਮਿਲੀ ਵੱਲੋਂ ਕੋਈ ਪ੍ਰੈਸ਼ਰ ਕਿਸੇ ਤਰ੍ਹਾਂ ਦਾ ਨਹੀਂ ਆਇਆ, ਕਿਉਂਕਿ ਆਈ ਥਿੰਕ ਮੈਂ ਬਹੁਤ ਐਡਮੈਂਟ ਸੀਗੀ। ਕਹਿੰਦੇ ਇੱਕ ਬੰਦੇ ਦਾ ਸੁਭਾਅ ਸ਼ਾਇਦ ਫੈਮਿਲੀ ਨੂੰ ਸਭ ਤੋਂ ਜ਼ਿਆਦਾ ਪਤਾ ਹੁੰਦਾ ਹੈ, ਅਤੇ ਸ਼ਾਇਦ ਫੈਮਿਲੀ ਨੂੰ ਪਤਾ ਸੀ ਕਿ ਜਿਸ ਚੀਜ਼ 'ਤੇ ਅੜ ਗਈ ਹੈ ਤਾਂ ਹੁਣ ਇਹ ਕਰਕੇ ਹੀ ਛੱਡੇਗੀ। ਤਾਂ ਉਹਨਾਂ ਨੇ ਮੈਨੂੰ ਬਹੁਤ ਹੀ ਫ੍ਰੀ ਵਿਲ ਦੇ ਨਾਲ ਕਿਹਾ ਕਿ ਤੁਸੀਂ ਕਰ ਸਕਦੇ ਹੋ ਕੰਮ। ਮੈਨੂੰ ਕਦੀ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਦੇਖਣੀ ਪਈ। ਪਰ ਜਿਵੇਂ ਹੁਣੇ ਆਪਾਂ ਗੱਲ ਕਰ ਰਹੇ ਸੀਗੇ ਇਸ ਤੋਂ ਪਹਿਲਾਂ ਵੀ ਕਿ ਕਈ ਵਾਰੀ ਨਾ ਜਿਵੇਂ ਤੁਸੀਂ ਆਪਣੀਆਂ ਫਰੈਂਡਸ ਦੇ ਨਾਲ ਗੱਲ ਕਰਦੇ ਹੋ ਜਾਂ ਉੱਦਾਂ ਵੀ ਆਪਾਂ ਜਦੋਂ ਕਿਸੇ ਦੇ ਨਾਲ ਬੈਠੇ ਵੀ ਗੱਲ ਕਰਦੇ ਹਾਂ ਤਾਂ ਅਗਲਾ ਕਹਿੰਦਾ ਕਿ ਮੈਂ ਵੀ ਤੇਰੇ ਵਾਂਗੂ ਇੰਡੀਪੈਂਡੈਂਟ ਹੋਣਾ ਚਾਹੁੰਦਾ ਜਾਂ ਚਾਹੁੰਦੀ ਹਾਂ, ਪਰ ਮੇਰੀ ਫੈਮਿਲੀ ਅਲਾਉ ਨਹੀਂ ਕਰਦੀ ਹੈਗੀ ਹੈ ਨਾ। ਪਰ ਤੁਸੀਂ ਇਹਨੂੰ ਐਕਸਕਿਊਜ਼ ਮੰਨਦੇ ਹੋ? ਜੇ ਤੁਸੀਂ ਮੈਨੂੰ ਹੁਣੇ ਇਸ ਵਕਤ ਫਿਲਹਾਲ ਦੀ ਘੜੀ 'ਚ ਮੈਨੂੰ ਪੁੱਛੋ, ਮੈਨੂੰ ਐਕਸਕਿਊਜ਼ ਲੱਗਦਾ ਹੈ। ਮੈਨੂੰ ਨਹੀਂ ਪਤਾ ਮੇਰੇ ਵਿਚਾਰ ਸ਼ਾਇਦ ਕੱਲ੍ਹ ਨੂੰ ਬਦਲ ਜਾਣ, ਪਰ ਫਿਲਹਾਲ ਦੀ ਘੜੀ ਮੈਨੂੰ ਇਹ ਐਕਸਕਿਊਜ਼ ਲੱਗਦਾ ਹੈ ਕਿਉਂਕਿ ਇਹ ਦੀਵਾਰਾਂ ਅਸੀਂ ਆਪ ਹੀ ਖੜੀ ਕੀਤੀਆਂ ਹੁੰਦੀਆਂ ਨੇ। ਕਈ ਵਾਰ ਅਸੀਂ ਕਿਸੇ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਉਂਦੇ ਕਹਿੰਦੇ ਹਾਂ ਕਿ ਅਸੀਂ ਕਈ ਵਾਰ ਫੈਮਿਲੀ ਨੂੰ ਬਲੇਮ ਕਰ ਦਿੰਦੇ ਹਾਂ, ਆਪਣੇ ਹਸਬੈਂਡ ਨੂੰ ਬਲੇਮ ਕਰ ਦਿੰਦੇ ਹਾਂ, ਆਪਣੇ ਬੱਚਿਆਂ ਨੂੰ, ਔਰ ਕਦੀ ਕਦੀ ਆਪਣੇ ਫਾਦਰ ਜਾਂ ਭਰਾ ਨੂੰ ਵੀ ਬਲੇਮ ਕਰ ਦਿੰਦੇ ਹਾਂ। ਕਈ ਵਾਰ ਕੀ ਹੁੰਦਾ ਕਿ ਇੱਕ ਵਾਰ ਤੁਹਾਨੂੰ ਸਟੈਪ ਲੈਣਾ ਪੈਂਦਾ ਹੈ। ਜੇ ਤੁਸੀਂ ਇੱਕ ਵਾਰ ਕਰਕੇ ਦਿਖਾ ਦਿੰਦੇ ਹੋ, ਮੈਨੂੰ ਲੱਗਦਾ ਕਿ ਤੁਹਾਨੂੰ ਕੋਈ ਰੋਕ ਨਹੀਂ ਸਕਦਾ, ਕਿਉਂਕਿ ਇਹ ਕੰਮ ਮਿਹਨਤ ਦਾ ਹੈ। ਮਿਹਨਤ ਵਾਲਾ ਕੰਮ ਰੋਕਣ ਲਈ ਮਤਲਬ ਮੈਨੂੰ ਨਹੀਂ ਲੱਗਦਾ ਕਿ ਕੋਈ ਰੋਕ ਸਕਦਾ। ਨਾ ਹੀ ਮੈਂ ਬਿਲੀਵ ਕਰਦੀ ਹਾਂ ਇਸ ਚੀਜ਼ ਨੂੰ ਲੈ ਕੇ। ਇਹ ਸਾਰਾ ਕੁਝ ਲਿੰਕਡ ਹੈ ਤੁਹਾਡੇ ਕੌਨਫੀਡੈਂਸ ਨਾਲ। ਅਸੀਂ ਬਹੁਤ ਵਾਰ ਮੇਰੇ ਖੁਦ ਦੇ ਸਰਕਲ 'ਚ 99% ਫੀਮੇਲਸ ਮੈਂ ਆਪ ਦੇਖੀਆਂ ਨੇ ਜਿਹੜਾ ਉਹ ਆਪ ਹੀ ਨਹੀਂ ਕਰਨਾ ਚਾਹੁੰਦੀਆਂ, ਪਰ ਉਹ ਬਹਾਨੇ ਕਿਸੇ ਹੋਰ ਦਾ ਨਾਮ ਲੈ ਕੇ ਉਹ ਕਰ ਦਿੰਦੀਆਂ ਨੇ। ਇਹ ਚੀਜ਼ਾਂ ਮੈਂ ਆਪ ਵੀ ਕੀਤੀਆਂ ਨੇ। ਕਈ ਵਾਰ ਜੀ ਨਹੀਂ ਕਰਦਾ ਕੁਝ ਕਰਨ ਦਾ ਅਤੇ ਅਸੀਂ ਬਹਾਨਾ ਬਣਾਉਂਦੇ ਹਾਂ। ਇਹ ਉਹੀ ਚੀਜ਼ ਹੈ, ਮੈਨੂੰ ਉੱਥੋਂ ਕਨੈਕਟ ਹੁੰਦੀ ਹੈ ਗੱਲ। ਜਿਵੇਂ ਕਈ ਵਾਰੀ ਆਪਾਂ ਜਦੋਂ ਇਦਾਂ ਦੀਆਂ ਚੀਜ਼ਾਂ ਸ਼ੁਰੂ ਕਰਦੇ ਆ ਨਾ, ਜਿਵੇਂ ਮੈਨੂੰ ਵੀ ਹੋਊਗਾ ਵੀ ਜੇ ਮੈਂ ਕਿਸੇ ਦੇ ਘਰੋਂ ਖਾਣਾ ਆਰਡਰ ਕਰ ਰਹੀ ਹਾਂ ਤਾਂ ਮੈਨੂੰ ਉਹ ਰੈਸਟੋਰੈਂਟ ਦੇ ਮੁਕਾਬਲੇ ਥੋੜ੍ਹਾ ਜਿਹਾ ਚੀਪ ਰੇਟ 'ਤੇ ਮਿਲੇ ਹੈ ਨਾ। ਪਰ ਤੁਸੀਂ ਜਦੋਂ ਸ਼ੁਰੂ ਕੀਤਾ ਤਾਂ ਇੱਕ ਬੜਾ ਨੋਨ ਬ੍ਰਾਂਡ ਤੁਸੀਂ ਉਹਦੇ ਲੈਵਲ 'ਤੇ ਜਾ ਕੇ ਆਪਣੇ ਪ੍ਰਾਈਸ ਸੈੱਟ ਕੀਤੇ ਹੈ ਨਾ। ਤਾਂ ਇਹ ਚੀਜ਼ ਨਹੀਂ ਸੀਗੀ ਕਿ ਜੇ ਸੇਲ ਨਾ ਹੋਈ ਜਾਂ ਜੇ ਆਰਡਰਸ ਨਾ ਆਏ ਹੈ ਨਾ, ਕਿਉਂਕਿ ਮਤਲਬ ਜਿਵੇਂ ਤੁਸੀਂ ਕਿਹਾ ਕਿ ਕੈਲਕੂਲੇਟ ਕਰਨ ਲੱਗ ਜਾਂਦੇ ਆ ਲੋਕ ਕਿ ਤੁਹਾਨੂੰ ਮਟੀਰੀਅਲ ਕਿੰਨੇ ਦਾ ਮਿਲਿਆ, ਉਹਦੇ 'ਚੋਂ ਤੁਸੀਂ ਕਿੰਨਾ ਪ੍ਰੋਫਿਟ ਲੈ ਰਹੇ ਹੋ ਹੈ ਨਾ। ਅਤੇ ਇੰਨਾ ਜ਼ਿਆਦਾ ਮਤਲਬ ਇੱਕ ਨੋਨ ਬ੍ਰਾਂਡ ਦੇ ਲੈਵਲ 'ਤੇ ਜਾ ਕੇ ਪ੍ਰਾਈਸ ਸੈੱਟ ਕਰਨਾ, ਇਹ ਚੀਜ਼ਾਂ ਹੈਗੀਆਂ ਸੀ ਕਨਫਿਊਜ਼ਨ ਦਿਮਾਗ 'ਚ ਕਿ ਨਹੀਂ ਸੋਚਿਆ ਕਿ ਇੱਥੋਂ ਹੀ ਕਰਨਾ ਹੈ? ਮੈਨੂੰ ਐਂ ਲੱਗਦਾ ਕਿ ਅਸੀਂ ਆਪਣੀ ਵਰਥ ਆਪ ਡਿਸਾਈਡ ਕਰਦੇ ਹਾਂ। ਇਹ ਬਹੁਤ ਬੜਾ ਚੈਪਟਰ ਹੈ ਕਿ ਤੁਸੀਂ ਆਪਣੀ ਕਾਬਲੀਅਤ ਨੂੰ ਕਿੱਥੇ ਕਿੰਨਾ ਅਹਿਮੀਅਤ ਦਿੰਦੇ ਹੋ। ਮੈਨੂੰ ਲੱਗਦਾ ਕਿ ਮੈਂ ਆਪਣੀ ਕਾਬਲੀਅਤ ਨੂੰ ਬਹੁਤ ਜ਼ਿਆਦਾ ਮਾਇਨੇ ਰੱਖਦੀ ਹਾਂ, ਮੈਂ ਆਪਣੀ ਕਦਰ ਬਹੁਤ ਕਰਦੀ ਹਾਂ, ਜਿਹਦੇ ਕਰਕੇ ਮੈਨੂੰ ਲੱਗਦਾ ਕਿ ਮੈਨੂੰ ਰਿਟਰਨ 'ਚ ਵੀ ਉਹੀ ਕਦਰ ਮਿਲਦੀ ਹੈ ਵਾਪਸ। ਕਾਫੀ ਲੋਕਾਂ ਨੇ ਮੈਨੂੰ ਇਸ ਚੀਜ਼ ਦਾ, ਮੇਰੇ ਆਪਣੇ ਖਾਸ ਦੋਸਤਾਂ ਨੇ ਕਿਹਾ ਕਿ ਇਹ ਬਹੁਤ ਐਕਸਪੈਂਸਿਵ ਹੈ, ਔਰ ਅੱਜ ਤੱਕ ਉਹਨਾਂ ਨੇ ਆਰਡਰਸ ਵੀ ਨਹੀਂ ਪਾਏ, ਜਿਨ੍ਹਾਂ ਨੂੰ ਮੈਂ ਬਹੁਤ ਖਾਸ ਮੰਨਦੀ ਸੀ। ਉਹ ਮੈਨੂੰ ਲਗਾਤਾਰ ਫੇਸਬੁੱਕ 'ਤੇ ਦੇਖਦੇ ਨੇ, ਮੇਰੇ ਰਿਵਿਊਜ਼ ਵੀ ਪੜ੍ਹਦੇ ਨੇ, ਅਤੇ ਕਈ ਲੋਕ ਤਾਂ ਛੁੱਟ ਹੀ ਗਏ, ਮਤਲਬ ਉਹ ਕਦੀ ਵਾਪਸ ਹੀ ਨਹੀਂ ਆਏ, ਉਹਨਾਂ ਨੇ ਕਦੀ ਆਰਡਰਸ ਵੀ ਨਹੀਂ ਪਾਏ। ਅਤੇ ਅੱਜ ਮੈਂ ਬੈਠੀ ਹੱਸਦੀ ਹਾਂ ਕਿ ਮੈਨੂੰ ਕਿੱਦਾਂ ਦੀ ਵਾਲ ਖੜੀ ਹੋ ਗਈ ਹੈ ਕਿ ਮੈਂ ਜੇ ਕੁਝ ਭੇਜਣਾ ਵੀ ਚਾਹਾਂ ਤਾਂ ਮੈਂ ਭੇਜ ਨਹੀਂ ਸਕਦੀ, ਕਿਉਂਕਿ ਉਹਨਾਂ ਨੂੰ ਐਂ ਲੱਗੇਗਾ ਸ਼ਾਇਦ ਮੈਂ ਉਹਨਾਂ ਦੀ ਬੇਕਦਰੀ ਕਰ ਰਹੀ ਹਾਂ, ਅਤੇ ਉੱਧਰੋਂ ਆਰਡਰ ਪਾ ਨਹੀਂ ਸਕਦੇ ਕਿਉਂਕਿ ਬ੍ਰਾਂਡ ਨੂੰ ਚੱਲਦੇ ਨੂੰ 2 ਸਾਲ ਹੋ ਗਏ। ਸੋ
ਇਹ ਸਾਰਾ ਕੁਝ ਮੈਨੂੰ ਐਂ ਲੱਗਦਾ ਕਿ ਦੈਟ ਆਪਣੀ ਵਰਥ ਤੁਸੀਂ ਆਪ ਹੀ ਬਣਾਉਂਦੇ ਹੋ। ਪੈਸੇ ਕਿੰਨੇ ਲੈਣੇ ਕੀ ਲੈਣਾ, ਇੱਕ ਨਾਰਮਲ ਸੂਟ 150 ਦਾ ਵੀ ਆਪਾਂ ਲੈ ਲੈਂਦੇ ਹਾਂ, ਉਹ 'ਚ ਵੀ ਬਹੁਤ ਸੋਹਣੇ ਲੱਗਦੇ ਆ, ਤੇ 1000 ਦਾ ਵੀ ਪਾ ਲਓ, ਉਹ 'ਚ ਵੀ ਬਹੁਤ ਸੋਹਣੇ ਲੱਗਦੇ ਆ। ਇਹ ਤਾਂ ਆਪਣੇ ਆਪ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਕਿਵੇਂ ਕਰਨਾ ਚਾਹੁੰਦੇ ਹੋ। ਮੇਰਾ ਸਵਾਲ ਤਾਂ ਸ਼ਾਇਦ ਤੁਹਾਨੂੰ ਰੈਪੀਟੀਸ਼ਨ ਲੱਗੇ, ਪਰ ਹਾਲੇ ਵੀ ਬਹੁਤ ਸਾਰੇ ਲੋਕ ਜਿਹੜੇ ਆਪਾਂ ਨੂੰ ਇਸ ਟਾਈਮ ਦੇਖ ਰਹੇ ਨੇ, ਚਾਹੇ ਉਹ ਮੇਲ ਨੇ ਚਾਹੇ ਫੀਮੇਲ ਨੇ, ਉਹ ਸ਼ਾਇਦ ਤੁਸੀਂ ਉਸ ਸਿਚੁਏਸ਼ਨ 'ਚੋਂ ਨਿਕਲ ਆਏ ਹੋ, ਪਰ ਹੋ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ ਹਾਲੇ ਵੀ ਉੱਥੇ ਸਟਰਗਲ ਕਰ ਰਹੇ ਹੋਣ ਕਿ ਜਿਵੇਂ ਬਹੁਤ ਸਾਰੇ ਲੋਕਾਂ ਨੇ ਆਪਣੀ ਰੀਸੈਂਟ ਗੱਲ ਤੇ ਕਮੈਂਟ ਕੀਤੇ ਸੀਗੇ ਕਿ ਜਿਹੜੀ ਤੁਹਾਡੀ ਨੌਕਰੀ ਹੁੰਦੀ ਹੈ ਭਾਵੇਂ ਤੁਹਾਨੂੰ ਸੈਲਫ ਇੰਡੀਪੈਂਡੈਂਟ ਕਰਦੀ ਆ, ਪਰ ਕਿਤੇ ਨਾ ਕਿਤੇ ਨੌਕਰੀਆਂ ਦੇ ਵਿੱਚ ਵੀ ਜੌਬ ਕਲਚਰ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਜਿਹੜਾ ਕਿ ਤੁਹਾਨੂੰ ਮੈਂਟਲੀ ਡਿਸਟਰਬ ਕਰ ਦਿੰਦਾ ਹੈ ਨਾ। ਅਤੇ ਕਈ ਵਾਰੀ ਆਪਾਂ ਚਾਹੁੰਦੇ ਵੀ ਹੁੰਦੇ ਹਾਂ ਕਿ ਉਸ ਮਾਹੌਲ 'ਚੋਂ ਬਾਹਰ ਨਿਕਲ ਕੇ ਆਪਣਾ ਕੁਝ ਸ਼ੁਰੂ ਕਰੀਏ, ਬਟ ਫਿਰ ਵੀ ਆਪਾਂ ਉੱਥੇ ਕੀ ਸਟਰਗਲ ਕਰਦੇ ਰਹਿੰਦੇ ਹਾਂ ਕਿ ਕਰਾਂ ਜਾਂ ਨਾ ਕਰਾਂ, ਹੈ ਨਾ। ਸੋ ਤੁਸੀਂ ਉਹ ਸਟੈਪ ਉਹ ਸਟੇਜ ਆਪਣੀ ਲਾਈਫ ਦੀ ਅੱਗੇ ਲੰਘ ਆਏ ਹੋ। ਸੋ ਇਸ ਟਾਈਮ ਜਿਹੜੇ ਲੋਕ ਇਹ ਸਟਰਗਲ ਕਰ ਰਹੇ ਨੇ ਕਿ ਆਪਣੀ ਜ਼ਿੰਦਗੀ 'ਚ ਉਹ ਕੁਛ ਆਪਣਾ ਸ਼ੁਰੂ ਕਰਨਾ ਚਾਹੁੰਦੇ ਨੇ, ਜਾਂ ਅਗਰ ਕੁਛ ਨਹੀਂ ਵੀ ਕਰ ਰਹੇ ਤਾਂ ਵੀ ਉਹ ਕੁਛ ਆਪਣਾ ਸ਼ੁਰੂ ਕਰਨਾ ਚਾਹੁੰਦੇ ਨੇ। ਕਈ ਲੋਕ ਨੇ ਜਿਹੜੀ ਆਪਣੀ ਜੌਬ ਕੁਇਟ ਕਰਕੇ ਕੋਈ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਨੇ, ਉਹਨਾਂ ਦੇ ਲਈ ਅਗਰ ਤੁਸੀਂ ਇੱਥੇ ਕੁਛ ਕਹਿਣਾ ਹੋਵੇ ਤਾਂ ਕੀ ਕਹੋਗੇ? ਮੈਂ ਇੱਥੇ ਸਿੰਪਲ ਇਹ ਜ਼ਰੂਰ ਕਹੂੰਗੀ ਕਿ ਤੁਸੀਂ ਨੌਕਰੀ ਨਾ ਛੱਡੋ ਫਿਲਹਾਲ ਦੀ ਘੜੀ, ਕਿਉਂਕਿ ਇਹ ਤੁਹਾਡਾ ਸੋਰਸ ਆਫ ਇਨਕਮ ਹੈ। ਸੋਰਸ ਆਫ ਇਨਕਮ ਤੁਹਾਡੀ ਫੈਮਿਲੀ ਦਾ ਵੀ ਸੋਰਸ ਆਫ ਇਨਕਮ ਹੈ। ਬਿਲਕੁਲ, ਉਹਨੂੰ ਤੁਸੀਂ ਛੱਡੋ ਨਾ। ਹਾਂ, ਤੁਹਾਨੂੰ ਇੱਕ ਐਤਵਾਰ ਮਿਲਦਾ ਜੇ ਤੁਸੀਂ ਮਿਹਨਤੀ ਹੈਗੇ ਹੋ, ਅਤੇ ਤੁਸੀਂ ਉਹ ਜਿਹੜਾ ਆਪਣਾ ਟੈਲੈਂਟ ਹੈ ਉਹ ਕੋਸ਼ਿਸ਼ ਕਰਕੇ ਸੰਡੇ ਨੂੰ ਕੱਢਣ ਦੀ ਕੋਸ਼ਿਸ਼ ਕਰੋ, ਚਾਹੇ ਉਹ ਕੁਕਿੰਗ ਹੀ ਸਹੀ ਜਾਂ ਕੋਈ ਵੀ, ਚਾਹੇ ਟੀਚਿੰਗ 'ਚ ਤੁਸੀਂ ਬਣਨਾ ਚਾਹੁੰਦੇ ਹੋ ਜਾਂ ਇੰਸਟੀਟਿਊਟ ਖੋਲ੍ਹਣਾ ਚਾਹੁੰਦੇ ਹੋ। ਮੈਂ ਚਾਹੂੰਗੀ ਉਹਨੂੰ ਕਿ ਤੁਸੀਂ ਜਿਸ ਦਿਨ ਤੁਹਾਡੇ ਕੋਲ ਵਕਤ ਹੈ ਉਸ ਦਿਨ ਤੋਂ ਸ਼ੁਰੂ ਕਰੋ। ਇੱਕ ਨੌਕਰੀ ਉਦੋਂ ਛੱਡੀ ਜਾਂਦੀ ਹੈ ਜਦੋਂ ਤੁਸੀਂ ਸ਼ੋਰ ਹੋ ਕਿ ਤੁਸੀਂ ਨੈਕਸਟ ਸਟੈਪ ਲਈ ਰੈਡੀ ਹੋ, ਬਿਕੋਜ਼ ਇਹ ਬਹੁਤ ਲੰਬੀ ਜਰਨੀ ਹੈ। ਇਹ ਕਦੀ ਵੀ ਤੁਹਾਨੂੰ ਇੰਸਟੈਂਟਲੀ ਰਿਜ਼ਲਟ ਨਹੀਂ ਦਿੰਦੀ, ਖਾਸ ਕਰ ਸਟਾਰਟਅਪਸ 'ਚ ਬਹੁਤ ਮਿਹਨਤ ਚਾਹੀਦੀ ਹੁੰਦੀ ਹੈ ਔਰ ਪੇਸ਼ੈਂਸ ਤਾਂ ਬਹੁਤ ਜ਼ਿਆਦਾ ਚਾਹੀਦੀ ਹੈ। ਅਤੇ ਪੇਸ਼ੈਂਸ ਮੈਨੂੰ ਐਂ ਲੱਗਦਾ ਕਿ ਵਕਤ ਆਪਣੇ ਆਪ ਲੈ ਕੇ ਆਉਂਦੀ ਹੈ। ਨੌਕਰੀ ਤਾਂ ਬਿਲਕੁਲ ਵੀ ਛੱਡਣਾ ਕੋਈ ਸੋਲੂਸ਼ਨ ਨਹੀਂ ਹੋਏਗਾ। ਤੁਸੀਂ ਪਹਿਲਾਂ ਆਪਣੇ ਆਪ ਨੂੰ ਡਿਸਕਵਰ ਕਰੋ, ਰੀਡ ਕਰੋ ਉਹਦੇ ਬਾਰੇ, ਆਪਣੇ ਜਿਹੜੇ ਨਾਲ ਦੇ ਲੋਕ ਹੈ ਉਹਨਾਂ ਦੇ ਐਕਸਪੀਰੀਅੰਸ ਸੁਣੋ ਕਿ ਉਹਨਾਂ ਦੇ ਐਕਸਪੀਰੀਅੰਸ ਕਿਵੇਂ ਰਹੇ, ਤਾਂ ਕਿ ਤੁਸੀਂ ਉਹ ਗਲਤੀਆਂ ਰਿਪੀਟ ਨਾ ਕਰ ਪਾਓ। ਅਤੇ ਮੈਨੂੰ ਲੱਗਦਾ ਇਹ ਸਹੀ ਤਰੀਕਾ ਰਹੇਗਾ ਉਹਨਾਂ ਦੇ ਵਾਸਤੇ। ਬਿਲਕੁਲ ਜੀ। ਕੀ ਚੀਜ਼ਾਂ ਤੁਸੀਂ ਬਣਾਉਂਦੇ ਹੋ ਇਸ ਵਕਤ? ਮਤਲਬ ਜਦੋਂ ਸਟਾਰਟ ਤੁਸੀਂ ਕੀਤਾ ਸੀ ਉਦੋਂ ਤੁਸੀਂ ਕਿੰਨੀਆਂ ਡਿਸ਼ਿਸ ਰੱਖੀਆਂ ਸੀਗੀਆਂ, ਅਤੇ ਹੁਣ ਉਹ ਚੀਜ਼ ਹੈ ਜਿਹੜੀ ਕਿੱਥੋਂ ਤੱਕ ਆਈ ਹੈ? ਮੈਂ ਸਟਾਰਟਿੰਗ ਤਾਂ ਬਿਰਿਆਨੀ ਤੋਂ ਹੀ ਕੀਤੀ ਸੀ। ਜੇ ਸੱਚ ਮੰਨੋ ਤਾਂ ਮੈਂ ਹੁਣ ਵੀ ਕੋਈ ਵੈਜੀਟੇਰੀਅਨ ਖਾਣਾ ਬਣਾ ਕੇ ਬਹੁਤ ਖੁਸ਼ ਨਹੀਂ ਹਾਂ। ਮੈਨੂੰ ਕਾਫੀ ਲੋਕ ਕਹਿੰਦੇ ਨੇ ਤੁਸੀਂ ਨਾਨ ਵੈਜੀਟੇਰੀਅਨ ਹੀ ਬਣਾਉਂਦੇ ਹੋ ਅਤੇ ਵੈਜੀਟੇਰੀਅਨ ਨਹੀਂ ਬਣਾਉਂਦੇ, ਅਤੇ ਮੇਰਾ ਮੈਨਿਊ ਵੈਜੀਟੇਰੀਅਨ ਨਾਨ ਵੈਜ, ਕਿਉਂਕਿ ਮੈਨੂੰ ਖੁਦ ਨੂੰ ਬਹੁਤ ਪਸੰਦ ਸੀ ਅਤੇ ਨਾਨ ਵੈਜੀਟੇਰੀਅਨ ਹੀ ਰਿਹਾ। ਸਟਾਰਟਿੰਗ 'ਚ ਸਿਰਫ 2-3 ਚੀਜ਼ਾਂ ਤੋਂ ਸ਼ੁਰੂ ਕੀਤਾ ਸੀ, ਇੱਕ ਵੈਜ ਬਿਰਿਆਨੀ, ਨਾਨ ਵੈਜ 'ਚ ਮਟਨ ਅਤੇ ਚਿਕਨ ਤੋਂ ਸ਼ੁਰੂ ਕੀਤਾ ਸੀ, ਔਰ ਇੱਕ ਮੈਂ ਲਾਲ ਮਾਸ ਬਣਾਉਂਦੀ ਹੁੰਦੀ ਸੀ। ਇਸ ਵਕਤ ਮੈਨੂੰ ਲੱਗਦਾ ਕਿ ਤਕਰੀਬਨ ਮੇਰੇ ਕੋਲ 30 ਡਿਸ਼ਿਸ ਹੈਗੀਆਂ, 30 ਡਿਸ਼ਿਸ ਨੇ। ਅਤੇ ਜਿਵੇਂ ਜਿਵੇਂ ਰਿਕੁਐਸਟ ਆਉਂਦੀ ਰਹੀ, ਜਿਵੇਂ ਮੈਂ YouTube ਦੇਖ ਕੇ ਸਿੱਖੀ ਗਈ, ਉੱਦਾਂ ਮੇਰੇ ਪੋਸਟਰਸ ਮੈਂ ਬਣਾਉਂਦੀ ਰਹੀ, ਔਰ ਉੱਦਾਂ ਦਾ ਕਰਕੇ ਮੇਰਾ ਮੈਨਿਊ ਐਵਰੀ ਡੇ ਨਇਆ ਮੈਨਿਊ ਮੈਂ ਆਪਣੇ ਕਲਾਇੰਟਸ ਨੂੰ ਪੋਸਟ ਕਰਦੀ ਹਾਂ, ਅਤੇ ਉਹਨਾਂ 'ਚ ਕਦੀ ਨਾ ਕਦੀ ਨਈ ਡਿਸ਼ ਹੁੰਦੀ ਹੈ। ਸੋ ਇਸ ਤਰ੍ਹਾਂ ਹੌਲੀ ਵੱਧਦਾ ਚਲਾ ਗਿਆ ਸਾਰਾ ਕੰਮ। ਸੋ ਇਸ ਟਾਈਮ ਜਿਵੇਂ ਤੁਸੀਂ ਕਿਹਾ ਮੈਂ ਆਪਣੇ ਕਲਾਇੰਟਸ ਨੂੰ ਭੇਜਦੀ ਰਹਿੰਦੀ ਹਾਂ, ਕਿੰਨੇ ਇੱਦਾਂ ਦੇ ਕਲਾਇੰਟ ਨੇ ਜਿਹੜੇ ਕਿ ਲਗਾਤਾਰ ਤੁਹਾਨੂੰ 2020 ਤੋਂ ਆਰਡਰ ਕਰਦੇ ਆ ਰਹੇ ਨੇਗੇ ਪਿਛਲੇ 2 ਸਾਲਾਂ ਤੋਂ? ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਬਹੁਤ ਸਾਰਾ ਪਿਆਰ ਦਿੱਤਾ। ਬਹੁਤ ਸਾਰੇ ਕਲਾਇੰਟਸ ਉਹੀ ਨੇ ਜਿਹੜੇ ਰਿਪੀਟ ਆਰਡਰਸ ਕਰ ਰਹੇ ਨੇ। ਸ਼ਾਇਦ ਇੱਕ ਜੌਬ ਦਾ ਮੇਰਾ ਬਹੁਤ ਡਿਫਰੈਂਟ ਐਕਸਪੀਰੀਅੰਸ ਸੀ, ਜਿਹਦੇ ਕਰਕੇ ਮੈਂ ਸਭ ਤੋਂ ਪਹਿਲਾਂ ਜਦੋਂ ਆਪਣੇ ਬਿਜ਼ਨਸ ਦੀ ਰੂਲ ਬੁੱਕ ਲਿਖੀ ਅਤੇ ਉਹਦੇ 'ਚ ਮੈਂ ਲਿਖਿਆ ਸੀ ਮੈਂ ਮੰਡੇ ਅਤੇ ਟਿਊਜ਼ਡੇ ਬਿਲਕੁਲ ਕੰਮ ਨਹੀਂ ਕਰੂੰਗੀ। ਅੱਛਾ। ਜਿਵੇਂ ਸੰਡੇ ਸ਼ਾਮ ਨੂੰ ਹੀ ਢਿੱਡ ਦੁਖਣਾ ਸ਼ੁਰੂ ਹੋ ਜਾਂਦਾ ਸੀ, ਅਗਲੇ ਦਿਨ ਦਫ਼ਤਰ ਜਾਣਾ, ਅਤੇ ਉਹ ਪ੍ਰੈਸ਼ਰ ਤੋਂ ਮੈਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਮੁਕਤ ਕੀਤਾ। ਮੰਡੇ ਟਿਊਜ਼ਡੇ ਮੈਂ ਆਫ ਰੱਖ ਲਿਆ, ਅਤੇ ਮੈਂ ਆਪਣੇ ਸਟਾਫ ਨੂੰ ਵੀ ਉਸੇ ਦਿਨ ਆਫ ਹੀ ਰੱਖਦੀ ਹਾਂ ਉਹਦਾ। ਸੋ 5 ਡੇਜ਼ ਮੈਂ ਵਰਕ ਕਰਦੀ ਹਾਂ, ਅਤੇ ਮੇਰਾ ਵਰਕਿੰਗ ਡਿਫਰੈਂਟ ਹੈ ਕਿਉਂਕਿ ਮੈਂ 7 ਵਜੇ ਹਾਂ ਤਾਂ ਮੈਂ ਆਪਣੇ ਸਟਾਫ ਨੂੰ ਭੇਜ ਦਿੰਦੀ ਹਾਂ, ਕਿਉਂਕਿ ਮੈਨੂੰ ਪਤਾ ਮੇਰੇ ਆਫਿਸ 'ਚ ਮੈਨੂੰ 8:30-9 ਵੀ ਵੱਜ ਜਾਂਦੇ ਸੀ। ਕਈ ਵਾਰ ਵੇਟ ਕਰਾਇਆ ਜਾਂਦਾ ਸੀ ਜ਼ਬਰਦਸਤੀ ਕਿ ਤੁਸੀਂ ਇੱਕ ਅੱਛੀ ਪੋਜੀਸ਼ਨ 'ਤੇ ਹੋ, ਜਦ ਤੱਕ ਪੂਰਾ ਸਟਾਫ ਨਹੀਂ ਨਿਕਲਦਾ ਤੁਸੀਂ ਨਹੀਂ ਨਿਕਲ ਸਕਦੇ। ਉਹ ਸਾਰੇ ਜਿੰਨੀਆਂ ਮੈਨੂੰ ਚੀਜ਼ਾਂ ਤੰਗ ਕਰ ਰਹੀਆਂ ਸੀ, ਉਹ ਸਾਰੀ ਚੀਜ਼ਾਂ ਮੈਂ ਉਹਦਾ ਬਿਲਕੁਲ ਮਤਲਬ ਮੈਂ ਕਿਵੇਂ ਕਹਾਂ ਤੁਹਾਨੂੰ ਕਿ ਇੰਨਾ ਮਜ਼ਾ ਆਉਂਦਾ ਇਹ ਕੰਮ ਕਰਕੇ ਕਿ ਰੂਲਸ ਆਪਣੇ ਨੇ ਸਾਰੇ ਕੰਮ ਦੇ। ਸੋ ਉਹ ਚੀਜ਼ਾਂ ਮੈਂ ਰਿਪੀਟ ਨਹੀਂ ਕੀਤੀਆਂ, ਨਾ ਮੈਂ ਰਿਪੀਟ ਕਰਦੀ ਹਾਂ ਆਪਣੇ ਸਟਾਫ ਨਾਲ ਹੁਣ। ਸੋ ਹੌਲੀ ਜਿਵੇਂ ਆਪਾਂ ਬਿਜ਼ਨਸ ਪਹਿਲਾਂ ਤੁਸੀਂ ਸ਼ੁਰੂ ਕੀਤਾ, ਬਿਰਿਆਨੀ ਤੋਂ ਸ਼ੁਰੂ ਕੀਤਾ, 2 ਡਿਸ਼ਿਜ਼ ਨਾਲ ਸ਼ੁਰੂ ਕੀਤਾ,
ਤੇ ਹੌਲੀ ਹੌਲੀ ਕਿਵੇਂ ਚੇਂਜਸ ਤੁਸੀਂ ਲੈ ਕੇ ਆਉਂਦੇ ਰਹੇ? ਤੁਹਾਨੂੰ ਆਰਡਰਸ ਤੋਂ ਪਤਾ ਲੱਗਦਾ ਸੀਗਾ ਕਿ ਲੋਕੀ ਇਹ ਚੀਜ਼ਾਂ ਵੀ ਖਾਣੀਆਂ ਚਾਹੁੰਦੇ ਨੇ ਜਾਂ ਇਹ ਚੀਜ਼ਾਂ ਨੂੰ ਟੇਸਟ ਕਰਨਾ ਚਾਹੁੰਦੇ ਨੇ, ਜਾਂ ਤੁਸੀਂ ਆਪਣੇ ਵੱਲੋਂ ਵੀ ਕੁਝ ਚੀਜ਼ਾਂ ਐਡ ਔਨ ਕਰਦੇ ਗਏ ਮੈਨਿਊ ਦੇ ਵਿੱਚ, ਜਾਂ ਤੁਸੀਂ ਟੇਸਟ ਦੇਖਿਆ ਕਿ ਲੋਕੀ ਇਹ ਚੀਜ਼ਾਂ ਵੀ ਮੰਗਦੇ ਨੇ? ਮੇਰੇ ਕਲਾਇੰਟਸ ਮੈਨੂੰ ਲੱਗਦਾ ਕਿ ਬਹੁਤ ਕਲੀਅਰਲੀ ਜਾਣਦੇ ਨੇ ਕਿ ਮੇਰਾ ਫੋਟੇ ਕੀ ਹੈ। ਫॉर एग्जांपल ਮੈਂ ਸਟਾਰਟਿੰਗ 'ਚ ਬਹੁਤ ਕਲੀਅਰਲੀ ਇਸ ਚੀਜ਼ 'ਤੇ ਫੋਕਸ ਸੀਗੀ ਕਿ ਮੈਨੂੰ ਸਿਰਫ ਬਿਰਿਆਨੀਜ਼ ਹੀ ਕਰਨੀ ਹੈ, ਕਿਉਂਕਿ ਇਹੀ ਮੇਰਾ ਮੇਨ ਫੂਡ ਹੈ। ਓਕੇ। ਉਸ ਮੇਨ ਫੂਡ ਦੇ ਉੱਤੇ ਮੈਂ ਹੁਣ ਵੀ ਰੁਕੀ ਹੋਈ ਹਾਂ ਕਿ ਮੈਨੂੰ 10 ਪ੍ਰੋਡਕਟਸ ਬਣਾਉਣ ਤੋਂ ਵਧੀਆ ਹੈ ਕਿ ਮੈਂ ਇੱਕ ਹੀ ਚੀਜ਼ 'ਚ ਐਕਸਪਰਟ ਰਹਾਂ। ਬਟ ਫਿਰ ਵੀ ਬਿਜ਼ਨਸ ਡਿਮਾਂਡ ਕਰਦਾ ਵੈਰਾਈਟੀ, ਬਿਲਕੁਲ, ਕਿਉਂਕਿ ਤੁਹਾਨੂੰ ਅਗਰ ਕਲਾਇੰਟ ਕੰਸਿਸਟੈਂਟ ਚਾਹੀਦੇ ਨੇ, ਕਿਉਂਕਿ ਕੋਈ ਇੱਕ ਬੰਦਾ ਬਿਰਿਆਨੀ ਸਿਰਫ ਇੱਕ ਵਾਰ ਮਹੀਨੇ 'ਚ ਖਾ ਸਕਦਾ ਜਾਂ 2 ਮਹੀਨੇ 'ਚ ਇੱਕ ਵਾਰ ਆਰਡਰ ਕਰ ਸਕਦਾ, ਕਿਉਂਕਿ ਆਪਸ਼ਨਸ ਬਹੁਤ ਨੇ ਇਸ ਟਾਈਮ ਮਾਰਕੀਟ 'ਚ। ਬਿਰਿਆਨੀ ਮੈਨੂੰ ਐਂ ਲੱਗਦਾ ਕਿ ਬੱਚਿਆਂ ਦੀ ਪਹਿਲਾਂ ਪੁੱਛ ਜਾਂਦਾ ਕਿ ਹਾਂਜੀ ਕਿ ਤੁਸੀਂ ਕੀ ਖਾਓਗੇ, ਤੇ ਪ੍ਰੈਫਰੈਂਸ ਉਹਨਾਂ ਦੀ ਹੁੰਦੀ ਹੈ 버ਗਰ ਪੀਜ਼ਾ ਹੁੰਦੇ ਨੇ। ਬਿਰਿਆਨੀ ਯੂਜਲੀ ਮੇਰੀ ਜਾਂਦੀ ਹੈ ਜਦੋਂ ਕਿਸੇ ਨੇ ਕੋਈ ਸਪੈਸ਼ਲ ਡਿਨਰ ਥਰੋ ਕਰਨਾ ਹੈ। ਅੱਛਾ। ਸੋ ਜ਼ਿਆਦਾਤਰ ਉਦੋਂ ਆਰਡਰ ਕੀਤੀ ਜਾਂਦੀ ਹੈ ਮੇਰੇ ਲਈ ਬਿਰਿਆਨੀ। ਸੋ ਮੈਂ ਕਹਾਂਗੀ ਕਿ ਬਿਰਿਆਨੀ ਮੇਰੀ ਖੁਦ ਦੀ ਪਰਫੈਕਟ ਜਾਂ ਮੈਂ ਕਹੂੰਗੀ ਕਿ ਮੇਰੀ ਖੁਦ ਦੀ ਪਸੰਦ ਦੀ ਡਿਸ਼ ਹੈ, ਜਿਹਦੇ ਕਰਕੇ ਮੈਂ ਜਾਣੀ ਵੀ ਜਾਂਦੀ ਹਾਂ ਔਰ ਉਹੀ ਮੈਂ ਰੱਖਾਂਗੀ ਆਪਣੇ ਕੋਲ ਇਸ ਵਕਤ। ਇੱਕ ਚੀਜ਼ ਤੁਸੀਂ ਹੋਰ ਮੈਂਸ਼ਨ ਕੀਤੀ ਸੀ ਜਦੋਂ ਆਪਾਂ ਪਹਿਲਾਂ ਬੈਠੇ ਗੱਲ ਕਰ ਰਹੇ ਸੀਗੇ ਕਿ ਤੁਸੀਂ ਪਿਛਲੇ 2 ਸਾਲ ਤੋਂ ਇੱਕ ਰੂਲ ਤੁਹਾਡਾ ਇਹ ਵੀ ਹੈ ਕਿ ਤੁਸੀਂ ਇੱਕ ਦਿਨ 'ਚ 4 ਜਾਂ 5 ਆਰਡਰਸ ਹੀ ਲੈਂਦੇ ਹੋ। ਇਹ ਕਿਉਂ? ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀਗਾ ਤੇ ਇੱਕ ਚੀਜ਼ ਮੈਂ ਸਟਾਰਟਿੰਗ 'ਚ ਕੀਤੀ ਸੀ ਕਿ ਇਹ ਕਿਚਨ ਮੇਰੀ ਹੈ। ਹੋਮ ਕਿਚਨ ਮਤਲਬ ਤੁਸੀਂ ਆਪ ਬਣਾਉਂਦੇ ਹੋ। ਮੈਨੂੰ ਜਦੋਂ ਲੋਕਡਾਊਨ ਖੁੱਲ੍ਹ ਵੀ ਗਿਆ, ਸਾਡਾ ਆਰਡਰਸ ਆਉਣੇ ਘੱਟ ਹੋ ਗਏ ਸੀਗੇ, ਕਿਉਂਕਿ ਲੋਕਾਂ ਕੋਲ ਆਪਸ਼ਨਸ ਫਿਰ ਵਾਪਸ ਆ ਗਈਆਂ ਸੀ ਬਹੁਤ ਸਾਰੀਆਂ। ਮੇਰਾ ਕੰਮ ਸਫਰ ਕਰ ਰਿਹਾ ਸੀਗਾ, ਜਿਹਦੇ ਵਿੱਚ ਮੈਂ ਰਿਅਲਾਈਜ਼ ਕੀਤਾ ਕਿ ਕਲਾਇੰਟ ਬਦਲ ਰਿਹਾ, ਕਿਉਂਕਿ ਵੈਦਰ ਵੀ ਚੇਂਜ ਹੁੰਦਾ ਕਈ ਵਾਰ। ਜਿਵੇਂ ਮੈਂ ਨਵੰਬਰ 'ਚ ਆਉਂਦੇ ਮੈਂ ਪੰਜੀਰੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਸੀ। ਦਸੰਬਰ 'ਚ ਪਹਿਲੇ ਸਾਲ ਹੀ ਮੈਂ ਤਕਰੀਬਨ 1.5 ਲੱਖ ਦੀ ਪੰਜੀਰੀਆਂ ਬਣਾਈਆਂ। ਅੱਛਾ। ਤੇ ਉਹ ਕੈਨੇਡਾ ਵੀ ਗਈਆਂ ਤੇ ਹੁਣ ਡਿਫਰੈਂਟ ਸਟੇਟਸ ਵੀ ਹੁਣ ਵੀ ਜਾਂਦੀਆਂ ਨੇ। ਪਰ ਉਹ ਪਹਿਲੇ ਸਾਲ ਹੀ ਇੰਨਾ ਅੱਛਾ ਰਿਸਪੌਂਸ ਆ ਗਿਆ, ਕਿਉਂਕਿ ਮੈਂ ਕਲਾਇੰਟ ਨੂੰ ਸਮਝ ਪਾ ਰਹੀ ਸੀ ਕਿ ਉਹਨਾਂ ਦੀ ਨੀਡਸ ਕੀ ਨੇ। ਅਗਰ ਮੈਂ ਸਿਰਫ ਬਿਰਿਆਨੀ ਹੀ ਵੇਚਣ ਦੀ ਕੋਸ਼ਿਸ਼ ਕਰਾਂ, ਕਈ ਵਾਰ ਵੈਦਰ ਨਹੀਂ ਹੁੰਦਾ ਵਧੀਆ, ਕਈ ਵਾਰ ਲੋਕਾਂ ਦਾ ਦਿਲ ਨਹੀਂ ਕਰਦਾ। ਸੋ ਵੈਦਰ ਸੀਜ਼ਨ ਬੇਸਡ ਬਿਜ਼ਨਸ ਕਰਨਾ ਬਹੁਤ ਜ਼ਰੂਰੀ ਹੈ ਜਦ ਤੁਸੀਂ ਕ੍ਰੀਏਟਿਵ ਪਰਸਨ ਹੋ। ਤੁਸੀਂ ਇੱਕ ਪ੍ਰੋਡਕਟ ਨੂੰ ਲੈ ਕੇ ਅਗਰ ਇਹ ਸੋਚੋ ਕਿ 12 ਮਹੀਨੇ ਉਹ ਚੱਲੇਗਾ, ਉਹ ਨਹੀਂ ਚੱਲ ਪਾਉਂਦਾ ਕਦੇ। ਸੋ ਇਹ ਮੇਰੀ ਔਨਗੋਇੰਗ ਲਰਨਿੰਗਸ ਦੇ ਵਿੱਚੋਂ ਹੀ ਨਿਕਲਿਆ। ਕਦੀ ਹਫਤਾ ਆਰਡਰ ਨਹੀਂ ਆਉਣਾ ਤੇ ਸਮਝਣਾ ਬੈਠ ਕੇ ਕਿ ਕਿਉਂ ਨਹੀਂ ਆ ਰਿਹਾ, ਫਿਰ ਸਮਝ ਆਉਣਾ ਜਾਂ ਤਾਂ ਕੋਈ ਵੈਦਰ ਹੈ ਜਾਂ ਫਿਰ ਕਈ ਦਾ ਫਾਸਟਿੰਗਸ ਆ ਗਏ, ਨਰਾਤੇ ਆ ਗਏ, ਲੋਕ ਨਹੀਂ ਆਰਡਰ ਕਰਦੇ। ਸੋ ਡਿਊਰਿੰਗ ਦੈਟ ਡੇ ਤੁਸੀਂ ਕੀ ਦੇ ਸਕਦੇ ਹੋ, ਉਹ ਤੁਹਾਨੂੰ ਆਪਣੇ ਆਪ ਐਕਸਪੈਰੀਮੈਂਟ ਕਰਨਾ ਪਏਗਾ। ਉਹ ਤੁਸੀਂ ਆਪਣੇ ਆਪ ਲਰਨ ਕਰਦੇ ਚਲੇ ਜਾਂਦੇ ਹੋ। ਜੋ ਤੁਸੀਂ ਵੈਨ ਯੂ ਲਵ ਯੋਰ ਵਰਕ, ਤੁਹਾਨੂੰ ਸਮਝ ਆਉਣ ਲੱਗ ਜਾਂਦੀ ਹੈ ਤੁਸੀਂ ਕਿੱਥੇ ਕੀ ਗੜਬੜ ਕਰ ਰਹੇ ਹੋ। ਇੱਕ ਤਾਂ ਇਹ ਹੁੰਦਾ ਜਿਵੇਂ ਤੁਸੀਂ ਕਿਹਾ ਕਿ ਪਹਿਲਾ ਆਰਡਰ ਹੈ ਨਾ 1 kg ਦਾ ਹੁੰਦਾ, ਉਦੋਂ ਆਪਾਂ ਕਹਿ ਦਿੰਦੇ ਹਾਂ, ਰਿਕੁਐਸਟ ਕਰ ਦਿੰਦੇ ਹਾਂ ਕਿ ਤੁਸੀਂ ਆ ਕੇ ਡਿਲੀਵਰੀ ਲੈ ਲਓ, ਹੈ ਨਾ। ਪਰ ਜਿਵੇਂ ਜਿਵੇਂ ਤੁਹਾਡਾ ਕੰਮ ਵੱਧਦਾ, ਫਿਰ ਤੁਹਾਨੂੰ ਮਤਲਬ ਹੈਲਪਰ ਵੀ ਚਾਹੀਦਾ ਹੁੰਦਾ, ਤੁਹਾਨੂੰ ਡਿਲੀਵਰ ਕਰਨ ਲਈ ਵੀ ਕੋਈ ਚਾਹੀਦਾ, ਕਿਚਨ 'ਚ ਕੰਮ ਕਰਨ ਲਈ ਵੀ ਚਾਹੀਦਾ। ਉਸ ਸਟੇਜ 'ਤੇ ਤੁਸੀਂ ਕਦੋਂ ਤੱਕ ਆਏ ਵੀ ਹਾਂ ਹੁਣ ਮੈਂ ਹੈਲਪਰ ਅਫੋਰਡ ਕਰ ਸਕਦੀ ਹਾਂ, ਜਾਂ ਮੈਂ ਹੁਣ ਅੱਗੇ ਜਾ ਕੇ ਡਿਲੀਵਰੀ ਲਈ ਹੋਰ ਲੋਕਾਂ ਨੂੰ ਹਾਇਰ ਕਰਾਂ, ਹੈ ਨਾ। ਅਤੇ ਕਈ ਵਾਰੀ ਅਸੀਂ ਹਾਇਰ ਕਰ ਲੈਂਦੇ ਹਾਂ, ਫਿਰ ਹੁੰਦਾ ਜਿਵੇਂ ਤੁਸੀਂ ਕਿਹਾ ਵੈਦਰ ਚੇਂਜ ਹੁੰਦਾ, ਕਈ ਵਾਰੀ ਆਰਡਰਸ ਘੱਟ ਜਾਂਦੇ ਆ, ਫਿਰ ਉਹ ਸਾਰੀਆਂ ਚੀਜ਼ਾਂ ਮੇਨਟੇਨ ਕਰਨੀਆਂ ਨਾ। ਅਤੇ ਇਹ ਸਾਰਾ ਕੁਛ ਕਿਵੇਂ ਚੱਲਿਆ? ਜਿਵੇਂ ਮੈਂ ਬਹੁਤ ਕਲੀਅਰ ਸੀ ਕਿ ਮੈਂ ਦਿਨ ਦੇ 5 ਆਰਡਰਸ ਹੀ ਕਰਨੇ ਸੀ ਸਟਾਰਟਿੰਗ 'ਚ, ਔਰ ਅੱਜ ਵੀ ਮੈਂ 5 ਆਰਡਰਸ 'ਤੇ ਹੀ ਖੜੀ ਹਾਂ। ਮੈਂ 5 ਤੋਂ 6 ਲੈਣ ਦੀ ਹੀ ਨਹੀਂ, ਮੇਰੇ ਕਲਾਇੰਟਸ ਨੂੰ ਵੀ ਇਸ ਗੱਲ ਦਾ ਪਤਾ ਹੈ। ਰੀਜ਼ਨ ਬੀਇੰਗ ਕਿਉਂਕਿ ਆਰਡਰ ਸਾਰੇ ਮੈਂ ਆਪ ਕੁੱਕ ਕਰਨੇ ਔਰ ਮੈਨੂੰ ਲੱਗਦਾ ਕਿ 5 ਤੋਂ 6 ਆਰਡਰ ਤੋਂ ਬਾਅਦ ਮੇਰਾ ਜ਼ਿਹਨ ਨਹੀਂ ਮੰਨਦਾ ਕਿ ਮੈਂ ਹੋਰ ਕੁਕਿੰਗ ਕਰਾਂ, ਕਿਉਂਕਿ ਫਿਰ ਮੈਨੂੰ ਐਂ ਲੱਗਦਾ ਕਿ ਗੜਬੜ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਫਿਜ਼ੀਕਲੀ ਤੁਸੀਂ ਟਾਇਰਡ ਹੋ ਜਾਂਦੇ ਹੋ। ਬਿਲਕੁਲ। ਔਰ ਜੇ ਤੁਸੀਂ ਟਾਇਰਡ ਹੋ ਗਏ, ਤੁਹਾਡੇ ਤੋਂ ਪ੍ਰੋਡਕਟ ਨਿਕਲ ਕੇ ਨਹੀਂ ਆਊਗਾ। ਸੋ ਮੈਂ ਸਟਾਰਟਿੰਗ 'ਚ ਬਹੁਤ ਕਲੀਅਰ ਸੀਗੀ ਕਿ ਮੈਨੂੰ ਸਿਰਫ 5 ਹੀ ਕਰਨੇ, ਔਰ ਅੱਜ ਵੀ ਮੈਂ ਖੜ ਕੇ ਆਪਣੇ ਆਪ ਨੂੰ ਪੁੱਛਦੀ ਹਾਂ ਕਿ ਹੋਰ ਆਰਡਰਸ ਕਰਨਾ ਚਾਹੁੰਦੇ ਹੋ ਤੁਸੀਂ, ਤੇ ਮੇਰੇ ਅੰਦਰੋਂ ਆਵਾਜ਼ ਆਉਂਦੀ ਕਿ ਨਹੀਂ ਹਾਲੇ ਮੈਂ ਰੈਡੀ ਨਹੀਂ ਹਾਂ। ਇਸ ਕਰਕੇ ਮੈਂ ਸਟਾਫ ਕਦੀ ਵਧਾਈ ਨਹੀਂ ਪਈ। ਉਹੀ ਇੱਕ ਕੁੜੀ ਮੇਰੇ ਕੋਲ ਜਿਹੜੀ ਕੰਮ ਕਰਦੀ ਸੀ, ਉਹੀ ਮੇਰੇ ਕੋਲ ਹੈਗੀ ਹੈ ਤੇ ਉਹੀ ਮੈਂ ਹਾਂ। ਡਿਲੀਵਰੀ ਵਾਸਤੇ ਸਟਾਰਟਿੰਗ 'ਚ ਮੈਂ ਆਪਣੇ ਕਲਾਇੰਟਸ ਨੂੰ ਬੜਾ ਰਿਕੁਐਸਟ ਕਰਨਾ ਕਿ ਤੁਸੀਂ ਆ ਕੇ ਲੈ ਜਾਓ। ਲੋਕਾਂ ਨੇ ਆ ਵੀ ਜਾਣਾ, ਪਰ ਕਿਤੇ ਨਾ ਕਿਤੇ ਉਹ ਅਨਕੰਫਰਟੇਬਲ ਸਿਚੁਏਸ਼ਨ ਲੱਗ ਰਹੀ ਸੀਗੀ ਮੈਨੂੰ ਕਿ ਕਲਾਇੰਟ ਕਈ ਵਾਰ ਨਹੀਂ ਵੀ ਪਸੰਦ ਕਰਦਾ, ਜਾਂ ਫਿਰ ਦੁਬਾਰਾ ਆਰਡਰ ਪਾਉਣ ਵੇਲੇ ਸੋਚੂਗਾ ਕਿ ਜਾ ਕੇ ਲੈ ਕੇ ਆਉਣਾ ਪੈਣਾ। ਇੱਥੇ ਸਾਡੇ ਪਟਿਆਲਾ 'ਚ ਬਹੁਤ ਹੀ ਸੋਹਣੀ ਇੱਕ ਸਟਾਰਟਅਪ ਹੈਗੇ ਨੇ 2-3, ਜਿੱਥੇ ਮੁੰਡੇ ਇੰਡੀਪੈਂਡੈਂਟਲੀ ਕੰਮ ਕਰਦੇ ਨੇ ਸਾਰਿਆਂ ਵਾਸਤੇ। ਅੱਛਾ। ਉਹ ਸਿਰਫ ਇੱਕ ਆਰਡਰ ਦੇ ਡਿਲੀਵਰੀ ਦੇ ਬੇਸਿਸ 'ਤੇ ਤੁਹਾਡੇ ਤੋਂ ਆਰਡਰ ਲੈ ਜਾਂਦੇ ਨੇ। ਜੇ ਮੈਨੂੰ ਮੈਂ ਇੱਕ ਦਿਨ 'ਚ 5 ਆਰਡਰ ਕੀਤੇ ਤੇ ਉਹਨਾਂ ਨੇ ਮੇਰੇ ਤੋਂ 70 ਰੁਪਏ ਚਾਰਜ ਕਰਨੇ, 350 ਦੇ ਹਿਸਾਬ ਨਾਲ ਉਹ ਸ਼ਾਮ ਨੂੰ ਮੈਂ ਉਹਨਾਂ ਨੂੰ ਪੇ ਆਊਟ ਕਰ ਦਿੰਦੀ ਹਾਂ। ਤੇ ਮੈਂ ਕੋਈ ਵੀ ਐਕਸਟਰਾ ਐਕਸਪੈਂਸ ਕਦੀ ਆਪਣੇ ਸਿਰ ਤੇ ਖੜਾ ਨਹੀਂ ਕੀਤਾ ਜਿਹਨੂੰ ਮੈਂ ਕੰਪਲੀਟ ਨਾ ਕਰ ਪਾਵਾਂ, ਔਰ ਨਾ ਹੀ ਮੈਂ ਕੋਈ ਰਿਸਕ ਟੇਕਿੰਗ ਹੁਣ ਤੱਕ ਲਿੱਤੀ ਹੈ।
ਨਾ ਹੀ ਮੈਂ ਕੋਈ ਇਨਵੈਸਟਮੈਂਟ ਕਿਚਨ 'ਚ ਕੀਤੀ ਹੈ। ਉਹੀ ਕਿਚਨ 'ਚ ਮੇਰਾ ਡਾਈਨਿੰਗ ਟੇਬਲ ਜਿਹੜਾ ਘਰ ਦਾ ਸੀਗਾ ਉਹੀ ਲੱਗਿਆ ਹੋਇਆ ਹੈ। ਉਹੀ ਗੈਸ ਦਾ ਸਟੋਵ ਹੈ ਜਿਹੜੇ ਆਪਾਂ ਨਾਰਮਲ ਘਰਾਂ 'ਚ ਯੂਜ਼ ਕਰਦੇ ਹਾਂ। ਕਿਚਨ ਦੀ ਕੜਾਈਆਂ ਵੀ ਮੈਂ ਅੱਜ ਤੱਕ ਨਵੀਆਂ ਨਹੀਂ ਖਰੀਦੀਆਂ, ਉਹੀ ਜਿਹੜੇ ਘਰ ਦੀਆਂ ਸੀਗੀਆਂ ਉਹੀ ਯੂਜ਼ ਕਰਦੀ ਹਾਂ। ਤੇ ਬਿਲਕੁਲ ਮਤਲਬ ਬਿਜ਼ਨਸ ਐ ਕਿ ਜ਼ੀਰੋ ਇਨਵੈਸਟਮੈਂਟ 'ਤੇ ਹੈ ਮੇਰਾ ਇਸ ਵਕਤ ਵੀ। ਜੇ ਮੈਂ ਅਗਰ ਬਿਜ਼ਨਸ ਅੱਜ ਦੀ ਡੇਟ 'ਚ ਮੈਨੂੰ ਐ ਹੋਵੇ ਕਿ ਮੈਂ ਬੰਦ ਕਰਨਾ ਚਾਹੁੰਦੀ ਹਾਂ, ਮੇਰੇ ਖਿਆਲ ਤੋਂ ਕਿਸੇ ਦਾ ਕੋਈ ਨੁਕਸਾਨ ਜਾਂ ਕਿਸੇ ਦੀ ਕੋਈ ਦੇਣਦਾਰੀ ਨਹੀਂ ਮੇਰੇ 'ਤੇ। ਔਰ ਹਾਂਜੀ ਇਹੀ ਚੀਜ਼ ਇਹ ਵੀ ਹੈਗੀ ਕਿ ਉਹੀ ਭਾਂਡੇ ਉਹੀ ਬਰਤਨ ਸਾਰਾ ਕੁਝ ਘਰ ਵਾਪਸ ਆ ਕੇ ਯੂਜ਼ ਹੋ ਜਾਊਗਾ। ਮੈਨੂੰ ਲੱਗਦਾ ਕਿ ਪਹਿਲਾ ਟਿਪ ਤਾਂ ਇਹੀ ਹੋ ਸਕਦਾ ਕਿ ਅਗਰ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ ਤੇ ਤੁਸੀਂ ਆਪਣੇ ਬਿਜ਼ਨਸ 'ਚ ਖੁਦ ਪੈਸਾ ਬਚਾਉਣਾ, ਤੇ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਐਕਸਪੈਂਡ ਨਾ ਕਰੋ ਫਸਟ ਸਟੈਪ ਦੇ ਉੱਪਰ, ਹੈ ਨਾ ਜੀ। ਜਿਵੇਂ ਆਪਾਂ ਸ਼ੁਰੂਆਤ 'ਚ ਇਹ ਗੱਲ ਕੀਤੀ ਸੀ ਕਿ ਜਿਹੜੇ ਲੋਕ ਕਨਫਿਊਜ਼ ਨੇ ਹਲੇ ਕਿ ਅਸੀਂ ਨੌਕਰੀ ਛੱਡੀਏ ਕਿ ਨਾ ਛੱਡੀਏ, ਉਹਨਾਂ ਨੂੰ ਵੀ ਇਹੀ ਮੈਂ ਸੁਜੈਸਟ ਕਰਾਂਗੀ ਤੁਹਾਨੂੰ ਕੋਈ ਇਨਵੈਸਟਮੈਂਟ ਕਰਨ ਦੀ ਲੋੜ ਨਹੀਂ। ਜੇ ਤੁਸੀਂ ਕਿਚਨ ਖੋਲ੍ਹਣਾ ਚਾਹੁੰਦੇ ਹੋ, ਜਿਹੜੀ ਤੁਹਾਡੇ ਘਰ 'ਚ ਰਿਕੁਆਇਰਮੈਂਟ ਚੀਜ਼ਾਂ ਹੈਗੀਆਂ ਤੁਸੀਂ ਉਹਨਾਂ ਤੋਂ ਹੀ ਸ਼ੁਰੂਆਤ ਕਰ ਸਕਦੇ ਹੋ। ਮੈਂ ਹੁਣ ਤੱਕ ਮੇਰੇ ਖਿਆਲ ਤੋਂ ਮੈਂ ਅੱਜ ਆਪਣੇ ਸੀਏ ਨੂੰ ਸਵੇਰੇ ਫੋਨ ਕਰਕੇ ਪੁੱਛਿਆ ਸੀ ਤੇ ਮੇਰੀ ਰਿਟਰਨ ਕਿੰਨੀ ਹੈ ਪਿਛਲੇ ਸਾਲ ਦੀ। ਉਹਨਾਂ ਨੇ ਫਾਈਲ ਤਾਂ ਕੀਤੀ ਰਿਟਰਨ, ਤੇ ਮੈਨੂੰ ਇਹ ਨਹੀਂ ਪਤਾ ਸੀ ਫਿਗਰਸ ਕਿੰਨੇ ਨੇ, ਮੈਂ ਕਦੀ ਧਿਆਨ ਨਹੀਂ ਦਿੱਤਾ। ਤੇ ਅੱਜ ਉਹਨਾਂ ਨੇ ਦੱਸਿਆ ਕਿ ਪਹਿਲੇ ਸਾਲ 'ਚ ਤੁਸੀਂ ਤਕਰੀਬਨ ਪੌਣੇ 10 ਲੱਖ ਦਾ ਬਿਜ਼ਨਸ ਕਰ ਚੁੱਕੇ ਹੋ। ਉਹ ਪੁਰਾਣਾ ਸਾਲ ਮੈਂ ਪੂਰਾ ਨਹੀਂ ਲਵਾਂਗੀ ਕਿਉਂਕਿ ਮੈਂ ਐਂਡ 'ਚ ਮੈਂ ਸ਼ੁਰੂ ਕੀਤੀ ਸੀ ਕਿਚਨ ਤੋਂ। ਤਕਰੀਬਨ 10 ਮਹੀਨਿਆਂ 'ਚ ਮੈਂ ਆਪਣਾ ਬਿਜ਼ਨਸ ਸ਼ੁਰੂ ਕੀਤਾ ਔਰ ਇਹਦੇ ਤੇ 10 ਲੱਖ ਫਿਗਰ ਮੈਂ ਟੱਚ ਕੀਤੀ ਹੈ। ਪ੍ਰੋਫਿਟ ਮੇਰਾ ਕੁਝ 5.5-6 ਲੱਖ ਦਾ ਪ੍ਰੋਫਿਟ ਦਿਖਾਇਆ ਉਹਨਾਂ ਨੇ। ਸੋ ਦੈਟ ਮੀਨਸ ਇੰਨਾ ਕੁ ਬਿਜ਼ਨਸ ਸਿਰਫ ਮੈਂ ਕਿਚਨ ਦੀ ਕਢਾਈਆਂ ਤੋਂ ਹੀ ਸ਼ੁਰੂ ਕੀਤਾ ਹੈ ਔਰ ਉਸੇ ਇੱਕ ਛੋਟੇ ਜਿਹੇ ਰੂਮ ਤੋਂ ਆਪਣਾ ਬਿਜ਼ਨਸ ਸਟਾਰਟ ਕੀਤਾ ਹੈ। ਮੈਨੂੰ ਨਾ ਜਦੋਂ ਵੀ ਅਸੀਂ ਕਿਸੇ ਇਦਾਂ ਦੀ ਪਰਸਨੈਲਿਟੀ ਨੂੰ ਇੰਟਰਵਿਊ ਕਰਦੇ ਹਾਂ ਨਾ ਜਿਹੜਾ ਖੁਦ ਦਾ ਕੋਈ ਕੰਮ, ਮੈਨੂੰ ਮਤਲਬ ਕਮਾਈ ਪੁੱਛਣ ਦਾ ਬਹੁਤ ਸ਼ੌਂਕ ਆ ਤੇ ਉਹ ਤੁਸੀਂ ਪਹਿਲਾਂ ਹੀ ਦੱਸਤਾ ਹੈ ਨਾ। ਪਰ ਫਿਰ ਵੀ ਇਹ ਹੁੰਦਾ ਵੀ ਜਿਵੇਂ ਜਦੋਂ ਤੁਸੀਂ ਜੌਬ ਛੱਡੀ ਹੋਏਗੀ, ਹੋ ਸਕਦਾ ਤੁਸੀਂ ਮਤਲਬ 1 ਲੱਖ ਵੀ ਸੈਲਰੀ ਲੈ ਰਹੇ ਹੋਵੋ ਪਰ ਮੰਥ, ਹੈ ਨਾ। ਪਰ ਫਿਰ ਵੀ ਬੰਦਾ ਇਹਨੂੰ ਹੁੰਦਾ ਕਈ ਵਾਰੀ ਵੀ ਜੇ ਸਾਲ 'ਚ 10 ਲੱਖ ਦਾ ਬਿਜ਼ਨਸ ਕੀਤਾ ਤਾਂ ਉਹ ਹਾਲੇ ਵੀ ਘੱਟ ਆ, ਹੈ ਨਾ। ਅਤੇ ਤੁਸੀਂ ਕਦੀ ਇਹ ਹੁੰਦਾ ਵੀ ਨਹੀਂ ਜੌਬ ਵਧੀਆ ਸੀ, ਜਾਂ ਕਦੀ ਇਹ ਲੱਗਦਾ ਕਿ ਇਹ ਬਿਜ਼ਨਸ ਵਧੀਆ, ਆਪਾਂ ਕਨਫਿਊਜ਼ ਹੁੰਦੇ ਹਾਂ ਨਾ। ਪਰ ਇਹ 'ਚ ਜਿਵੇਂ ਤੁਸੀਂ ਕਿਹਾ ਕਿ ਮੈਂ ਘਰੇ ਰਹਿੰਦੀ ਹਾਂ, ਆਪਣੇ ਬੇਟੇ ਨਾਲ ਵੀ ਟਾਈਮ ਸਪੈਂਡ ਕਰਦੀ ਹਾਂ, 2 ਦਿਨ ਆਫ ਵੀ ਹੁੰਦੇ ਨੇ, ਤਾਂ ਤੁਹਾਨੂੰ ਲੱਗਦਾ ਕਿ ਆਪਣਾ ਕਿੱਤਾ ਚੂਜ਼ ਕਰਨਾ ਜ਼ਿਆਦਾ ਵਧੀਆ ਕਿਸੇ ਵੀ ਜੌਬ ਨਾਲੋਂ? ਮੇਰਾ ਪਰਸਨਲ ਐਕਸਪੀਰੀਅੰਸ ਦੀ ਮੈਂ ਗੱਲ ਕਰਾਂਗੀ। ਮੈਨੂੰ ਮੈਂ ਹਮੇਸ਼ਾ ਕਦੀ ਵੀ ਕੋਈ ਕਹਾਣੀ ਜਾਂ ਕੁਝ ਕਿਸੇ ਦੇ ਬਾਰੇ ਨਹੀਂ ਕਰਦੀ, ਮੈਂ ਆਪਣਾ ਹੀ ਦੱਸਦੀ ਹਾਂ। ਅਤੇ ਮੈਨੂੰ ਲੱਗਦਾ ਕਿ ਇਸ ਤੋਂ ਬਿਹਤਰ ਕੋਈ ਚੀਜ਼ ਹੋ ਹੀ ਨਹੀਂ ਸਕਦੀ ਸੀ। ਮੇਰਾ ਜਦ ਜੀਅ ਕਰਦਾ ਮੈਂ ਸੌਂ ਕੇ ਉੱਠਦੀ ਹਾਂ, ਅਤੇ ਜਦੋਂ ਜੀਅ ਕਰਦਾ ਮੈਂ ਉਦੋਂ ਸੌਂਦੀ ਹਾਂ। ਜੇ ਮੇਰੇ ਘਰ ਗੈਸਟ ਆ ਗਏ ਤਾਂ ਮੈਂ ਕਹਿ ਸਕਦੀ ਹਾਂ ਆਪਣੇ ਕਲਾਇੰਟਸ ਨੂੰ ਕਿ ਅੱਜ ਮੇਰਾ ਬਣਾਉਣ ਦਾ ਜੀਅ ਨਹੀਂ ਅਤੇ ਮੈਂ ਅੱਜ ਆਰਡਰ ਨਹੀਂ ਲੈ ਸਕਦੀ। ਮੈਂ ਜਿਸ ਦਿਨ ਮੇਰੇ ਬੇਟੇ ਦਾ ਐਗਜ਼ਾਮ ਹੈ, ਮੈਂ ਕਹਿ ਸਕਦੀ ਹਾਂ ਕਿ ਅੱਜ ਮੈਂ ਆਪਣੇ ਬੱਚੇ ਦੇ ਨਾਲ ਟਾਈਮ ਸਪੈਂਡ ਕਰਨਾ ਹੈ ਅਤੇ ਮੈਂ ਅੱਜ ਆਰਡਰ ਨਹੀਂ ਬਣਾ ਸਕਦੀ, ਹੈ ਨਾ। ਸੋ ਮੈਨੂੰ ਲੱਗਦਾ ਕਿ ਇਸ ਬਿਜ਼ਨਸ ਦੇ ਨੇ ਤਾਂ ਮੈਨੂੰ ਐਕਚੁਅਲੀ ਪਰ ਦੇ ਦਿੱਤੇ, ਕਿਉਂਕਿ ਨੌਕਰੀ ਨਹੀਂ ਸੀ ਦੇਣੇ। ਤੁਸੀਂ ਨੌਕਰੀ 'ਚ ਜਿੰਨਾ ਮਰਜ਼ੀ ਕ੍ਰੀਏਟਿਵ ਹੋ ਜਾਓ, ਕਿਤੇ ਨਾ ਕਿਤੇ ਤੁਹਾਡੇ ਬੌਸ ਨੂੰ ਕਦੀ ਨਾ ਕਿਤੇ ਜ਼ਰੂਰ ਲੱਗਦਾ ਹੈ ਕਿ ਸਾਨੂੰ ਬਾਈਪਾਸ ਕਰ ਰਹੀ ਹੈ। ਮੈਂ ਉਸ ਚੀਜ਼ਾਂ ਤੋਂ ਨਿਕਲੀ ਜਿੱਥੇ ਮੇਰੇ ਆਈਡੀਆਜ਼ ਬੈਟਰ ਸੀ, ਮੈਂ ਪਰਫਾਰਮੈਂਸ ਵੀ ਦਿੱਤੀ ਗਈ, ਪਰ ਕਿਤੇ ਨਾ ਕਿਤੇ ਕਿਉਂਕਿ ਮੈਂ ਇੱਕ ਫੀਮੇਲ ਸੀਗੀ ਔਰ ਥੋੜ੍ਹਾ ਦਿਮਾਗ ਤੇਜ਼ ਸੀਗਾ, ਇਸ ਕਰਕੇ ਮੈਨੂੰ ਕਾਫੀ ਵਾਰ ਇਸ ਚੀਜ਼ ਤੋਂ ਪ੍ਰੋਬਲਮਸ ਕ੍ਰੀਏਟ ਹੋਈਆਂ ਮੇਰੀਆਂ। ਔਰ ਇਹੀ ਜਿਹੀ ਚੀਜ਼ਾਂ ਮੈਂ ਆਪਣੇ ਬਿਜ਼ਨਸ 'ਚ ਕਰ ਰਹੀ ਹਾਂ, ਆਪਣਾ ਦਿਮਾਗ ਇਸਤੇਮਾਲ ਕਰ ਰਹੀ ਹਾਂ, ਉਹ ਕ੍ਰੀਏਟਿਵਿਟੀ ਪਾ ਰਹੀ ਹਾਂ, ਔਰ ਰਿਜ਼ਲਟਸ ਮੈਨੂੰ ਡਬਲ ਦੇ ਜਾਂਦਾ ਜੀ। ਤਾਂ ਮੈਂ ਐਕਚੁਅਲੀ ਇਹੀ ਕਹੂੰਗੀ ਕਿ ਮੈਂ ਆਪਣੇ ਬਿਜ਼ਨਸ ਨੂੰ ਖੋਲ੍ਹ ਕੇ ਬਹੁਤ ਖੁਸ਼ ਹਾਂ, ਕਿਉਂਕਿ ਮੈਨੂੰ ਹਰ ਇੱਕ ਪਾਸੇ ਤੋਂ ਮਤਲਬ ਇੰਡੀਪੈਂਡੈਂਸ ਹੈ, ਸੋਚਣ ਦੀ ਇੰਡੀਪੈਂਡੈਂਸ ਹੈ, ਮੇਰੀ ਡਿਸੀਜਨ ਮੇਕਿੰਗ ਦੀ ਇੰਡੀਪੈਂਡੈਂਸ ਹੈ, ਪੈਸੇ ਨੂੰ ਲੈ ਕੇ ਇੰਡੀਪੈਂਡੈਂਸ ਹੈ, ਸਭ ਤੋਂ ਅੱਛੀ ਫਰੀडम ਹੈ। ਔਰ ਸਭ ਤੋਂ ਅੱਛਾ ਇਹ ਹੈ ਕਿ ਮੈਂ ਇੰਨੇ ਸਾਰੇ ਲੋਕਾਂ ਨੂੰ ਸਰਵ ਕਰ ਪਾਉਂਦੀ ਹਾਂ ਸੈਲਫਲੈਸਲੀ। ਜੇ ਮੇਰਾ ਜੀ ਕਰਦਾ ਕਿ ਉਹ ਆਰਡਰ ਕਰਦੇ ਨੇ 1 ਕਿਲੋ ਬਿਰਿਆਨੀ ਤਾਂ ਮੈਂ 1.5 ਕਿਲੋ ਵੀ ਭੇਜ ਦਿੰਦੀ ਹਾਂ। ਮੈਂ ਕਦੀ ਅੱਜ ਤੱਕ ਕਾਊਂਟ ਨਹੀਂ ਕੀਤਾ, ਜਦ ਤੱਕ ਡੱਬਾ ਉੱਪਰ ਤੱਕ ਨਹੀਂ ਭਰਦਾ ਮੈਨੂੰ ਚੈਨ ਨਹੀਂ ਮਿਲਦਾ। ਸੋ ਮੈਨੂੰ ਇਹ ਲੱਗਦਾ ਕਿ ਇਨ ਅ ਵੇ ਮਤਲਬ ਮੈਨੂੰ ਇੰਨਾ ਜ਼ਿਆਦਾ ਸੈਟਿਸਫੈਕਸ਼ਨ ਇਸ ਬਿਜ਼ਨਸ ਤੋਂ ਮੈਨੂੰ ਹੋਰ ਕਿਸੇ ਕੰਮ ਨੇ ਦੇਣੀ ਨਹੀਂ ਸੀ ਇਹ ਸੈਟਿਸਫੈਕਸ਼ਨ। ਬਿਲਕੁਲ, ਜਿੱਦਾਂ ਬਹੁਤ ਸਾਰੇ ਤਕਰੀਬਨ ਹਰ ਰੈਸਟੋਰੈਂਟ ਜਾਂ ਛੋਟਾ ਮੋਟਾ ਕੈਫੇ ਸਾਰੇ ਬਿਰਿਆਨੀ ਬਣਾਉਂਦੇ ਨੇਗੇ, ਅਤੇ ਬਹੁਤ ਸਾਰੇ ਇੱਦਾਂ ਦੇ ਬ੍ਰਾਂਡਸ ਨੇ ਜਿਨ੍ਹਾਂ ਦੀ ਬਿਰਿਆਨੀ ਆਪਾਂ ਕਹਿ ਸਕਦੇ ਹਾਂ ਕਿ ਖਾਣੀਆਂ ਤਾਂ ਉੱਥੇ ਚੱਲਦੇ ਆਪਾਂ, ਹੈ ਨਾ। ਪਰ ਤੁਹਾਨੂੰ ਕੀ ਲੱਗਦਾ, ਸ਼ਾਇਦ ਇਸ ਸਵਾਲ ਦਾ ਜਵਾਬ ਤੁਹਾਡੇ ਕਲਾਇੰਟ ਵੀ ਵਧੀਆ ਦੇ ਸਕਦੇ ਨੇਗੇ, ਪਰ ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਹਾਡੀ ਬਿਰਿਆਨੀ 'ਚ ਇਹੋ ਜਿਹਾ ਕੀ ਖਾਸ ਹੁੰਦਾ ਹੈ ਕਿ ਲੋਕ ਤੁਹਾਡੇ ਕੋਲ ਆਉਂਦੇ ਨੇ, ਜਾਂ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੀ ਬਿਰਿਆਨੀ ਇੱਕ ਵਾਰੀ ਟੇਸਟ ਕਰਕੇ ਦੇਖਣ? ਮੇਰੇ ਕੋਲ ਸਿਰਫ ਪਿਆਰ ਹੈ ਦੇਣ ਲਈ, ਮੈਂ ਉਹੀ ਦਿੰਦੀ ਹਾਂ। ਬਾਕੀ ਸਭ ਕੁਝ ਮੈਂ ਉਹਨਾਂ ਦੀ ਡਿਸੀਜਨ 'ਤੇ ਛੱਡਦੀ ਹਾਂ ਕਿ ਉਹ ਦੁਬਾਰਾ ਆਉਣਾ ਚਾਹੁੰਦੇ ਕਿ ਨਹੀਂ। ਮੈਂ ਕਦੀ ਕਿਸੇ ਨਾਲ ਕੋਈ ਜ਼ਬਰਦਸਤੀ ਜਾਂ ਕੋਈ ਉਮੀਦ ਨਹੀਂ ਰੱਖੀ। ਇੱਕ ਵਾਰ ਖਾਣਾ ਬਣ ਕੇ ਚਲਾ ਗਿਆ, ਜੇ ਤਾਂ ਬਹੁਤ ਪਿਆਰ ਨਾਲ ਮੈਨੂੰ ਰਿਵਿਊ ਦੇ ਦਿੰਦੇ ਆ, ਮੈਂ ਸਿਰ ਮੱਥੇ ਲਾ ਲੈਂਦੀ ਹਾਂ।
ਜੇ ਕਈ ਵਾਰ ਗਲਤ ਵੀ ਆਉਂਦੇ ਨੇ, ਐ ਨਹੀਂ ਹੋਇਆ ਮੇਰੇ ਨਾਲ ਕਿ ਹਮੇਸ਼ਾ ਰਿਵਿਊਜ਼ ਬਹੁਤ ਅੱਛੇ ਆਏ, ਨਹੀਂ, ਬਹੁਤ ਵਾਰ ਖਰਾਬ ਵੀ ਆਏ। ਪਿੱਛੇ ਜਿਹੀ ਥੋੜ੍ਹੇ ਦਿਨ ਪਹਿਲਾਂ ਮੇਰੇ ਬੇਟੇ ਨੇ ਮੈਨੂੰ ਯਾਦ ਕਰਾਇਆ ਕਿ ਕਿਸੇ ਨੇ ਪੁੱਛਿਆ ਮੈਨੂੰ ਕਿ ਮੰਮਾ ਤੁਹਾਨੂੰ ਕਦੀ ਬੈਡ ਰਿਵਿਊਜ਼ ਨਹੀਂ ਆਉਂਦੇ, ਤੁਸੀਂ ਹਮੇਸ਼ਾ ਚੰਗੇ ਚੰਗੇ ਰਿਵਿਊਜ਼ ਬਾਰੇ ਗੱਲਾਂ ਕਰਦੇ ਹੋ। ਤੇ ਮੇਰੇ ਦਿਮਾਗ 'ਚ ਇੱਕਦਮ ਤੋਂ ਆਇਆ ਕਿ ਇੱਕ ਲੇਡੀ ਨੇ ਮੈਨੂੰ ਕੰਪਲੇਨ ਕੀਤੀ ਸੀ ਕਿ ਤੁਹਾਡੇ ਖਾਣੇ 'ਚ ਬਹੁਤ ਸਾਲਟ ਸੀਗਾ, ਤੇ ਪਰ ਉਹਨੇ ਬੜੀ ਗ੍ਰੇਸਫੁਲੀ ਪੈਸੇ ਮੈਨੂੰ ਸਾਰੇ ਦੇ ਦਿੱਤੇ ਸੀਗੇ। ਉਹ ਗੱਲ ਮੈਂ ਕਿਤੇ ਨਾ ਕਿਤੇ ਭੁੱਲ ਗਈ ਸੀਗੀ। ਉਸ ਹੀ ਦਿਨ ਮੈਂ ਉਹਨਾਂ ਨੂੰ ਫੋਨ ਕਰਕੇ ਗਿਆ, ਉਸ ਦਿਨ ਵੂਮਨਸ ਡੇ ਸੀਗਾ, ਤੇ ਮੈਂ ਕਿਹਾ ਅੱਜ ਮੈਂ ਤੁਹਾਨੂੰ ਖਾਣਾ ਭੇਜਣਾ ਚਾਹੁੰਦੀ ਹਾਂ, ਤੇ ਕਹਿੰਦੇ ਮੈਂ ਪੈਸੇ ਦਊਂਗੀ। ਮੈਂ ਕਿਹਾ ਨਹੀਂ, ਇਹ ਮੇਰੇ ਵੱਲੋਂ ਅੱਜ ਗਿਫਟ ਸਮਝ ਕੇ ਤੁਸੀਂ ਰੱਖ ਲਓ। ਸੋ ਮੈਂ ਆਪਣੇ ਬਿਜ਼ਨਸ 'ਚ ਕੰਮ ਕੀਤਾ, ਪਰ ਮੈਂ ਇਮਾਨਦਾਰੀ ਨਹੀਂ ਛੱਡੀ। ਮੈਨੂੰ ਐਂ ਲੱਗਦਾ ਕਿ ਮੇਰੇ ਬੇਸਿਕ ਖਰਚੇ, ਮੇਰਾ ਘਰ ਮੇਰੇ ਹਸਬੈਂਡ ਦੇਖ ਲੈਂਦੇ ਨੇ, ਜਿਹਦੇ ਕਰਕੇ ਮੈਨੂੰ ਫਰੀडम ਹੈ, ਜੇ ਮੈਂ ਕੁਝ ਕਰਨਾ ਚਾਹਾਂ ਤਾਂ ਮੈਂ ਕਰ ਸਕਦੀ ਹਾਂ ਉਸ ਚੀਜ਼ ਨੂੰ ਲੈ ਕੇ। ਔਰ ਆਈ ਥਿੰਕ ਇਹੀ ਸ਼ਾਇਦ ਥੋੜ੍ਹੀ ਜਿਹੀ ਇਮਾਨਦਾਰੀ ਕਰਕੇ ਮੇਰੇ ਨਾਲ ਲੋਕ ਜੁੜਦੇ ਜਾ ਰਹੇ ਨੇ, ਦਿਨ ਪਰ ਦਿਨ ਜੁੜਦੇ ਜਾ ਰਹੇ ਨੇ। ਹੋਰ ਗੁਰਦੀਪ, ਮੈਨੂੰ ਇੱਕ ਚੀਜ਼ ਇਹ ਵੀ ਲੱਗਦੀ ਹੈ, ਜਿਵੇਂ ਆਪਾਂ 1 ਮਹੀਨਾ ਹੋਸਟਲ 'ਚ ਰਹਿ ਕੇ ਆਉਂਦੇ ਹਾਂ, ਜਾਂ ਕਈ ਵਾਰ 2-3 ਦਿਨ ਬਾਹਰੋਂ ਖਾਣਾ ਪੈਂਦਾ ਨਾ, ਫਿਰ ਆਪਾਂ ਕਹਿੰਦੇ ਉਹਨਾਂ ਨੂੰ ਵੀ ਹੁਣ ਘਰ ਦਾ ਖਾਣਾ ਚਾਹੀਦਾ ਨਾ। ਮੈਨੂੰ ਲੱਗਦਾ ਵੀ ਘਰ ਦਾ ਖਾਣਾ ਸੋਚ ਕੇ ਵੀ ਲੋਕ ਚਾਹੁੰਦੇ ਆ ਕਿ ਅਸੀਂ ਇੱਥੋਂ ਖਾਈਏ, ਇੱਥੇ ਫਰੈਸ਼ ਹੋਏਗਾ ਨਾ। ਇੱਕ ਚੀਜ਼ ਜਿਹੜੀ ਮੇਰੇ ਦਿਮਾਗ 'ਚ ਆ ਰਹੀ ਹੈ, ਜਿਵੇਂ ਹੁਣ ਮੇਰਾ ਮਨ ਕਰ ਰਿਹਾ ਕਿ ਮੈਂ ਆਹ ਚੀਜ਼ ਖਾਣੀ ਆ ਨਾ, ਜਿਵੇਂ ਮੰਨ ਲਓ ਬਿਰਿਆਨੀ ਹੀ ਮੇਰਾ ਮਨ ਕਰਦਾ, ਮੈਂ ਪ੍ਰੈਫਰ ਕਰੂੰ ਕਿ ਰੈਸਟੋਰੈਂਟ ਜਿੱਥੇ ਵੀ ਬਣਦੀ ਆ ਮੈਂ ਜਾਵਾਂ ਤੇ ਵਿਦਿਨ 20 ਮਿੰਟ ਮੈਨੂੰ ਮਿਲ ਜਾਵੇ ਚੀਜ਼, ਹੈ ਨਾ। ਅਤੇ ਬਿਰਿਆਨੀ ਬਣਾਉਣ ਨੂੰ ਘੰਟਾ ਡੇਢ ਦਾ ਪ੍ਰੋਸੈਸ ਆ ਸਾਰਾ, ਹੈ ਨਾ। ਅਤੇ ਤੁਸੀਂ ਕਿੰਨਾ ਕੁ ਟਾਈਮ ਪਹਿਲਾਂ ਆਰਡਰ ਲੈਂਦੇ ਹੋ ਕਿ ਜੇ ਤੁਹਾਨੂੰ 2 ਵਜੇ ਡਿਲੀਵਰੀ ਚਾਹੀਦੀ ਹੈ ਤਾਂ ਮੈਨੂੰ ਤੁਸੀਂ ਇਸ ਟਾਈਮ ਤੱਕ, ਹੈ ਨਾ, ਆਰਡਰ ਕਰੋ, ਜਾਂ ਫਿਰ ਇਹ ਹੁੰਦਾ ਕਿ ਮੈਕਸੀਮਮ 10 ਵਜੇ ਤੱਕ ਜਿੰਨੇ ਆਰਡਰਸ ਆਏ ਉਹਨਾਂ ਨੂੰ ਮੈਂ ਇੰਨੇ ਟਾਈਮ 'ਚ ਪ੍ਰਪੇਅਰ ਕਰਨਾ। ਐਂਡ ਪਲੱਸ ਇਹਨਾਂ ਨੇ ਆਫ ਕੈਮਰਾ ਜਿਹੜੀ ਤੁਸੀਂ ਗੱਲ ਇਹਨਾਂ ਨੂੰ ਪੁੱਛੀ ਸੀਗੀ ਨਾ, ਵੀ ਮੰਨ ਲਓ ਇੱਕ ਨੇ ਚਿਕਨ ਬਿਰਿਆਨੀ ਖਾਣੀ ਹੈ, ਇੱਕ ਨੇ ਮਟਨ ਬਿਰਿਆਨੀ ਖਾਣੀ ਹੈ, ਤਾਂ ਫਿਰ ਉਹ ਤੁਸੀਂ ਕਿਵੇਂ ਤਿਆਰ ਕਰਦੇ ਹੋ ਇੱਕ ਟਾਈਮ 'ਤੇ? ਜੀ, ਮੇਰਾ ਅਰਾਊਂਡ 10-10:30 ਵਜੇ ਸਵੇਰੇ ਮੈਂ ਇੱਕ ਮੈਨਿਊ, ਮੈਂ ਇੱਕ ਬ੍ਰੌਡਕਾਸਟ ਲਿਸਟ ਬਣਾਈ ਹੋਈ ਹੈ WhatsApp 'ਤੇ। ਮੈਂ WhatsApp ਗਰੁੱਪ ਨਹੀਂ ਬਣਾਇਆ ਹੋਇਆ ਕਿਉਂਕਿ ਲੋਕ ਡਿਸਟਰਬ ਹੁੰਦੇ ਨੇ, ਅਤੇ ਮੈਂ ਬ੍ਰੌਡਕਾਸਟ ਲਿਸਟ ਬਣਾਈ ਹੋਈ ਹੈ, ਅਤੇ ਮੈਂ ਸਵੇਰੇ 10-10:30 ਵਜੇ ਮੈਨਿਊ ਭੇਜ ਦਿੰਦੀ ਹਾਂ ਆਪਣਾ ਡੇ ਦਾ। ਜਿਵੇਂ ਲੰਚ ਦਾ ਮੈਨਿਊ ਵੀ ਚਲਾ ਜਾਂਦਾ ਹੈ ਔਰ ਸ਼ਾਮ ਦਾ ਵੀ ਚਲਾ ਜਾਂਦਾ ਹੈ। ਸਵੇਰ ਦਾ ਉਸੇ ਬ੍ਰੌਡਕਾਸਟ ਲਿਖਿਆ ਹੁੰਦਾ ਸਵੇਰ ਦਾ ਆਰਡਰ ਮੈਂ ਲਾਸਟ 11:30 ਵਜੇ ਤੱਕ ਲੈਣੇ ਹੈ। ਜਿਨ੍ਹਾਂ ਨੇ ਪਹਿਲਾਂ ਆਰਡਰ ਦਿੱਤੇ ਉਹਨਾਂ ਦੇ ਮੈਂ ਐਕਸੈਪਟ ਕਰ ਲੈਂਦੀ ਹਾਂ। ਜਿੱਥੇ ਮੈਨੂੰ ਲੱਗਦਾ ਕਿ 5 ਦੀ ਫਿਗਰ ਕ੍ਰਾਸ ਕਰ ਗਈ 5 ਕਲਾਇੰਟਸ ਦੀ, ਮੈਂ ਉੱਥੇ ਫਿਰ ਉਹਨਾਂ ਨੂੰ ਦੱਸ ਦਿੰਦੀ ਹਾਂ ਕਿ ਹੁਣ ਆਰਡਰਸ ਮੈਂ ਨਹੀਂ ਲੈ ਪਾਵਾਂਗੀ ਹੋਰ, ਜਾਂ ਤੁਸੀਂ ਉਹ ਸ਼ਾਮ ਨੂੰ ਕਰ ਸਕਦੇ ਹੋ ਆਰਡਰ ਜਾਂ ਅਗਲੇ ਦਿਨ ਸਵੇਰੇ। ਸੋ ਮੇਰਾ ਲਾਸਟ ਆਰਡਰ 11 ਵਜੇ ਹੁੰਦਾ, 11-11:30 ਵਜੇ, ਅਤੇ ਡਿਲੀਵਰੀ ਹੁੰਦੀ ਹੈ ਫੂਡ ਦੀ 1:30 ਵਜੇ। ਕਿਉਂਕਿ ਹੁਣ ਐਕਸਪੀਰੀਅੰਸ ਹੋ ਗਿਆ ਕੁਕਿੰਗ 'ਚ, ਕਿੰਨੀ ਜਲਦੀ ਕੰਮ ਹੁੰਦਾ ਹੈ। ਸੋ ਮੈਨੂੰ ਸਿਰਫ ਘੰਟਾ ਕੁ ਲੱਗਦਾ ਪ੍ਰੈਪਰੇਸ਼ਨ ਦਾ। 1 ਘੰਟਾ ਮੈਂ ਲੈਂਦੀ ਹਾਂ ਜਦੋਂ ਮੇਰੇ ਵੈਂਡਰਸ, ਜਿਵੇਂ ਅਗਰ ਚਿਕਨ ਬਿਰਿਆਨੀ ਹੈ ਤਾਂ ਉਹਨਾਂ ਨੂੰ ਅੱਧਾ-ਪੌਣਾ ਘੰਟਾ ਦਿੰਦੀ ਹਾਂ ਕਿ ਉਹ ਡਿਲੀਵਰ ਕਰ ਦੇਣ ਫਰੈਸ਼ ਚਿਕਨ। ਮੇਰੀ ਕਿਚਨ 'ਚ ਕੋਈ ਵੀ ਚੀਜ਼ ਰੈਡੀ ਕਦੀ ਵੀ ਨਹੀਂ ਹੁੰਦੀ, ਨਾ ਚਾਹ ਮਸਾਲੇ ਤੋਂ ਲੈ ਕੇ ਨਾ ਕੋਈ ਖਾਣਾ, ਨਾ ਚਿਕਨ, ਨਾ ਮਟਨ, ਨਥਿੰਗ, ਸਾਰਾ ਕੁਝ ਫਰੈਸ਼ ਆਉਂਦਾ ਹੈ। ਸੋ ਜਿੰਨੇ ਮੇਰੇ ਕਲਾਇੰਟਸ ਹੈ ਕਈ ਵਾਰ ਟੁੱਟਦੇ ਵੀ ਨੇ ਕਲਾਇੰਟ, ਕਿਉਂਕਿ ਉਹਨਾਂ ਨੂੰ ਇਮੀਡੀਏਟਲੀ ਕੁਝ ਖਾਣਾ ਹੈ। ਬਿਲਕੁਲ। ਪਰ ਮੈਂ ਇਹ ਚੀਜ਼ ਦੇ ਉੱਤੇ ਬਿਲਕੁਲ ਉਹਨਾਂ ਦੀ ਮਦਦ ਨਹੀਂ ਕਰ ਪਾਉਂਦੀ ਕਿਉਂਕਿ ਮੈਂ ਸਾਰਾ ਕੁਝ ਫਰੈਸ਼ ਲੈ ਕੇ ਆਉਣਾ ਹੁੰਦਾ। ਸੋ ਮੇਰੇ ਜਿਹੜੇ ਵੈਂਡਰਸ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਇਹਨਾਂ ਨੇ ਫਰੈਸ਼ ਹੀ ਕੰਮ ਕਰਨਾ ਹੈ। ਸੋ ਇਸ ਕਰਕੇ ਮੇਰੇ ਆਰਡਰਸ ਉੱਥੇ ਵੀ ਥੋੜ੍ਹੇ ਜਿਹੇ ਘੱਟ ਨੀਚੇ ਆ ਜਾਂਦੇ ਕਿਉਂਕਿ ਮੈਂ ਪ੍ਰੈਪਰੇਸ਼ਨ ਪਹਿਲਾਂ ਨਹੀਂ ਕਰਦੀ। ਕਿ ਹੋਮ ਕਿਚਨ ਦਾ ਆਈਡੀਆ ਹੀ ਇਹ ਸੀਗਾ ਕਿ ਫਰੈਸ਼ ਖਾਣਾ ਦੇਣਾ ਹੈ। ਸੋ ਮੈਂ ਉਸੇ ਲਾਈਨਸ 'ਤੇ ਹੁਣ ਵੀ ਉਸੇ ਰੂਲਸ ਦੇ ਉੱਤੇ ਚੱਲ ਰਹੀ ਹਾਂ ਕਿ ਫਰੈਸ਼ ਫੂਡ ਹੀ ਸਰਵ ਹੋਏਗਾ। ਔਰ ਲਾਸਟ ਆਰਡਰ 10:30 ਵਜੇ ਤੱਕ ਮਾਰਨਿੰਗ ਅਗਰ ਮੈਨੂੰ ਆ ਜਾਏ ਤਾਂ ਬਹੁਤ ਸੋਹਣਾ, ਜੇ ਨਹੀਂ ਆਉਂਦਾ ਤਾਂ ਫਿਰ ਉਹ ਈਵਨਿੰਗ ਸ਼ਿਫਟ ਕਰ ਦਿੰਦੇ ਕਈ ਵਾਰ ਆਰਡਰ। ਬਿਲਕੁਲ। ਇੱਕ ਤੁਸੀਂ ਹੁਣੀ ਗੱਲ ਕਹੀ ਸੀਗੀ ਕਿ ਜਿਹੜੇ ਮੇਰੇ ਬੇਸਿਕ ਖਰਚੇ ਨੇ ਮੇਰੇ ਘਰ ਦੇ, ਉਹ ਮੇਰੇ ਹਸਬੈਂਡ ਮੈਨੇਜ ਕਰ ਲੈਂਦੇ ਨੇ, ਕਿਉਂਕਿ ਅਸੀਂ ਅਕਸਰ ਇਹਨਾਂ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਦੇ ਰਹਿੰਦੇ ਹਾਂ। ਸਾਡਾ ਰੀਸੈਂਟ ਇੱਕ ਗੱਲ 'ਤੇ ਗੱਲ ਇਸੇ ਵਿਸ਼ੇ 'ਤੇ ਗਿਆ ਕਿ ਕੁੜੀਆਂ ਦਾ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਕਿਉਂ ਜ਼ਰੂਰੀ ਹੈ। ਕਈ ਵਾਰੀ ਸਾਨੂੰ ਲੱਗਦਾ ਹੁੰਦਾ ਕਿ ਅਗਰ ਫਾਈਨੈਂਸ਼ੀਅਲ ਕੰਡੀਸ਼ਨ ਨਹੀਂ ਸਹੀ ਹੈਗੀ ਘਰ ਦੀ ਤਾਂ ਹੀ ਅਸੀਂ ਜੋਬ ਕਰਨੀ ਆ। ਤਾਂ ਕਈ ਵਾਰੀ ਜਦੋਂ ਕੁੜੀਆਂ ਵਿਆਹ ਕੇ ਦੂਸਰੇ ਘਰ ਜਾਂਦੀਆਂ ਨੇ, ਜਾਂ ਕਈ ਵਾਰ ਆਪਣੇ ਘਰ ਵੀ ਜਦੋਂ ਆਪਣੇ ਮਾਂ-ਬਾਪ ਦੇ ਘਰ ਵੀ ਹੁੰਦੀਆਂ ਨੇ, ਉਦੋਂ ਵੀ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਤੁਹਾਨੂੰ ਕੀ ਜ਼ਰੂਰਤ ਹੈ ਕਮਾਉਣ ਦੀ, ਤੁਹਾਨੂੰ ਸਾਰਾ ਕੁਝ ਮਿਲ ਰਿਹਾ। ਜਾਂ ਕਈ ਵਾਰ ਇਨ-ਲੌਸ 'ਚ ਜਾ ਕੇ ਵੀ ਆਪਾਂ ਨੂੰ ਇਹ ਫੇਸ ਕਰਨੀਆਂ ਪੈਂਦੀਆਂ ਨੇ ਚੀਜ਼ਾਂ ਕਿ ਤੁਹਾਨੂੰ ਕੀ ਜ਼ਰੂਰਤ ਹੈ ਕਮਾਉਣ ਦੀ, ਸਾਰਾ ਕੁਝ ਤਾਂ ਤੁਹਾਨੂੰ ਘਰ ਬੈਠਿਆਂ ਨੂੰ ਮਿਲ ਰਿਹਾ, ਹੈ ਨਾ। ਸੋ ਜਿਵੇਂ ਤੁਸੀਂ ਵੀ ਇਹ ਚੀਜ਼ ਮੈਂਸ਼ਨ ਕੀਤੀ ਹੈ ਕਿ ਬੇਸਿਕ ਖਰਚੇ ਜਿਹੜੇ ਘਰ ਦੇ ਨੇ ਤੁਹਾਡੇ, ਉਹ ਤੁਹਾਡੇ ਹਸਬੈਂਡ ਕਰ ਲੈਂਦੇ ਸੀਗੇ, ਪਰ ਫਿਰ ਵੀ ਤੁਸੀਂ ਆਪਣਾ ਕਮਾਉਣਾ ਜ਼ਰੂਰੀ ਕਿਉਂ ਸਮਝਿਆ? ਮੇਰੀ ਸ਼ੁਰੂਆਤ ਹੋਈ ਸੀ ਕਰੋਨਾ ਦੇ ਡਿਊਰਿੰਗ। ਮੇਰੇ ਹਸਬੈਂਡ ਦੀ ਫਿਟਨੈਸ ਅਕੈਡਮੀ ਹੈਗੀ ਹੈ, ਜਿੱਥੇ ਸਾਰੇ ਬਿਜ਼ਨਸ ਥੱਲੇ ਗਏ ਸੀਗੇ, ਉਹਨਾਂ ਦਾ ਵੀ ਬਿਜ਼ਨਸ ਥੱਲੇ ਗਿਆ। ਸਟਾਰਟਿੰਗ 'ਚ ਤਾਂ ਜਿਵੇਂ ਮੈਂ ਦੱਸਿਆ ਕਿ ਮੈਨੂੰ ਬਹੁਤ ਟਾਈਮ ਮਿਲ ਗਿਆ ਸੀ ਸੋਚਣ ਦਾ, ਆਪਣਾ ਪ੍ਰੋਡਕਟ ਲਾਂਚ ਕਰਨ ਦਾ। ਬਟ ਕਿਉਂਕਿ ਆਉਣ ਵਾਲੇ 6 ਮਹੀਨੇ ਥੋੜ੍ਹੇ ਡਿਫਿਕਲਟ ਰਹੇ ਹਰ ਇੱਕ ਬਿਜ਼ਨਸ ਵਾਸਤੇ, ਮੇਰਾ ਬਿਜ਼ਨਸ ਇੱਕ ਬਹੁਤ ਬੜਾ ਸਪੋਰਟ ਸਿਸਟਮ ਰਿਹਾ ਘਰ ਦੇ ਵਾਸਤੇ। ਬਿਲਸ ਨਹੀਂ ਰੁਕੇ, ਸਾਡੀ ਜ਼ਿੰਦਗੀ ਰੁਕ ਗਈ ਸੀ ਉਸ ਟਾਈਮ 'ਤੇ।
ਤੇ ਉਹ ਬਿਲਸ ਮੈਂ ਬਹੁਤ ਹੀ ਖੁਸ਼ੀ ਨਾਲ ਕਹਿੰਦੀ ਹਾਂ ਉਹ ਬਿਲਸ ਮੈਂ ਚੱਕ ਪਾਈ ਬਿਕੋਜ਼ ਮੈਂ ਉਸ ਟਾਈਮ ਤੇ ਕੰਮ ਮੈਂ ਸ਼ੁਰੂ ਕੀਤਾ ਸੀ ਆਪਣੇ ਲਈ, ਪਰ ਉਹ ਹਾਲਾਤ ਕਿਵੇਂ ਬਦਲ ਕੇ ਔਰ ਕਿਵੇਂ ਮੈਂ ਪਿਕਚਰ 'ਚ ਆ ਕੇ ਫਰੰਟ ਸਟੈਪ ਲੈ ਗਈ ਫੈਮਿਲੀ ਦਾ। ਸੋ ਇਹ ਬਹੁਤ ਅੱਛਾ ਡਿਸੀਜਨ ਰਿਹਾ। ਮੈਨੂੰ ਇਹ ਲੱਗਦਾ ਕਿ ਕਦੀ ਅਸੀਂ ਉਹਨਾਂ 'ਤੇ ਡਿਪੈਂਡੈਂਟ ਹੁੰਦੇ ਨੇ ਔਰ ਸਾਡਾ ਇੰਡੀਪੈਂਡੈਂਟ ਹੋਣ ਕਰਕੇ ਕਦੀ ਉਹ ਸਾਡੇ 'ਤੇ ਵੀ ਡਿਪੈਂਡ ਹੋ ਸਕਦੇ ਨੇ। ਇਹ ਵਕਤ ਨੂੰ ਸਾਨੂੰ ਕਿਸੇ ਦਾ ਕਦੀ ਪਤਾ ਨਹੀਂ ਹੁੰਦਾ, ਸਾਨੂੰ ਰੈਡੀ ਰਹਿਣਾ ਚਾਹੀਦਾ, ਮੈਨੂੰ ਇਹ ਲੱਗਦਾ। ਸੋ ਆਈ ਥਿੰਕ ਆਈ ਵਾਜ਼ ਰੈਡੀ, ਉਹ ਤਾਂ ਹੀ ਮੈਂ ਕਰ ਪਾਈ। ਅੱਜ ਦੀ ਡੇਟ 'ਚ ਮੈਂ ਹੁਣ ਜਿਵੇਂ ਕੁਝ ਪੜ੍ਹਨਾ ਹੁੰਦਾ ਜਾਂ ਪੜ੍ਹਾਈ ਕਰਨੀ ਹੁੰਦੀ ਹੈ ਜਾਂ ਮੈਂ ਕਿਸੇ ਆਪਣੇ ਅਜ਼ੀਜ਼ ਦੋਸਤ ਦੀ ਮਦਦ ਕਰਨੀ ਹੈ ਤੇ ਉਹ ਸਾਰੀ ਮੇਰੀ ਫੰਡਿੰਗ ਮੇਰੀ ਕਿਚਨ ਕਰ ਦਿੰਦੀ ਹੈ ਔਰ ਮੈਨੂੰ ਕਿਸੇ ਨੂੰ ਐਕਸਪਲੇਨੇਸ਼ਨ ਨਹੀਂ ਦੇਣੀ ਪੈਂਦੀ ਕਿ ਕਿੱਥੇ ਗਿਆ ਔਰ ਕੀ ਕੀਤਾ। ਸੋ ਮੈਂ ਬੜੀ ਮਤਲਬ ਖੁੱਲ੍ਹੇ ਹੱਥ ਨਾਲ ਅੱਜ ਦੀ ਡੇਟ 'ਚ ਕਿਸੇ ਦੀ ਮਦਦ ਕਰਨੀ ਹੋਵੇ ਜਾਂ ਮੈਂ ਆਪ ਦੇ ਵਾਸਤੇ ਕੋਈ ਚੀਜ਼ ਲੈਣੀ ਹੋਵੇ ਤੇ ਮੈਂ ਬਹੁਤ ਸੋਹਣੀ ਤਰ੍ਹਾਂ ਖੁਸ਼ੀ ਨਾਲ ਕਰ ਪਾਉਂਦੀ ਹਾਂ। ਮਤਲਬ ਘਰ ਦੇ ਬੇਸਿਕ ਖਰਚੇ, ਮਤਲਬ ਸਾਡਾ ਬਿਜਲੀ ਦਾ ਬਿੱਲ ਹੋ ਗਿਆ, ਸਾਡੇ ਖਾਣ ਪੀਣ ਦੀ, ਉਹ ਸਾਰੀ ਚੀਜ਼ਾਂ ਸਾਡੇ ਫਾਦਰ ਸਾਹਿਬ, ਸਾਡੇ ਹਸਬੈਂਡ ਚੱਕ ਹੀ ਲੈਂਦੇ। ਜਿੱਥੇ 4 ਲੋਕ ਖਾਂਦੇ ਨੇ ਉੱਥੇ ਤੁਸੀਂ ਵੀ ਖਾ ਲੈਂਦੇ ਹੋ। ਪਰ ਜੇ ਤੁਹਾਡੇ ਆਪਣੇ ਸੁਪਨੇ ਡ੍ਰੀਮਸ ਨੇ ਉਹ ਤੁਹਾਨੂੰ ਆਪਣੇ ਆਪ ਹੀ ਪੂਰੇ ਕਰਨੇ ਚਾਹੀਦੇ। ਮੈਨੂੰ ਲੱਗਦਾ ਕਿ ਇਹ ਬਹੁਤ ਜ਼ਰੂਰੀ ਹੈ ਇੱਕ ਫੀਮੇਲ ਲਈ ਔਰ ਇੱਕ ਮੇਲ ਲਈ ਵੀ। ਜ਼ਰੂਰੀ ਨਹੀਂ ਕੋਈ ਹਾਲਾਤ ਖਰਾਬ ਹੋਣ ਤੁਸੀਂ ਤਾਂ ਹੀ ਆ ਕੇ ਬਾਹਰ ਕੰਮ ਕਰੋ। ਤੁਸੀਂ ਇੰਨਾ ਪੜ੍ਹੇ ਹੋ, ਸਾਰਾ ਕੁਝ ਕਰ ਰਹੇ ਹੋ, ਤੁਹਾਨੂੰ ਹਾਲਾਤ ਦੀ ਵੇਟ ਕਰਨ ਦੀ ਲੋੜ ਨਹੀਂ ਹੈ। ਤੁਸੀਂ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕਰ ਸਕਦੇ ਹੋ। ਕਹਿੰਦੇ ਨੇ ਕਿ ਜਦੋਂ ਕੋਈ ਮਤਲਬ ਆਪਾਂ ਕੰਮ ਸ਼ੁਰੂ ਕਰਦੇ ਹਾਂ ਨਾ, ਚਾਹੇ ਤੁਹਾਨੂੰ ਕਿੰਨਾ ਵੀ ਮਰਜ਼ੀ ਸ਼ੌਂਕ ਆ ਉਸ ਚੀਜ਼ ਦਾ, ਪਰ ਫਿਰ ਵੀ ਤੁਹਾਨੂੰ ਉਹਦੇ 'ਚ ਥੋੜ੍ਹਾ ਦਿਮਾਗ ਲਾਉਣਾ ਪੈਂਦਾ ਨਾ ਕਿ ਮਤਲਬ ਚੰਗਾ ਬਿਜ਼ਨਸ ਕਰਨ ਲਈ ਤੁਹਾਨੂੰ ਦਿਨ ਬ ਦਿਨ ਸਿੱਖਣਾ ਪੈਂਦਾ। ਅਤੇ ਹੁਣ ਜਿਵੇਂ ਆਪਾਂ ਕਿਸੇ ਵੀ ਰੈਸਟੋਰੈਂਟ 'ਤੇ ਲਾਈਏ ਜਾਂ ਬਹੁਤ ਸਾਰੇ ਹੋਰ ਜਿੱਥੇ ਵੀ ਕੋਈ ਇੱਦਾਂ ਦਾ ਕੰਮ ਹੁੰਦਾ, ਤਾਂ ਉਹ ਹੁੰਦਾ ਕਈ ਵਾਰੀ ਕਿ ਤੁਹਾਨੂੰ ਇਸ ਦਿਨ ਮੰਨ ਲਓ ਵਿਮਨ ਡੇ ਆ, ਤੁਹਾਨੂੰ 10% ਆਫ ਮਿਲੇਗਾ, ਤੁਹਾਨੂੰ ਇਸ ਦਿਨ ਆਹ ਚੀਜ਼ ਮਤਲਬ ਇੱਕ ਐਡੀਸ਼ਨਲ ਤੁਸੀਂ ਐਡ ਕਰ ਦਿੰਦੇ ਹੋ ਉਹਦੇ 'ਚ ਕਿ ਆਹ ਤੁਹਾਨੂੰ ਨਾਲ ਅਸੀਂ ਦੇ ਰਹੇ ਹਾਂ, ਹੈ ਨਾ। ਤਾਂ ਤੁਸੀਂ ਵੀ ਕੁਛ ਇੱਦਾਂ ਦਾ ਚੇਂਜ ਕਰਦੇ ਹੋ? ਜੇ ਤੁਸੀਂ ਗੱਲ ਕਰੋ ਆਫਰਸ ਦੀ, ਮੈਨੂੰ ਯਾਦ ਨਹੀਂ ਕਿ ਕਦੀ ਮੈਂ ਕੋਈ ਆਪਣੇ ਕੋਈ ਡਿਸਕਾਊਂਟ ਆਫਰ ਕੀਤਾ ਹੋਵੇ ਕਿਸੇ ਕਲਾਇੰਟ ਨੂੰ। ਜਦੋਂ ਕੋਈ ਪ੍ਰੋਡਕਟ ਉਹਨਾਂ ਨੂੰ ਸੈਟਿਸਫਾਈਡ ਨਹੀਂ ਕਰਦਾ, ਉਹਨਾਂ ਨੂੰ ਮੈਂ ਇਹ ਜ਼ਰੂਰ ਕਹਿੰਦੀ ਹਾਂ ਕਿ ਨੈਕਸਟ ਆਰਡਰ 'ਤੇ ਤੁਹਾਨੂੰ ਮੈਂ 50% ਆਫ ਦੇ ਦਾਂਗੀ। ਪਰ ਅਦਰਵਾਈਜ਼ ਮੈਂ ਕਦੀ ਕੋਈ ਡਿਸਕਾਊਂਟ ਸਟਰਕਚਰ ਆਪਣੇ ਕੰਮ 'ਤੇ ਨਹੀਂ ਲਾਇਆ। ਇਹ ਫਿਰ ਉੱਥੇ ਹੀ ਗੱਲ ਆ ਕੇ ਰੁਕਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਕਿੰਨਾ ਵਰਥ ਦਿੰਦੇ ਹੋ। ਮੈਨੂੰ ਐਂ ਲੱਗਦਾ ਕਿ ਮੇਰਾ ਕੰਮ ਤਾਂ ਨਹੀਂ ਘਟਿਆ ਤੇ ਮੈਂ ਡਿਸਕਾਊਂਟਸ ਆਪਣੇ ਇੱਕ ਪ੍ਰੋਡਕਟ ਨੂੰ ਅੱਗੇ ਲਿਜਾਣ ਵਾਸਤੇ ਮੈਂ ਕਦੀ ਆਫਰ ਉਹ ਨਹੀਂ ਐਕਸੈਪਟ ਕੀਤੀ। ਹਾਂ, ਇਹ ਜ਼ਰੂਰ ਮੈਂ ਕੀਤੀਆਂ ਕਈ ਵਾਰ ਕਿ ਜੇ ਮੈਂ ਬਿਰਿਆਨੀ ਬਣਾਈ ਤੇ ਔਰ ਮੈਂ ਲੱਡੂ ਬਣਾ ਰਹੀ ਹਾਂ, ਕੋਈ ਪੰਜੀਰੀ ਬਣਾ ਰਹੀ ਹਾਂ, ਮੈਂ ਆਊਟ ਆਫ ਲਵ ਜ਼ਰੂਰ ਭੇਜ ਦਿੰਦੀ ਹਾਂ। ਕਦੀ ਡਿਸਾਈਡ ਨਹੀਂ ਕਰਦੀ, ਜੇ ਕਿਚਨ 'ਚ ਕੁਝ ਬਣਿਆ ਪਿਆ ਤਾਂ ਮੈਂ ਜ਼ਰੂਰ ਨਾਲ ਭੇਜ ਦਿੰਦੀ ਹਾਂ। ਇਹ ਕਲਾਇੰਟਸ ਨੂੰ ਪਤਾ ਇਸ ਗੱਲ ਦਾ ਮੇਰੇ ਕਿ ਹਾਂਜੀ ਜੇ ਕੁਝ ਐਕਸਟਰਾ ਜਾਂ ਕੁਝ ਵੀ ਬਣਿਆ ਹੋਇਆ ਇਹ ਜ਼ਰੂਰ ਪੈਂਪਰ ਕਰੇਗੀ ਸਾਨੂੰ। ਪਰ ਮੈਂ ਉਹ ਵਕਤ ਦੀ ਜਾਂ ਘੜੀ ਦੀ ਵੇਟ ਨਹੀਂ ਕਰਦੀ, ਉਹ ਮੈਂ ਨੈਚੁਰਲੀ ਆਪਣਾ ਪਸੰਦ ਜਦੋਂ ਮੈਨੂੰ ਪਸੰਦ ਆਉਂਦਾ ਉਦੋਂ ਮੈਂ ਕਰ ਲੈਂਦੀ ਹਾਂ। ਜਿਵੇਂ ਤੁਸੀਂ ਕਿਹਾ ਸੀ ਕਿ ਤੁਹਾਡੀ ਪੰਜੀਰੀ ਅਤੇ ਪਿੰਨੀਆਂ ਤਾਂ ਹੈ ਨਾ ਕੈਨੇਡਾ ਤੱਕ ਵੀ ਜਾ ਰਹੀਆਂ ਨੇ, ਪਰ ਇਹ ਡਿਸ਼ ਜਿੱਦਾਂ ਤੁਸੀਂ ਬਿਰਿਆਨੀ ਬਣਾਉਂਦੇ ਹੋ ਜਾਂ ਡੇਲੀ ਦਾ ਜਿਹੜਾ ਤੁਹਾਡਾ ਕੋਰਸ, ਉਹ ਪਟਿਆਲਾ 'ਚ ਹੀ ਡਿਲੀਵਰ ਹੁੰਦਾ ਜਾਂ ਬਾਹਰੋਂ ਵੀ ਤੁਹਾਨੂੰ ਆਰਡਰਸ ਆਉਂਦੇ ਆ ਕਿ ਆਊਟ ਆਫ ਪਟਿਆਲਾ ਵੀ ਲੋਕ ਆਰਡਰ ਕਰਦੇ ਆ? ਬਿਰਿਆਨੀ ਜਿਹੜਾ ਪ੍ਰੋਡਕਟ ਹੈ ਉਹ ਛੇਤੀ ਖਰਾਬ ਹੋਣ ਵਾਲਾ ਹੈ ਤੇ ਜਦੋਂ ਕੋਈ ਆਰਡਰ ਆਉਂਦਾ ਵੀ ਤਾਂ ਮੈਂ ਕਲਾਇੰਟ ਨੂੰ ਪੁੱਛ ਲੈਂਦੀ ਹਾਂ ਕਈ ਵਾਰ ਕਿ ਤੁਸੀਂ ਕੋਈ ਭੇਜ ਸਕਦੇ ਹੋ ਕਿਸੇ ਨੂੰ ਜਾਂ ਕੋਈ ਆ ਰਿਹਾ। ਤੇ ਕਈ ਵਾਰ ਜੇ ਮੈਂ ਚੰਡੀਗੜ੍ਹ ਜਾ ਰਹੀ ਹੁੰਦੀ ਹਾਂ, ਮੇਰਾ ਹੋਮ ਟਾਊਨ ਹੈ, ਤੇ ਮੈਂ ਜ਼ਰੂਰ ਆਰਡਰਸ ਲੈ ਲੈਂਦੀ ਹਾਂ, ਮੈਂ ਕੁੱਕ ਕਰਕੇ ਨਾਲ ਲੈ ਜਾਂਦੀ ਹਾਂ। ਪਰ ਪੰਜੀਰੀ ਔਰ ਲੱਡੂ ਇੱਦਾਂ ਦੀ ਚੀਜ਼ ਨੇ ਜਿਹੜੀਆਂ ਦੂਜੇ ਸ਼ਹਿਰ 'ਚ ਬਿਨਾਂ ਕਿਸੇ ਖਰਾਬੀ ਤੋਂ ਪਹੁੰਚ ਸਕਦੇ ਨੇ। ਸੋ ਮੇਰੇ ਲਈ ਉਹ ਈਜ਼ੀ ਰਹਿੰਦਾ ਹੈ ਤੇ ਉਹ ਡਿਲੀਵਰ ਕਰਨਾ ਵੀ ਈਜ਼ੀ ਰਹਿੰਦਾ ਹੈ। ਸੋ ਮੈਂ ਇਹ ਚੀਜ਼ਾਂ ਜ਼ਰੂਰ ਕੀਤੀਆਂ। ਸੋ ਹੁਣ ਕੁਕਿੰਗ ਤੁਹਾਡਾ ਸ਼ੌਂਕ ਬਣੀ ਕਿ ਨਹੀਂ ਬਣੀ ਹਾਲੇ ਤੱਕ ਵੀ? ਮੈਨੂੰ ਲੱਗ ਰਿਹਾ ਇਹ ਸਵਾਲ ਤੇ ਮੈਂ ਸ਼ਾਇਦ ਅਟਕਾਂਗੀ ਥੋੜ੍ਹਾ ਜਿਹਾ, ਕਿਉਂਕਿ ਹੁਣ ਮੈਂ ਜਿਵੇਂ ਜਿਵੇਂ ਬੜੀ ਕੰਫਰਟੇਬਲ ਸਟੇਟ ਆਫ ਮਾਈਂਡ 'ਚ ਹੈਗੀ ਆ। ਕੁਕਿੰਗ ਮੇਰਾ ਬਹੁਤ ਜ਼ਿਆਦਾ ਬੜਾ ਪੈਸ਼ਨ ਬਣ ਗਿਆ ਔਰ ਸ਼ਾਇਦ ਮੈਂ ਕੁਕਿੰਗ ਨੂੰ ਰੱਬ ਵਾਂਗੂ ਹੀ ਲੈਣ ਲੱਗ ਗਈ ਹਾਂ। ਮੇਰੇ ਤੋਂ ਖਾਣਾ ਉਸ ਦਿਨ ਜਿਸ ਦਿਨ ਨਹੀਂ ਬਣਦਾ, ਮੇਰਾ ਜੀ ਨਹੀਂ ਹੁੰਦਾ, ਉਸ ਦਿਨ ਮੈਂ ਖਾਣਾ ਨਹੀਂ ਬਣਾਉਂਦੀ, ਜਿਹਦੇ ਕਰਕੇ ਆ ਪਿੱਛੇ ਜੇ ਥੋੜ੍ਹੇ ਮਹੀਨਿਆਂ ਤੋਂ ਮੈਂ ਆਰਡਰਸ ਫੇਸ ਕਰ ਰਹੀ ਹਾਂ। ਮੈਨੂੰ ਇਹ ਲੱਗਦਾ ਕਿ ਮੈਂ ਥੋੜ੍ਹਾ ਜਿਹਾ ਆਪਣਾ ਧਿਆਨ ਰੱਬ ਵੱਲ ਕੀਤਾ ਹੋਇਆ ਹੈ। ਅਤੇ ਜਦੋਂ ਤੁਸੀਂ ਇਹ ਕਰਨਾ ਸ਼ੁਰੂ ਕਰਦੇ ਹੋ ਤੁਹਾਡੇ ਕੰਮ ਸਫਰ ਕਰਦਾ ਥੋੜ੍ਹਾ ਜਿਹਾ, ਕਿਉਂਕਿ ਫਿਰ ਤੁਸੀਂ ਕੈਲਕੂਲੇਟਿਵ ਘੱਟ ਰਹਿ ਜਾਂਦੇ ਹੋ। ਹੁਣ ਮੇਰੇ ਆਰਡਰਸ ਕਈ ਵਾਰ ਐਂ ਹੁੰਦਾ ਕਿ ਆਰਡਰਸ ਨਹੀਂ ਆ ਰਹੇ ਅਤੇ ਮੈਂ ਬਹੁਤ ਹੀ ਜ਼ਿਆਦਾ ਕੇਫਿਊ ਹੋ ਗਈ ਕਿ ਨਹੀਂ ਆ ਰਹੇ ਤਾਂ ਕੋਈ ਗੱਲ ਨਹੀਂ। ਪਰ ਕਈ ਵਾਰ ਐਂ ਹੁੰਦਾ ਕਿ ਜੇ ਪੂਰੇ ਹਫਤੇ ਦੀ ਕਸਰ ਇੱਕ ਦਿਨ 'ਚ ਨਿਕਲ ਜਾਂਦੀ ਹੈ, ਸੋ ਉਹ ਵੀ ਮੈਂ ਬਹੁਤ ਸੋਹਣੀ ਤਰ੍ਹਾਂ ਕਰ ਲੈਂਦੀ ਹਾਂ। ਕੁਕਿੰਗ ਵਾਪਸ ਆਉਂਦੇ ਹਾਂ ਕੁਕਿੰਗ ਦੇ ਉੱਤੇ। ਕੁਕਿੰਗ ਮੈਨੂੰ ਬਹੁਤ ਅੱਛੀ ਲੱਗਦੀ ਹੈ ਕਿਉਂਕਿ ਮੈਨੂੰ ਲੱਗਦਾ ਇੱਕ ਉਹ ਮੀਡੀਅਮ ਹੈ ਜਿਹਦੇ ਕਰਕੇ ਮੈਂ ਕੀ ਕਵਾਂ ਤੁਹਾਨੂੰ ਕਿ ਮੈਂ ਕਿਸੇ ਦਾ ਦਿਲ ਖੁਸ਼ ਕਰ ਸਕਦੀ ਹਾਂ। ਸੋ ਮੈਂ ਉਸ ਤਰ੍ਹਾਂ ਹੁਣ ਕੁਕਿੰਗ ਨੂੰ ਲੈਣ ਲੱਗ ਗਈ। ਤੁਸੀਂ ਆਪਣੇ ਆਪ ਨੂੰ ਵੀ ਡਿਸਕਵਰ ਕੀਤਾ? ਬਹੁਤ ਜ਼ਿਆਦਾ ਡਿਸਕਵਰ ਇੱਦਾਂ ਕਿ ਮੈਂ ਪੇਸ਼ੈਂਸ ਬਹੁਤ ਆ ਗਈ, ਕਿਉਂਕਿ ਸਟੇਟ ਆਫ ਮਾਈਂਡ ਬਹੁਤ ਅੱਛਾ ਹੈ। ਉਹ ਇਸ ਕਰਕੇ ਕਿਉਂਕਿ ਪ੍ਰੈਸ਼ਰ ਨਹੀਂ ਹੈ।
ਜਦੋਂ ਅਸੀਂ ਆਫਿਸ 'ਚ ਹੁੰਦੇ ਹਾਂ ਸਾਨੂੰ ਪ੍ਰੈਸ਼ਰ ਹੁੰਦਾ ਕਿ ਰਿਪੋਰਟ ਹੁਣੇ ਹੀ ਬਣਾ ਕੇ ਦਿਓ, ਹੁਣੇ ਹੀ ਕੰਮ ਕਰਕੇ ਦਿਓ, ਕੀ ਜਵਾਬ ਦੇਵਾਂਗੇ ਸ਼ਾਮ ਨੂੰ ਰਿਪੋਰਟ ਜਦੋਂ ਦੇਣੀ ਹੈ। ਉਹ ਰਿਪੋਰਟ ਮੈਂ ਕਿਸੇ ਨੂੰ ਨਹੀਂ ਦੇਣੀ, ਉਹ ਰਿਪੋਰਟ ਮੈਂ ਆਪਣੇ ਆਪ ਨੂੰ ਦੇਣੀ ਹੈ, ਜਿਹਦੇ ਕਰਕੇ ਮੈਂ ਇੰਨੀ ਜ਼ਿਆਦਾ ਇਸ ਟਾਈਮ ਸਟੇਟ ਆਫ ਮਾਈਂਡ ਇੰਨਾ ਅੱਛਾ ਹੋ ਗਿਆ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਦੈਟ ਥਿੰਗਸ ਆਰ ਗੈਟਿੰਗ ਬੈਟਰ ਫॉर ਮੀ। ਮੈਂ ਲੋਕਾਂ ਨੂੰ ਸਮਝਣਾ ਜ਼ਿਆਦਾ ਸ਼ੁਰੂ ਕਰਤਾ ਹੈ ਹੁਣ, ਉਹਨਾਂ ਦੇ ਨਜ਼ਰੀਏ ਸਮਝਣ ਲੱਗੀ ਹਾਂ। ਮੈਂ ਅਕਸਰ ਇੰਟਰਵਿਊਜ਼ 'ਚ ਦੇਖਦੀ ਹਾਂ ਕਿ ਕਈ ਔਰਤਾਂ ਦੱਸਦੀਆਂ ਨੇ ਕਿ ਇੱਕ ਔਰਤ ਦਾ ਹੀ ਹੈ, ਔਰਤ ਨੂੰ ਨੀਚਾ ਕੀਤਾ ਜਾਂਦਾ ਹੈ। ਮੈਂ ਇਸ ਚੀਜ਼ਾਂ ਨੂੰ ਬਿਲਕੁਲ ਐਗਰੀ ਨਹੀਂ ਕਰਦੀ। ਮੈਂ ਬਿਲਕੁਲ ਵੀ ਔਰਤਾਂ ਦੇ ਹੀ ਹੱਕ 'ਚ ਨਹੀਂ ਰਹਿੰਦੀ। ਮੈਨੂੰ ਬੰਦੇ ਵੀ ਬਹੁਤ ਪਿਆਰੇ ਲੱਗਦੇ ਨੇ ਜਿੰਨੇ ਕੁ ਮੈਨੂੰ ਔਰਤਾਂ ਪਿਆਰੀਆਂ ਲੱਗਦੀਆਂ ਨੇ। ਮੈਨੂੰ ਐਂ ਲੱਗਦਾ ਕਿ ਮਰਦ ਦੀ ਜ਼ਿੰਦਗੀ ਬਹੁਤ ਡਿਫਿਕਲਟ ਹੈ, ਅਸੀਂ ਕਦੀ ਉਹਨਾਂ ਨੂੰ ਐਕਨੋਲੇਜ ਹੀ ਨਹੀਂ ਕਰ ਪਾਉਂਦੇ। ਬਹੁਤ ਬਹੁਤ ਔਖਾ ਹੈ ਉਹਨਾਂ ਲਈ ਵੀ ਜ਼ਿੰਦਗੀ। ਅਸੀਂ ਤਾਂ ਫਿਰ ਘਰ ਦੇ ਅੰਦਰ ਆ, ਉਹ ਸਾਰਾ ਦਿਨ ਬਾਹਰ ਹੁੰਦੇ ਨੇ, ਪਤਾ ਨਹੀਂ ਕੀ ਝੇਲਦੇ ਨੇ। ਸੋ ਮੈਨੂੰ ਐਂ ਲੱਗਦਾ ਕਿ ਇਸ ਕੰਮ ਨੇ ਮੈਨੂੰ ਬਹੁਤ ਬਹੁਤ ਜ਼ਿਆਦਾ ਪੇਸ਼ੈਂਸ ਦੇਤੀ ਟੂ ਅੰਡਰਸਟੈਂਡ। ਕੁਕਿੰਗ ਜਦੋਂ ਤੁਸੀਂ ਕਰ ਰਹੇ ਹੁੰਦੇ ਹੋ, ਤੁਸੀਂ ਆਪਣੇ ਆਪ ਨਾਲ ਹੀ ਗੱਲ ਕਰ ਰਹੇ ਹੁੰਦੇ ਹੋ। ਬਹੁਤ ਜ਼ਿਆਦਾ ਇਸ ਲਾਈਨ ਨੇ ਮੈਨੂੰ, ਇਸ ਕਿਚਨ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਸੋ ਅਗਰ ਸਾਡੇ ਵਿਊਅਰਸ ਦੇ ਵਿੱਚੋਂ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ, ਤੁਹਾਡੀ ਬਿਰਿਆਨੀ ਟੇਸਟ ਕਰਕੇ ਦੇਖਣੀ ਹੋਵੇ ਜਾਂ ਤੁਹਾਡੀ ਕੋਈ ਹੋਰ ਚੀਜ਼ ਬਣਾਈ ਹੋਈ ਖਾਣੀ ਹੋਵੇ, ਤਾਂ ਉਹ ਤੁਹਾਡੇ ਨਾਲ ਸਭ ਤੋਂ ਪਹਿਲਾਂ ਕਿੱਥੇ ਜੁੜ ਸਕਦੇ ਨੇ? ਕੋਈ ਸੋਸ਼ਲ ਮੀਡੀਆ ਅਕਾਊਂਟ ਤੁਹਾਡਾ ਅਗਰ ਤੁਸੀਂ ਮੈਂਸ਼ਨ ਕਰ ਸਕੋ। ਮੇਰਾ ਅਕਾਊਂਟ ਇੰਸਟਾਗ੍ਰਾਮ 'ਤੇ ਹੈਗਾ ਨਿੱਕੀਜ਼ ਪਟਿਆਲਾ ਪਲੈਟਰ, ਸ਼ੈਫ ਨਿੱਕੀ ਕੁਮਾਰ ਕਰਕੇ ਹੈਗਾ। ਮੈਂ ਮੇਰੇ ਮੂੰਹ 'ਚ ਇਹ ਗੱਲ ਆ ਰਹੀ ਹੈ ਪਰ ਮੈਂ ਹੁਣ ਕਹਿ ਹੀ ਦਿੰਦੀ ਹਾਂ ਕਿ ਮੈਂ 5 ਆਰਡਰਸ ਤੋਂ ਜ਼ਿਆਦਾ ਆਰਡਰਸ ਨਹੀਂ ਲੈ ਸਕਦੀ। ਮੈਂ ਇੱਕ ਹੋਰ ਸਵਾਲ ਤੁਹਾਨੂੰ ਕਰਨਾ ਚਾਹੁੰਦੀ ਹਾਂ ਇੱਥੇ, ਜਿੱਦਾਂ ਕਿ ਮਤਲਬ ਸਾਰਿਆਂ ਨੂੰ ਇਹ ਇੱਕ ਟ੍ਰਿਕ ਹੀ ਆ ਵੈਸੇ ਮੇਰੇ ਹਿਸਾਬ ਨਾਲ ਤਾਂ, ਜਦੋਂ ਤੁਸੀਂ YouTube 'ਤੇ ਜਾਂ Facebook 'ਤੇ ਕੋਈ ਇੱਦਾਂ ਦੇ ਪੇਜ ਦੇਖਦੇ ਹੋ ਨਾ ਜਿਹੜੀਆਂ ਆਪਣੀਆਂ ਡਿਸ਼ਿਜ਼ ਪਾ, ਉਹਨਾਂ ਨੂੰ ਹੁੰਦਾ ਕਿ ਇਹ ਮਸਾਲਾ ਹੈ ਜਿਹੜਾ ਇਹ ਸਿਰਫ ਅਸੀਂ ਮਤਲਬ ਸਾਨੂੰ ਪਤਾ ਇਹਦੇ ਇੰਗਰੀਡੀਐਂਟਸ ਕੀ ਹੈ, ਅਸੀਂ ਖੁਦ ਪ੍ਰਿਪੇਅਰ ਕਰਦੇ ਹਾਂ। ਤਾਂ ਤੁਸੀਂ ਵੀ ਆਪਣੀਆਂ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਕਿ ਇਹ ਹੁੰਦਾ ਕਿ ਮੈਂ ਜਿੱਦਾਂ ਇੱਕ ਗਰਮ ਮਸਾਲਾ ਹੀ ਆ, ਮੈਂ ਪ੍ਰੈਫਰ ਕਰੂੰ ਕਿ ਮੈਂ ਰੈਡੀਮੇਡ ਬਾਜ਼ਾਰ 'ਚੋਂ ਜੋ ਮਿਲ ਰਿਹਾ ਹੈ ਨਾ, ਅਤੇ ਇਹ ਸਾਰੀਆਂ ਚੀਜ਼ਾਂ ਖੁਦ ਹੀ ਤੁਸੀਂ ਤਿਆਰ ਕਰਦੇ ਹੋ? ਜੇ ਕੋਈ ਹੋਰ ਆਰਡਰ ਕਰਨਾ ਚਾਹੁੰਦਾ, ਜਿਵੇਂ ਮਨਿੰਦਰ ਨੇ ਦੱਸਿਆ ਸੀ ਕਿ ਤੁਸੀਂ ਅਚਾਰ ਵਗੈਰਾ ਹੋਰ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਨਾਲ ਐਡ ਔਨ ਕੀਤੀਆਂ ਨੇ, ਤਾਂ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇਸ ਚੀਜ਼ ਤੋਂ ਇਲਾਵਾ ਕੋਈ ਤੁਹਾਡੇ ਤੋਂ ਆਰਡਰ ਕਰ ਸਕਦਾ? ਜੀ ਮੈਂ ਇੱਥੇ ਕਹਾਂਗੀ ਕਿ ਮੈਂ ਪ੍ਰੋਡਕਟਸ ਮੇਰੇ ਕੋਲ ਡਰਾਈ ਹੈਗੇ, ਜਿਵੇਂ ਡਰਾਈ ਟੀ ਮਸਾਲਾ, ਚਾਹ ਮਸਾਲਾ ਆਪਾਂ ਕੱਟਦੇ ਹਾਂ, ਉਹ ਮੈਂ ਘਰੇ ਨਹੀਂ ਬਣਾਉਂਦੀ। ਮੇਰੇ ਜਿਹੜੇ ਮਸਾਲੇ ਵਾਲੇ ਨੇ ਮੈਂ ਆਪਣੇ ਕਲਾਇੰਟਸ ਨੂੰ ਵੀ ਦੱਸਦੀ ਕਿ ਮੈਂ ਆਊਟਸੋਰਸ ਕਰ ਰਹੀ ਹਾਂ। ਪਿਕਲਸ ਜਿਹੜੇ ਨੋਨ ਵੈਜੀਟੇਰੀਅਨ ਹੈ, ਕਿਉਂਕਿ ਮੈਨੂੰ ਬਣਾਉਣਾ ਨੋਨ ਵੈਜੀਟੇਰੀਅਨ ਬਹੁਤ ਪਸੰਦ ਹੈ, ਉਹ ਮੈਂ ਆਪ ਬਣਾਉਂਦੀ ਹਾਂ। ਵੈਜੀਟੇਰੀਅਨਸ ਪਿਕਲਸ ਮੇਰੇ ਕਈ ਵਾਰ ਆਊਟਸੋਰਸ ਹੁੰਦੇ ਨੇ, ਮੈਂ ਬਾਹਰੋਂ ਲੈ ਕੇ ਆਉਂਦੀ ਹਾਂ। ਇਸੇ ਤਰ੍ਹਾਂ ਜਿਹੜੀਆਂ ਚੀਜ਼ਾਂ ਡਰਾਈ ਹੈਗੀਆਂ, ਬਾਕੀ ਜਿਹੜੀ ਕੁਕਿੰਗ ਨੂੰ ਲੈ ਕੇ ਜਿਵੇਂ ਬਿਰਿਆਨੀ ਹੈ ਜਾਂ ਕਰੀਜ਼ ਨੇ ਜਾਂ ਲੱਡੂ, ਜਾਂ ਇਹ ਸਾਰਾ ਕੁਝ ਘਰੇ ਹੀ ਬਣਦਾ ਹੈ। ਬਟ ਜਿਹੜੀ ਚੀਜ਼ ਘਰੇ ਨਹੀਂ ਬਣ ਰਹੀ, ਉਹ ਕਲਾਇੰਟਸ ਨੂੰ ਇਨਫੋਰਮ ਕਰ ਦਿੱਤਾ ਜਾਂਦਾ ਹੈ ਕਿ ਫੀਡਬੈਕ ਤੁਸੀਂ ਦੇ ਸਕਦੇ ਹੋ ਮੈਨੂੰ ਜੈਨੂਇਨ, ਜੇ ਤੁਹਾਨੂੰ ਠੀਕ ਨਾ ਲੱਗੇ ਉਹ ਆਪਾਂ ਰਿਪਲੇਸ ਕਰ ਦਾਂਗੇ। ਬਟ ਆਊਟਸੋਰਸ ਹੁੰਦੀਆਂ ਨੇ ਕਿਉਂਕਿ ਮੈਨੂੰ ਤੁਹਾਨੂੰ ਐਕਸਟੈਂਡ ਕਰਨਾ ਪੈਂਦਾ ਕਈ ਵਾਰ। ਸੋ ਇਹ ਸਾਰੀ ਚੀਜ਼ਾਂ ਕਈ ਵਾਰ ਬਾਹਰੋਂ ਵੀ ਆਉਂਦੀਆਂ ਨੇ। ਜੀ ਸੋ ਬਹੁਤ ਚੰਗਾ ਲੱਗਿਆ ਅੱਜ ਦੇ ਇਸ ਐਪੀਸੋਡ 'ਚ ਤੁਹਾਡੇ ਨਾਲ ਗੱਲ ਕਰਕੇ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਮੇਂ-ਸਮੇਂ 'ਤੇ ਕੁਛ ਇੱਦਾਂ ਦੇ ਲੋਕ ਗੱਲ 'ਤੇ ਗੱਲ 'ਚ ਜੋੜੇ ਜਾਣ, ਕੁਛ ਮਹਿਮਾਨ ਸਾਡੇ ਇਸ ਐਪੀਸੋਡ ਦਾ ਹਿੱਸਾ ਬਣਨ, ਜਿਹੜੇ ਕਿ ਸਾਡੀ ਆਡੀਅנס ਦੇ ਲਈ, ਸਾਡੇ ਵਿਊਅਰਸ ਦੇ ਲਈ, ਉਹਨਾਂ ਲੋਕਾਂ ਦੇ ਲਈ ਜਿਹੜੇ ਕਿ ਸ਼ਾਇਦ ਆਪਣੀ ਜ਼ਿੰਦਗੀ 'ਚ ਸਿਰਫ ਇੱਕ ਸਟੈਪ ਲੈਣ ਤੋਂ ਡਰਦੇ ਨੇ ਜਾਂ ਕਿਤੇ ਨਾ ਕਿਤੇ ਇਨ ਬਿਟਵੀਨ ਸਟਰਗਲ ਕਰ ਰਹੇ ਹੁੰਦੇ ਨੇ ਕਿ ਕਰਾਂ ਜਾਂ ਨਾ ਕਰਾਂ। ਕਈ ਵਾਰ ਤੁਹਾਡੀ ਗੱਲਬਾਤ ਉਹਨਾਂ ਦੇ ਲਈ ਇੱਕ ਡਿਸੀਜਨ ਬਣ ਜਾਂਦੀ ਹੈ ਕਿ ਨਹੀਂ ਠੀਕ ਹੈ, ਮੈਨੂੰ ਵੀ ਕਰ ਲੈਣਾ ਚਾਹੀਦਾ ਹੈ ਜਾਂ ਮੈਨੂੰ ਨਹੀਂ ਕਰਨਾ ਚਾਹੀਦਾ। ਸੋ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਲਈ ਸਮਾਂ ਕੱਢਿਆ, ਸਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ, ਆਪਣੀ ਜਰਨੀ ਸਾਡੇ ਨਾਲ ਤੁਸੀਂ ਸਾਂਝੀ ਕੀਤੀ। ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਗੁਰਦੀਪ ਇਹੀ ਕਹਿਣਾ ਚਾਹੁੰਦੀ ਸੀ ਕਿ ਮਤਲਬ ਬਹੁਤ ਸਾਰੇ ਲੋਕ ਇੱਦਾਂ ਡਰਦੇ ਹੁੰਦੇ ਆ ਨਾ, ਜਿਵੇਂ ਮੈਨੂੰ ਵੀ ਕੋਈ ਕਹੇ ਕਿ ਮੇਰੀ ਫਰੈਂਡ ਕੁਕਿੰਗ ਕਰ ਰਹੀ ਹੈ, ਤੁਸੀਂ ਉਹਦੇ ਤੋਂ ਆਰਡਰ ਕਰੋ, ਹੈ ਨਾ, ਤਾਂ ਮੈਨੂੰ ਇਹੀ ਲੱਗੂਗਾ ਕਿ ਨਹੀਂ, ਮੈਂ ਕਿਸੇ ਰੈਸਟੋਰੈਂਟ ਤੋਂ ਹੀ ਕਰਾਂ ਜਿਨ੍ਹਾਂ ਦਾ ਟੇਸਟ ਮੈਨੂੰ ਪਤਾ ਹੈ ਨਾ। ਪਰ ਮੈਨੂੰ ਲੱਗਦਾ ਕਿ ਨਹੀਂ, ਸਾਨੂੰ ਇਹ ਚੀਜ਼ਾਂ ਨੂੰ ਮਤਲਬ ਪ੍ਰੈਫਰ ਕਰਨਾ ਚਾਹੀਦਾ, ਕਿਉਂਕਿ ਜਿੱਥੇ ਜਿਵੇਂ ਹੁਣ ਮੈਂ ਤੁਹਾਨੂੰ ਕਹੂੰਗੀ ਗੁਰਦੀਪ ਮੇਰੇ ਲਈ ਆਹ ਚੀਜ਼ ਬਣਾ ਦਿਓ, ਹੈ ਨਾ, ਤਾਂ ਮੈਂ ਤੁਹਾਨੂੰ ਦੱਸ ਦੂੰਗੀ ਕਿ ਮੇਰੀ ਫੈਮਿਲੀ ਲੂਣ ਘੱਟ ਖਾਂਦੀ ਹੈ, ਤਾਂ ਤੁਸੀਂ ਉਹਦੇ 'ਚ ਆਹ ਚੀਜ਼ ਘੱਟ ਪਾਇਓ, ਆਪਦੀਆਂ ਪ੍ਰੈਫਰੈਂਸਸ ਤੇ ਬਣਾ ਸਕਦੇ ਹੋ ਤੁਸੀਂ। ਬਿਲਕੁਲ। ਤੇ ਇਹ ਚੀਜ਼ ਮੈਨੂੰ ਲੱਗਦਾ ਸਾਡੇ ਲਈ ਫਾਇਦੇਮੰਦ ਹੁੰਦੀ ਹੈ ਨਾ। ਤੇ ਦੂਜੀ ਚੀਜ਼, ਜਿਵੇਂ ਇਹਨਾਂ ਨੇ ਕਿਹਾ ਕਿ 5 ਤੋਂ ਜ਼ਿਆਦਾ ਇਹ ਆਰਡਰਸ ਨਹੀਂ ਲੈਂਦੇ, ਤਾਂ ਸਾਨੂੰ ਪਤਾ ਕਿ ਉਹ ਫਰੈਸ਼ ਹੀ ਬਣਾ ਕੇ ਦੇਣਗੇ ਨਾ। ਤੇ ਰੈਸਟੋਰੈਂਟ 'ਚ ਸਾਨੂੰ ਪਤਾ ਹੀ ਹੁੰਦਾ ਕਿ ਮਤਲਬ ਪਹਿਲਾਂ ਬਣਿਆ ਹੋਇਆ ਵੀ ਤੁਹਾਨੂੰ ਉਹਨਾਂ ਨੇ ਗਰਮ ਕਰਕੇ ਸਰਵ ਕਰ ਦੇਣਾ। ਤਾਂ ਮਤਲਬ ਉਹ ਇੰਡੀਪੈਂਡੈਂਟ ਤਾਂ ਹੋਈ ਨੇ, ਪਰ ਹੋਰ ਕਿੰਨੀਆਂ ਕੁੜੀਆਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਕੁਕਿੰਗ ਸਿਰਫ ਸਾਡਾ ਘਰ ਦੀ ਜ਼ਰੂਰੀ ਚੀਜ਼ ਆ, ਹੈ ਨਾ, ਤੁਸੀਂ ਉਹਨੂੰ ਆਪਣੇ ਬਿਜ਼ਨਸ 'ਚ ਵੀ ਕਨਵਰਟ ਕਰ ਸਕਦੇ ਹੋ।
ਬਿਲਕੁਲ। ਤੇ ਮੈਨੂੰ ਇਹ ਵੀ ਚੰਗਾ ਲੱਗਿਆ ਸੀ ਹੁਣੇ ਹਲੇ ਪਿਛਲਾ ਐਪੀਸੋਡ ਸਾਡਾ ਗੱਲ ਤੇ ਗੱਲ ਗਿਆ, ਉਹ ਸਾਡਾ ਸੀਗਾ ਕਿ ਔਰਤਾਂ ਦਾ ਵਿੱਤੀ ਤੌਰ ਤੇ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਕਿਉਂ ਜ਼ਰੂਰੀ ਆ। ਸੋ ਮੈਨੂੰ ਲੱਗਦਾ ਇੱਕ ਇਹ ਐਗਜ਼ਾਮਪਲ ਵੀ ਆਪਾਂ ਨੂੰ ਮਿਲੇ ਨੇ, ਹੈ ਨਾ। ਸੋ ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗੀ, ਗੱਲ ਮੇਰੇ ਦਿਮਾਗ 'ਚ ਹੁਣੇ ਆ ਰਹੀ ਸੀ ਜਦ ਤੁਸੀਂ ਗੱਲ ਕਰ ਰਹੇ ਸੀਗੇ। ਬਹੁਤ ਸਾਰੇ ਲੋਕ ਹੋਣਗੇ ਜਿਹੜੇ ਮੈਨੂੰ ਪੁੱਛਣਗੇ, ਚਾਹੁੰਦੇ ਹੋਣਗੇ ਸ਼ਾਇਦ ਕਿ ਤੁਸੀਂ ਕੁਕਿੰਗ ਕਿੱਥੋਂ ਸਿੱਖੀ, ਕਿਉਂਕਿ ਜੇ ਮੈਂ ਕਹਿ ਰਹੀ ਹਾਂ ਮੈਂ 30 ਚੀਜ਼ਾਂ ਮੇਰੇ ਮੈਨੂ 'ਚ ਆਈਆਂ, ਉਹ ਕਿੱਥੋਂ ਆਈਆਂ? ਜਦ ਕੁਕਿੰਗ ਦਾ ਸ਼ੌਕ ਹੀ ਨਹੀਂ ਸੀ ਤੇ ਉਹ ਕਿੱਥੋਂ ਆਈਆਂ? ਇਹ ਸਾਰੀ ਦੀ ਸਾਰੀ ਕੁਕਿੰਗ ਮੈਂ YouTube ਤੋਂ ਸਿੱਖੀ ਆ। ਕੁਝ ਵੀ ਇੱਦਾਂ ਦਾ ਨਹੀਂ ਹੈ ਜਿਹੜਾ YouTube ਤੇ ਨਹੀਂ ਪਿਆ। ਸਾਨੂੰ ਕੋਈ ਜ਼ਰੂਰਤ ਨਹੀਂ ਪੈਸੇ ਖਰਚਣ ਦੀ ਔਰ ਕੁਝ ਸਿੱਖਣ ਦੀ ਬਾਹਰੋਂ। ਇਹ ਸਾਰਾ ਕੁਝ ਆਪਾਂ ਬੈਠੇ ਬਿਠਾਏ ਘਰੇ ਹੀ ਸਿੱਖ ਸਕਦੇ ਹਾਂ। ਮੈਨੂੰ ਆਲਮੋਸਟ 2-2.5 ਸਾਲ ਹੋ ਗਏ ਮੈਂ ਘਰੋਂ ਬਾਹਰ ਕਿਸੇ ਵੀ ਚੀਜ਼ ਨੂੰ ਸਿੱਖਣ ਲਈ ਸਟੈਪ ਆਊਟ ਨਹੀਂ ਕੀਤਾ। ਇਹ ਸਾਰਾ ਕੁਝ ਅਵੇਲੇਬਲ ਹੈ ਸਾਡੇ ਫੋਨ ਤੇ। ਤੁਸੀਂ ਇੱਕ ਵਾਰ ਲੱਭਣ ਦੀ ਕੋਸ਼ਿਸ਼ ਕਰੋ, ਸਭ ਕੁਝ ਲੱਭ ਜਾਂਦਾ। ਬਿਲਕੁਲ। ਸੋ ਇੱਕ ਵਾਰ ਫਿਰ ਤੋਂ ਸਾਡੇ ਦੋਵਾਂ ਵੱਲੋਂ ਵੀ ਸੋਸ਼ਲ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ, ਆਪਣੀ ਜਰਨੀ ਸਾਡੇ ਨਾਲ ਸਾਂਝੀ ਕਰਨ ਲਈ। ਸਤਿ ਸ਼੍ਰੀ ਅਕਾਲ ਦੋਸਤੋ। ਇਹ ਸਨ ਅੱਜ ਪ੍ਰੋਗਰਾਮ ਗੱਲ ਤੇ ਗੱਲ ਵਿੱਚ ਸਾਡੇ ਨਾਲ ਨਿੱਕੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਆਪਣੇ ਘਰ ਤੋਂ ਇੱਕ ਕਿਚਨ ਚਲਾਉਂਦੇ ਨੇ, ਕਿਵੇਂ ਉਹਨਾਂ ਨੇ ਕਿਉਂ ਸ਼ੁਰੂ ਕੀਤੀ ਘਰ ਤੋਂ ਕਿਚਨ, ਕਿਉਂ ਖਾਣਾ ਬਣਾ ਕੇ ਦੂਜੇ ਲੋਕਾਂ ਨੂੰ ਸਰਵ ਕਰਨਾ ਜ਼ਰੂਰੀ ਸਮਝਿਆ ਉਹਨਾਂ ਨੇ, ਅਤੇ ਉਹਨਾਂ ਦਾ 2-2.5 ਸਾਲ ਦਾ ਕੀ ਐਕਸਪੀਰੀਅੰਸ ਰਿਹਾ। ਅਗਰ ਤੁਸੀਂ ਐਪੀਸੋਡ ਦੇਖਦੇ ਹੋਏ ਮਹਿਸੂਸ ਕਰ ਰਹੇ ਹੋ ਕਿ ਤੁਹਾਨੂੰ ਵੀ ਕੁਛ ਕਰ ਲੈਣਾ ਚਾਹੀਦਾ ਤਾਂ ਤੁਹਾਡੇ ਲਈ ਇਹਨਾਂ ਦੀ ਕਹਾਣੀ ਇੰਸਪੀਰੇਸ਼ਨਲ ਹੈ। ਅਗਰ ਤੁਸੀਂ ਇਹਨਾਂ ਦਾ ਖਾਣਾ ਸਵਾਦ ਦੇਖਣਾ ਚਾਹੁੰਦੇ ਹੋ ਖਾਣੇ ਦਾ, ਤਾਂ ਤੁਸੀਂ ਇਹਨਾਂ ਨੂੰ ਸੋਸ਼ਲ ਮੀਡੀਆ 'ਤੇ ਜਾ ਕੇ ਫੋਲੋ ਕਰ ਸਕਦੇ ਹੋ। ਉੱਥੋਂ ਇਹਨਾਂ ਦੇ ਨਾਲ ਤੁਸੀਂ ਰਾਬਤਾ ਬਣਾ ਕੇ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।